ਨਵਰੰਗ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਜੀ ਮਨਪ੍ਰੀਤ ਧਾਮੀ ਤੇ ਮੈਂ ਹਰਮਿੰਦਰ ਸਿੰਘ ਬਸਰਾ। ਹਰ ਇੱਕ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੈ ਕੇ ਆ ਪ੍ਰੋਗਰਾਮ ਇੱਕ ਨਜ਼ਰ ਪ੍ਰੋਗਰਾਮ ਦੇ ਵਿੱਚ ਅਸੀਂ ਨਜ਼ਰ ਰੱਖਦੇ ਹਾਂ ਜੋ ਸਾਡੇ ਆਸ-ਪਾਸ ਵਾਪਰ ਰਿਹਾ, ਜੋ ਵੀ ਪੋਜੀਸ਼ਨ ਇਸ ਟਾਈਮ ਖਾਸ ਕਰ ਅਸੀਂ ਪ੍ਰੋਗਰਾਮ ਕਰ ਰਹੇ ਕਰੋਨਾ ਤੇ ਇਸ ਕੋਵਿਡ-19 ਲੈ ਕੇ ਜੋ ਸਾਡੇ ਆਸ-ਪਾਸ ਵਾਪਰ ਰਿਹਾ, ਜੋ ਪ੍ਰਸ਼ਾਸਨ ਕਰ ਰਿਹਾ, ਕਿਹੜੀਆਂ ਗਾਈਡਲਾਈਨਸ ਆ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਤੇ जनता ਕਿਹੜੇ रूल तोड़ रही है वो गल प्रशासन तक पहुँचानी ਜਾਂ होर ਜਿਹੜੀ ਜ਼ਰੂਰਤ ਲੋਕਾਂ ਦੀ ਹੈ ਉਹ ਅਸੀਂ ਇੱਕ ਮਾਧਿਅਮ ਆ ਪ੍ਰਸ਼ਾਸਨ ਤੱਕ ਤੁਹਾਡੀ ਗੱਲ ਪਹੁੰਚਾਉਂਦੇ ਜੀ। ਤੇ ਅੱਜ ਸਭ ਨੂੰ ਪਹਿਲਾਂ ਜਿਹੜੀ ਆ ਮਨਪ੍ਰੀਤ ਪੰਜਾਬ ਦੀ ਕੀ ਰਿਪੋਰਟ ਆ ਸਰ, ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਹੁਣ ਤੱਕ 313 ਜਿਹੜੇ ਪੋਜ਼ਿਟਿਵ ਕੇਸ ਉਹ ਪੂਰੇ ਪੰਜਾਬ ਦੇ ਵਿੱਚ ਪਾਏ ਗਏ ਨੇ। 19 ਮੌਤਾਂ ਹੋ ਚੁੱਕੀਆਂ ਨੇ। 88 ਜਿਹੜੇ ਮਰੀਜ਼ ਆ ਉਹ ਠੀਕ ਹੋ ਚੁੱਕੇ ਨੇ। 3498 ਜਿਹੜੇ ਹਜੇ ਜਿਨ੍ਹਾਂ ਦੇ ਰਿਜ਼ਲਟ ਦੀ ਵੇਟ ਕੀਤੀ ਜਾ ਰਹੀ ਹੈ। 12984 ਜਿਨ੍ਹਾਂ ਨੂੰ ਘਰਾਂ ਦੇ ਵਿੱਚ ਕੁਆਰੰਟਾਈਨ ਕੀਤਾ ਗਿਆ ਹੈ। 10497 ਨੈਗੇਟਿਵ ਰਿਜ਼ਲਟ ਜਿਹੜੇ ਆਏ ਨੇ। ਤੇ ਇੱਥੇ ਦੱਸਦੇ ਜਾਈਏ ਕਿ ਰੋਜ਼ਾਨਾ ਜਿਹੜੇ 10 ਮਤਲਬ ਇੱਕ ਲਿਮਿਟ ਬਣਾਈ ਗਈ ਹੈ ਕਿ ਕਿੰਨੇ ਜਿਹੜੇ ਟੈਸਟ ਆ ਕਰੋਨਾ ਦੇ ਹੋਣੇ ਨੇ। ਤੇ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਜਿਹੜੇ 10000 ਦੇ ਨੇੜੇ ਟੈਸਟ ਉਹ ਕਰ ਲਏ ਗਏ ਨੇ। ਮਨਪ੍ਰੀਤ ਗੱਲ ਕਰਦੇ ਹਾਂ ਕਿ ਜਲੰਧਰ ਦੇ ਵਿੱਚ ਇੰਨੇ ਜ਼ਿਆਦਾ ਕੇਸ ਆਉਂਦੇ ਜੀ ਤੇ ਜਿੱਦਾਂ 9 ਕੇਸ ਨਵੇਂ ਆ ਗਏ ਤੇ ਕੱਲ ਬਾਕੀ ਜਗ੍ਹਾ ਸ਼ਾਂਤੀ ਬਿਲਕੁਲ ਠੀਕ ਰਿਹਾ। ਹਾਂ 9 ਕੇਸ ਨਵੇਂ ਆ ਗਏ। ਉਸ ਤੋਂ ਬਾਅਦ ਇੱਕ ਦੇਖਣ ਵਾਲੀ ਗੱਲ ਇਹ ਆ ਕਿ ਜਲੰਧਰ ਦੇ ਵਿੱਚ ਇੰਨੇ ਕੇਸ ਕਿਉਂ ਆ ਰਹੇ ਆ। ਉਸ ਦੇ ਲਈ ਮਨਪ੍ਰੀਤ ਇਹ ਕਿਹਾ ਜਾ ਰਿਹਾ ਆ ਕਿ ਬਈ ਜਲੰਧਰ ਦੇ ਵਿੱਚ ਅਗਰ ਗੱਲ ਕਰਦੇ ਆ ਤਾਂ ਉੱਥੇ ਜਿਹੜੀ ਆ ਟੈਸਟਿੰਗ ਆ ਬਹੁਤ ਤੇਜ਼ ਕੀਤੀ ਗਈ ਆ ਜੀ, ਤਾਂ ਕਿ ਜਿਹੜੀ ਪਹਿਲਾਂ ਕਿਤੇ ਪ੍ਰਸ਼ਾਸਨ ਤੋਂ ਕੁਝ ਗਲਤੀਆਂ ਹੋਈਆਂ ਕਹਿ ਲਓ ਜਾਂ ਇਹ ਸੀਗਾ ਕਿ ਬਈ ਟੈਸਟ ਨਹੀਂ ਸੀ ਹੋ ਰਿਹਾ, ਉਹ ਜ਼ਿਆਦਾ ਟੈਸਟਿੰਗ ਦੇ ਨਾਲ ਬਹੁਤ ਸਾਰੇ ਬੰਦੇ ਜਿਨ੍ਹਾਂ ਦੇ ਵਿੱਚ ਕੋਈ ਵੀ ਇਦਾਂ ਦਾ ਚੀਜ਼ ਨਹੀਂ ਹੈਗੀ ਜਿਸ ਤੋਂ ਪਤਾ ਲੱਗੇ ਕਿ ਉਹਨੂੰ ਕਰੋਨਾ ਆ ਜਾਂ ਉਹਦੇ ਕੋਈ ਖੰਘ ਜ਼ੁਕਾਮ ਰੇਸ਼ ਆ ਜਾਂ ਬੁਖਾਰ ਇਦਾਂ ਦਾ ਕੁਝ ਵੀ ਨਹੀਂ ਹੋਇਆ, ਲੇਕਿਨ ਉਸ ਦੇ ਬਾਵਜੂਦ ਉਹ ਪੋਜ਼ਿਟਿਵ ਆ ਰਹੇ ਆ। ਜਿਹੜੇ ਪਹਿਲਾਂ ਪੋਜ਼ਿਟਿਵ ਸੀਗੇ ਉਹਨਾਂ ਦੇ ਲਿੰਕ ਵਿੱਚ ਆਏ ਲੋਕਾਂ ਦੀ ਜਦੋਂ ਸਕੈਨਿੰਗ ਕੀਤੀ ਜਾਂਦੀ ਆ ਜਾਂ ਉਹਨਾਂ ਨੂੰ ਚੈੱਕ ਕੀਤਾ ਜਾਂਦਾ, ਉਹਨਾਂ ਵਿੱਚੋਂ ਜ਼ਿਆਦਾ ਟੈਸਟਿੰਗ ਹੋਣ ਕਰਕੇ ਜਿਹੜੇ ਆ ਉਹ ਪੋਜ਼ਿਟਿਵ ਆ ਰਹੇ। ਲੇਕਿਨ ਇਹ ਕਿਤੇ ਨਾ ਕਿਤੇ ਇੱਕ ਪਾਸਿਓਂ ਮੈਨੂੰ ਲੱਗਦਾ ਮਨ ਚੰਗੀ ਗੱਲ ਆ ਕਿ ਜਿੰਨੀ ਜਲਦੀ ਉਹ ਲੋਕ ਜਿਹੜੇ ਆ ਉਹ ਜੇ ਫੜੇ ਜਾ ਰਹੇ ਨੇ ਹਨਾ, ਡਿਟੈਕਟ ਹੋ ਰਹੇ ਨੇ, ਤਾਂ ਉਨੀ ਜਿਆਦਾ ਜਿਹੜਾ ਉਹਨਾਂ ਨੂੰ ਅਲੱਗ ਰੱਖ ਕੇ ਚੇਨ ਇੱਕ ਤੋੜੀ ਜਾ ਸਕਦੀ ਹੈ। ਚੇਨ ਜਿਹੜੀ ਆ ਉਹ ਤੋੜੀ ਜਿਹੜੀ ਆ ਜਾ ਸਕਦੀ ਹੈ ਜੀ। ਸਰ, ਜਿੱਥੇ ਇਸ ਸਮੇਂ ਸਾਰਿਆਂ ਦਾ ਧਿਆਨ ਹੈਗਾ ਆ ਕਿ ਕਿੰਨੇ ਕੇਸ ਕਿਹੜੀ ਮਤਲਬ ਦਿਸ਼ਾ ਚੋਂ ਆ ਰਹੇ, ਬੇਸ਼ੱਕ ਅਸੀਂ ਜਲੰਧਰ ਦੀ ਗੱਲ ਕਰੀਏ, ਲੁਧਿਆਣਾ ਦੀ ਗੱਲ ਕਰੀਏ ਜਾਂ ਫਿਰ ਪੰਜਾਬ ਦੀ, ਭਾਰਤ ਦੀ ਜਾਂ ਫਿਰ ਵਿਦੇਸ਼ਾਂ ਦੀ ਗੱਲ ਕਰੀਏ, ਸਾਰਿਆਂ ਦਾ ਧਿਆਨ ਜਿਹੜਾ ਇਸ ਸਮੇਂ ਇਹੀ ਆ ਕਿ ਕਿੰਨੇ ਲੋਕੀ ਠੀਕ ਹੋ ਰਹੇ ਨੇ, ਕਿੱਦਾਂ ਦੇ ਜਿਹੜੇ ਰਿਜ਼ਲਟ ਆ ਉਹ ਆ ਰਹੇ ਨੇ ਦਿਨ ਬੇ ਦਿਨ ਹਨਾ। ਉੱਥੇ ਹੀ ਜਿਹੜਾ ਲੋਕਾਂ ਦਾ ਧਿਆਨ ਆ ਇਸ ਸਮੇਂ ਲੋਕਡਾਊਨ ਦੀ ਮਿਆਦ ਨੂੰ ਲੈ ਕੇ ਵੀ ਜਿਹੜਾ ਕੇਂਦਰਿਤ ਹੈਗਾ, ਕਿਉਂਕਿ ਅੱਜ ਜਿਹੜਾ ਆਪਣੇ ਮੋਦੀ ਸਾਹਿਬ ਵੱਲੋਂ ਇੱਕ ਕਾਨਫਰੰਸ ਕੀਤੀ ਜਾ ਰਹੀ ਹੈ, ਸਾਰੇ ਹੀ ਜਿਹਦੇ ਵਿੱਚ ਸੀਐਮ ਸਾਹਿਬ ਮੌਜੂਦ ਨੇ ਸਾਰੀਆਂ ਰਾਜਾਂ ਦੇ, ਤੇ ਉੱਥੇ ਜਿਹੜੀ ਗੱਲਬਾਤ ਚਰਚਾ ਚੱਲ ਰਹੀ ਹੈ। ਹੋ ਸਕਦਾ ਹੈ ਕਿ ਅੱਜ ਜਿਹੜੀ ਲੋਕਡਾਊਨ ਦੀ ਮਿਆਦ ਤੇ ਕੋਈ ਅਹਿਮ ਫੈਸਲਾ ਉਹ ਜਿਹੜਾ ਲਿਆ ਜਾ ਸਕੇ ਹੈ ਨਾ। ਮਨਪ੍ਰੀਤ ਇਹ ਗੱਲ ਕਰਦੇ ਆ ਕਿ 6 ਸਟੇਟਾਂ ਨੇ ਕਿਹਾ ਗਿਆ ਕਿ ਜੋ ਮੀਡੀਆ ਦੇ ਵਿੱਚ ਚੱਲ ਰਿਹਾ ਹੈ, 6 ਸਟੇਟਾਂ ਨੇ ਕਿਹਾ ਕਿ ਜਿਨ੍ਹਾਂ ਦੇ ਵਿੱਚ ਦਿੱਲੀ, ਮਹਾਰਾਸ਼ਟਰ, ਮੱਧ ਪ੍ਰਦੇਸ਼, ਪੱਛਮ ਬੰਗਾਲ, ਪੰਜਾਬ, ਉੜੀਸਾ, ਇਹਨਾਂ ਨੇ ਤਾਂ ਕਿਹਾ ਆ ਕਿ ਲੋਕਡਾਊਨ ਦੀ ਮਿਆਦ ਜਿਹੜੀ ਆ ਉਹ ਵਧਾਈ ਜਾਵੇ। ਲੇਕਿਨ ਇਹ ਆ ਕਿ ਲੋਕਡਾਊਨ ਦੀ ਮਿਆਦ ਵਧਣ ਦੇ ਬਹੁਤ ਜ਼ਿਆਦਾ ਚਾਂਸਸ ਆ, ਵਧੇਗੀ ਵੀ, ਤੇ ਲੇਕਿਨ ਇਹਦੇ ਵਿੱਚ ਜਿਹੜੇ ਗ੍ਰੀਨ ਜ਼ੋਨ ਜਿਹੜੇ ਆ ਉਹ ਹੋ ਸਕਦਾ ਆ ਕਿ ਅਲੱਗ-ਅਲੱਗ ਵੰਡ ਦਿੱਤੇ ਜਾਣ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਖੁੱਲਣ ਦੀ ਪਰਮਿਸ਼ਨ ਨਾਲ ਦੀ ਨਾਲ ਦਿੱਤੀ ਜਾਵੇ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬੰਦ ਰੱਖੀਆਂ ਜਾਣ। ਇਹ ਬਹੁਤ ਜਿਹੜੀਆਂ ਮਾਹਿਰ ਕਮੇਟੀਆਂ ਆ ਨਾ ਉਹਦੇ ਉੱਤੇ ਬੜੀ ਸਟੱਡੀ ਚੱਲ ਰਹੀ ਆ। ਅਲੱਗ-ਅਲੱਗ ਕੰਟਰੀਜ਼ ਜਿੱਥੇ ਕਿਤੇ ਜਿਹੜੀਆਂ ਇਸ ਤੋਂ ਪਹਿਲਾਂ ਇਸ ਚੀਜ਼ ਤੋਂ ਪ੍ਰਭਾਵਿਤ ਜ਼ਿਆਦਾ ਹੋ ਚੁੱਕੀਆਂ ਆ, ਉੱਥੇ ਕੀ ਸਿੱਟੇ ਆਏ, ਕਿਹੜੀਆਂ ਉਹਨਾਂ ਨੇ ਗਲਤੀਆਂ ਕੀਤੀਆਂ ਤੇ ਕੀ ਉਹਨਾਂ ਨੂੰ ਕਰ ਲੈਣਾ ਚਾਹੀਦਾ, ਉਹ ਸਾਰੀਆਂ ਚੀਜ਼ਾਂ ਨੂੰ ਨਾਲ ਲੈ ਕੇ ਬਹੁਤ ਮਾਹਿਰ ਜਿਹੜੇ ਆ ਉਹਨਾਂ ਦੀਆਂ ਕਮੇਟੀਆਂ ਲੱਗ ਕੇ ਉਹ ਦੇਖ ਰਹੇ ਆ ਕਿ ਕਿਉਂਕਿ ਲਗਾਤਾਰ ਜੇ ਬੰਦ ਦੀ ਗੱਲ ਕਰਦੇ ਆ, ਲੋਕਡਾਊਨ ਰਹਿੰਦਾ ਆ ਤਾਂ ਆਰਥਿਕਤਾ ਜਿਹੜੀ ਆ ਸਾਡੇ ਦੇਸ਼ ਦੀ ਉਹ ਪ੍ਰੋਪਰ ਜਿਹੜੀ ਆ ਉਹ ਹਿੱਲ ਜਾਏਗੀ ਨਾ। ਜੇ ਉਹ ਆਰਥਿਕਤਾ ਹਿਲਦੀ ਆ ਤਾਂ ਉਹ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਸਾਡੇ ਦੇਸ਼ ਲਈ ਜਿਹੜੀ ਆ ਉਹ ਖੜੀ ਹੋ ਸਕਦੀ ਹੈ, ਜਿੱਦਾਂ ਬਾਕੀ ਕੰਟਰੀਜ਼ ਕਹਿ ਰਹੀਆਂ ਨੇ। ਇਸ ਕਰਕੇ ਕੀ ਹੋ ਸਕਦਾ ਆ ਕਿ ਜਿਹੜੇ ਬਿਲਕੁਲ ਗ੍ਰੀਨ ਜ਼ੋਨ ਆ ਉਹਨਾਂ ਦੇ ਵਿੱਚ ਕਾਫੀ ਕੁਝ ਚੀਜ਼ਾਂ ਖਾਸ ਕਰ ਦੇਖੋ ਜਿੱਥੇ ਵੀ ਸਰਵਿਸਿਜ਼ ਦਿੰਦੇ ਆ ਉਹਦੇ ਖੁੱਲਣ ਦੇ ਕੋਈ ਅਸਾਰ ਨਹੀਂ ਲੱਗਦੇ। ਸਿਨੇਮੇ, ਮਾਲ, ਇਹਨਾਂ ਦੇ ਹਜੇ ਖੁੱਲਣ ਦਾ ਕੋਈ ਅਸਾਰ ਨਹੀਂ ਲੱਗਦਾ। ਹੋ ਸਕਦਾ ਹੋਟਲਸ ਵੀ ਹਾਲੇ ਥੋੜੀ ਦੇਰ ਬੰਦ ਰਹਿਣਗੇ ਤੇ ਬਿਊਟੀ ਪਾਰਲਰ ਜਾਂ ਸੈਲੂਨ ਜਾਂ ਹੋਰ ਇਦਾਂ ਦੀਆਂ ਕੋਈ ਵੀ ਮਸਾਜ ਦੂਜੇ ਸੈਂਟਰ ਜਾਂ ਸਪਾ ਸੈਂਟਰ ਜਾਂ ਕੋਈ ਸੈਂਟਰ ਜਿਹੜੇ ਵੀ ਹੈਗੇ ਇਦਾਂ ਦੇ ਜਿਹੜੇ ਵੀ ਸਰਵਿਸਿਜ਼ ਦਿੰਦੇ ਆ ਨਾ,
ਉਹ ਸਾਰੇ ਹਜੇ ਜਿਹੜੇ ਆ ਉਹ ਬੰਦ ਰੱਖਣ ਦੇ ਮੈਕਸਿਮਮ ਚਾਂਸਸ ਆ। ਜੀ। ਲੇਕਿਨ ਜਿਹੜੀਆਂ ਜ਼ਰੂਰਤ ਵਾਲੀਆਂ ਚੀਜ਼ਾਂ ਆ, ਜਿਹੜੇ ਕਾਰਨਰ ਸ਼ਾਪਸ ਆ ਜਾਂ ਹੋਰ ਆ, ਉਹਨਾਂ ਨੂੰ ਖੋਲ੍ਹਣ ਦੀ ਗੱਲ ਕੀਤੀ ਗਈ ਆ। ਮੋਦੀ ਸਾਹਿਬ ਨੇ, ਸੈਂਟਰ ਗਵਰਨਮੈਂਟ ਨੇ ਵੀ ਅਨਾਉਂਸ ਕੀਤਾ, ਕਈ ਸਟੇਟਾਂ ਨੇ ਉਹ ਖੋਲ੍ਹਿਆ ਵੀ ਆ, ਹਜੇ ਪੰਜਾਬ ਵਿੱਚ ਇਹ ਲਾਗੂ ਨਹੀਂ ਹੋਇਆ। ਲੇਕਿਨ ਆਸ ਆ ਕਿ ਜਿਹੜਾ 3 ਤਰੀਕ ਆ, ਇਹ ਤੋਂ ਜਿਹੜੀਆਂ ਆ ਕਾਫੀ ਚੀਜ਼ਾਂ ਦੀ ਰਿਲੈਕਸੇਸ਼ਨ ਆ ਉਹ ਦੇ ਦਿੱਤੀ ਜਾ ਸਕਦੀ ਹੈ ਜੀ, ਕਿਉਂਕਿ ਜਿਹੜੀ ਇੱਕ ਮਤਲਬ ਖਦਸ਼ਾ ਹੀ ਜ਼ਾਹਰ ਕੀਤਾ ਜਾ ਰਿਹਾ ਕਿ ਜਿਹੜੀ ਮਿਆਦ ਆ ਇਹ ਵੱਧ ਸਕਦੀ ਹੈ, ਕਿਉਂਕਿ ਜਿਹੜੇ ਕੇਸ ਆ ਰਹੇ ਆ ਕਰੋਨਾ ਪੋਜ਼ਿਟਿਵ ਨੂੰ ਲੈ ਕੇ, ਉਹਨਾਂ ਦੇ ਵਿੱਚ ਜਿਹੜੀ ਗਿਣਤੀ ਉਹ ਵੱਧਦੀ ਜਾ ਰਹੀ ਹੈ। ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ, ਭਾਰਤ ਦੀ ਗੱਲ ਕਰੀਏ, ਸਾਰੇ ਪਾਸੇ ਜਿਹੜੀ ਲੋਕਡਾਊਨ ਦੀ ਮਿਆਦ ਆ, ਹੋ ਸਕਦਾ ਹੈ ਕਿ ਅੱਜ ਜਿਹੜਾ ਕਾਨਫਰੰਸ ਹੋ ਰਹੀ ਹੈ ਉਹਦੇ ਵਿੱਚ ਕੋਈ ਅਹਿਮ ਫੈਸਲਾ ਲੈ ਲਿਆ ਜਾਵੇ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਬਿਆਨ ਦਿੱਤਾ, ਪੀਐਮ ਸਾਹਿਬ ਨੇ, ਕਿ ਜਿਹੜਾ ਲੋਕਡਾਊਨ ਆ ਇਹਨੇ ਸਾਨੂੰ ਬਹੁਤ ਵਧੀਆ ਰਿਜ਼ਲਟ ਦਿੱਤਾ। ਹਾਂ, ਬਿਲਕੁਲ, ਇਹ 'ਚ ਕੋਈ ਸ਼ੱਕ ਨਹੀਂ ਹੈਗਾ ਤੇ ਅਸੀਂ ਵੀ ਇਸ ਚੀਜ਼ ਨਾਲ ਸਹਿਮਤ ਹਾਂ ਕਿ ਅਗਰ ਲੋਕਡਾਊਨ ਨਾ ਹੁੰਦਾ ਤਾਂ ਹੁਣ ਨੂੰ ਜਿਹੜੇ ਪੇਸ਼ੈਂਟ ਆ ਕਰੋਨਾ ਦੇ, ਉਹ ਲੱਖਾਂ ਦੀ ਤਾਦਾਦ ਦੇ ਵਿੱਚ ਹੋਣਾ ਸੀ ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੀਆਂ ਆ ਡੈਥ ਹੋ ਚੁੱਕੀਆਂ ਹੋਣੀਆਂ ਜੀ। ਜਿੱਥੇ ਸਾਡੀ ਆਰਥਿਕ ਸਥਿਤੀ ਜਿਹੜੀ ਆਪਾਂ ਗੱਲ ਕਰ ਰਹੇ ਕਿ ਵਿਗੜਨ ਦੀ ਬਹੁਤ ਜ਼ਿਆਦਾ ਸੰਭਾਵਨਾ ਹੈਗੀ, ਕਿਉਂਕਿ ਸਾਰੇ ਜਿਹੜੇ ਵਪਾਰ ਆ ਇਸ ਸਮੇਂ ਬੰਦ ਹੈਗੇ ਆ, ਠੱਪ ਹੈਗੇ ਪੂਰੀ ਤਰ੍ਹਾਂ, ਉੱਥੇ ਹੀ ਇਹ ਵੀ ਜਿਹੜੀ ਇੱਕ ਮਤਲਬ ਇੱਕ ਨਜ਼ਰ ਰੱਖਣ ਵਾਲੀ ਗੱਲ ਹੈਗੀ, ਜਿਹੜਾ ਗਰੀਬ ਵਰਗ ਆ ਉਹ ਹੋਰ ਜ਼ਿਆਦਾ ਜਿਹੜਾ ਗਰੀਬ ਹੋ ਸਕਦਾ, ਮਤਲਬ ਉਹਨਾਂ ਦੀ ਚੇਨ ਹੋਰ ਲੰਬੀ ਹੋ ਸਕਦੀ ਹੈ। ਕਹਿ ਦਿੰਦੇ ਕਿ ਭਾਰਤ ਦੇ ਵਿੱਚ ਜਿਹੜੀ ਗਰੀਬੀ ਰੇਖਾ ਉਹ ਬਹੁਤ ਜ਼ਿਆਦਾ ਹੈਗੀ ਹੈ। ਮਨਪ੍ਰੀਤ, ਗੱਲ ਹੈਗੀ ਏਦਾਂ ਕਿ ਹਰ ਬੰਦਾ ਜਿਹੜਾ ਆ ਉਹਨੂੰ ਫਾਈਨੈਂਸ਼ੀਅਲ ਨੁਕਸਾਨ ਹੋਏਗਾ, ਆਰਥਿਕਤਾ ਦਾ ਨੁਕਸਾਨ ਹੋਏਗਾ। ਜੇ ਸਪੋਜ਼ ਕਰ ਲਓ ਕਿਸੇ ਕੋਲ 100 ਆ, ਉਹਦੇ ਕੋਲ 70 ਰਹਿ ਜਾਣਗੇ ਜਾਂ 80 ਰਹਿ ਜਾਣਗੇ, ਜਿੰਨੇ ਵੀ ਰਹਿਣਗੇ ਉਹਨੂੰ ਵੀ ਨੁਕਸਾਨ ਹੋਇਆ। ਜੇ ਕੋ 50 ਆ, ਉਹ 30 ਜਾਂ 40 ਰਹਿ ਗਿਆ, ਉਹਨੂੰ ਵੀ ਨੁਕਸਾਨ ਹੋਇਆ। ਜੇ ਕੋ 30 ਆ, ਉਹ 5-10 ਕੇ ਰਹਿ ਗਏ, ਜੇ ਕੋ ਹੈ 10 ਆ ਤਾਂ ਜ਼ੀਰੋ ਤੇ ਆ ਜਾਏਗਾ ਨਾ। ਇਸ ਕਰਕੇ ਕਿਹਾ ਜਾ ਰਿਹਾ ਕਿ ਗਰੀਬ ਹੋਰ ਗਰੀਬ ਹੋ ਜਾਏਗਾ। ਇਹ ਇੱਕ ਆਪਾਂ ਵੇ ਕਹਿ ਲੈਂਦੇ ਆ ਕਿ ਉਸ ਪਾਸੇ ਨੂੰ ਸੋਚਿਆ ਜਾ ਰਿਹਾ ਆ। ਜੇ ਆਪਾਂ ਪਹਿਲਾਂ ਕਾਲਰ ਆ ਗਿਆ, ਫਿਰ ਆਪਾਂ ਇਸ ਡਿਸਕਸ਼ਨ ਜਿਹੜੀ ਹੋ ਜਾਣੀ। ਸਵਾਗਤ ਹੈ ਜੀ ਤੁਹਾਡਾ ਨਵਰੰਗ ਟੀਵੀ ਤੇ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹੈਲੋ, ਹਾਂਜੀ, ਕੌਣ ਬੋਲ ਰਿਹਾ ਜੀ? ਦੇਖੋ, ਮੈਂ ਜੀਐਸ ਭਿੰਡਰ ਬੋਲ ਰਿਹਾ ਜੀ, ਰਿਟਾਇਰਡ ਸੀਨੀਅਰ ਮੈਡੀਕਲ ਲੈਬੋਰੇਟੋਰਿਸਟ, ਸਿਵਲ ਸਰਜਨ ਆਫਿਸ ਜਲੰਧਰ। ਵੈਰੀ ਗੁੱਡ, ਵੈਰੀ ਗੁੱਡ ਜੀ, ਸਵਾਗਤ ਹੈ ਜੀ ਤੁਹਾਡਾ। ਦੇਖੋ, 39 ਈਅਰ ਮੇਰਾ ਐਕਸਪੀਰੀਅੰਸ ਹੈ ਹੈਲਥ ਸਰਵਿਸ ਦੇ ਵਿੱਚ, ਤੇ ਮੈਂ ਇਹਨਾਂ ਇਦਾਂ ਦੇ ਕੇਸਾਂ ਦੇ ਵਿੱਚ ਕੋਈ ਪਹਿਲੀ ਵਾਰੀ ਨਹੀਂ ਹੈਗਾ ਕਿ ਜਿਹੜਾ ਕਰੋਨਾ ਆ, ਇਦਾਂ ਦੇ ਬਹੁਤ ਐਪੀਡੈਮਿਕਸ ਅੱਗੇ ਵੀ ਚੱਲਦੀਆਂ ਆਉਂਦੀਆਂ ਰਹਿੰਦੀਆਂ ਹੈਗੀਆਂ। ਤੇ ਜਿਹਦੇ ਵਿੱਚ ਇੱਕ ਚੀਜ਼ ਹੈ ਕਿ ਇਹ ਇੱਕ ਨਵੀਂ ਚੀਜ਼ ਹੈ ਤੇ ਲੋਕਾਂ ਲਈ ਇੱਕ ਇਹਨੂੰ ਅੰਡਰਸਟੈਂਡ ਕਰਨ ਤੇ ਥੋੜਾ ਜਿਹਾ ਨਾ ਟਾਈਮ ਲੱਗ ਰਿਹਾ। ਪਬਲਿਕ ਨੂੰ ਸਮਝ ਨਹੀਂ ਆ ਰਹੀ, ਮਤਲਬ ਉਹਦੀ ਸਿਸਟਮ ਕੀ ਹੈ, ਸਮਝ ਨਹੀਂ ਆ ਰਹੀ। ਤੇ ਇਹਦੇ ਵਿੱਚ ਮੈਂ ਇੱਕ ਚੀਜ਼ ਕਹੂੰਗਾ ਕਿ ਚਲੋ ਪ੍ਰਸ਼ਾਸਨ ਤੇ ਕਰ ਰਹੇ ਨੇ, ਠੀਕ ਹੈ, ਪਰ ਲੋਕ ਅਜੇ ਪੂਰੇ ਨਾ ਇਹ ਮਾਮਲੇ 'ਚ ਅਵੇਅਰ ਨਹੀਂ ਹੈ। ਅਜੇ ਸਟਿਲ ਇਹਦਾ ਇੱਕੋ ਇੱਕ ਹੈ ਕਿ ਆਈਸੋਲੇਸ਼ਨ। ਬਿਲਕੁਲ। ਤੇ ਲੋਕ ਆਈਸੋਲੇਸ਼ਨ ਬਣਾ ਨਹੀਂ ਰਹੇ। ਅਸੀਂ ਵੀ ਜਦ ਸਾਨੂੰ ਛੋਟੇ ਮੋਟੇ ਕੰਮ ਵਾਸਤੇ ਕਿਤੇ ਬਾਹਰ ਨਿਕਲਣਾ ਪੈਂਦਾ, ਅਸੀਂ ਦੇਖਦੇ ਹਾਂ ਕਿ ਪੁਲਿਸ ਦੀ ਗੱਡੀ ਨਿਕਲੀ ਤੇ ਚਲੀ ਗਈ ਤੇ ਮਗਰ ਫੇਰ ਲੋਕ ਇਕੱਠੇ ਹੋ ਗਏ, ਇੱਕ ਗਰੁੱਪ ਬਣਾ ਕੇ ਜੀ। ਉਹ ਲੋਕ ਇਹ ਚੀਜ਼ ਨੂੰ ਕਹਿੰਦੇ ਵੀ ਸਾਨੂੰ ਦਬਾਇਆ ਜਾ ਰਿਹਾ ਜੀ। ਮਤਲਬ ਇਹ ਨਹੀਂ ਹੈਗਾ ਕਿ ਇਹ ਸਾਡੀ ਜੌਬ ਬਣਦੀ ਹੈ ਵੀ ਇਹ ਅਸੀਂ ਆਈਸੋਲੇਸ਼ਨ ਕਰਨੀ ਹੈ। ਔਰ ਇਹਦੇ ਵਾਸਤੇ ਮੈਂ ਇੱਕ ਚੀਜ਼ ਕਹੂੰਗਾ ਕਿ ਸਿਰਫ ਪ੍ਰਸ਼ਾਸਨ ਹੀ ਜਿਹੜਾ ਹੈਗਾ, ਇੱਕ ਐਸਡੀਐਮ ਸਾਹਿਬ ਸ਼ਹਿਰ ਦੇ ਵਿੱਚ ਇੱਕ ਨੇ, ਉਹ ਤਾਂ ਕੇਸ ਨੂੰ ਉਹਨਾਂ ਨੇ ਆਰਡਰ ਕਰਨੇ ਜੋ ਵੀ ਹੈ ਇੰਪਲੀਮੈਂਟੇਸ਼ਨ ਵਾਸਤੇ ਕੋਈ ਵੀ ਹੈ। ਪੁਲਿਸ ਜਿਹੜੀ ਹੈ ਲਿਮਿਟਡ ਹੈਗੀ ਹੈ, ਹਰ ਘਰ ਦੇ ਅੱਗੇ ਜਾ ਕੇ ਪੁਲਿਸ ਖਲੋ ਨਹੀਂ ਸਕਦੀ ਡੰਡੇ ਦੇ ਨਾਲ ਜਿਹੜੀ ਹੈ। ਬਿਲਕੁਲ ਜੀ। ਤੇ ਮੈਂ ਕੀ ਕਹੂੰਗਾ ਕਿ ਐਨਜੀਓ ਇਨਵੋਲਵ ਇਹਦੇ ਵਿੱਚ ਹੋਣੇ ਚਾਹੀਦੇ ਆ। ਹਾਂ, ਬਿਲਕੁਲ ਸਹੀ ਗੱਲ ਹੈ ਜੀ। ਲੋਕਾਂ ਨੂੰ ਕਰਨ ਵਾਸਤੇ ਕਿ ਜਿਵੇਂ ਸਾਡੇ ਐਮਸੀ ਸਾਹਿਬਾਨ ਹੈਗੇ ਨੇ, ਜਦ ਇਲੈਕਸ਼ਨ ਹੁੰਦੀ ਹੈ ਫਿਰ ਤਾਂ ਇਹ ਹਰ ਗਲੀ ਦੇ ਵਿੱਚ ਹਰ ਘਰ ਦੇ ਅੱਗੇ ਇਹ ਜਾਂਦੇ ਆ, ਕੁੰਡਾ ਖੜਕਾਉਂਦੇ ਆ, ਇੱਕ ਪਾਰਟੀ ਲੰਘ ਗਈ ਮਗਰ ਦੂਜੀ ਪਾਰਟੀ ਆ ਗਈ। ਤੇ ਮੈਂ ਕਹੂੰਗਾ ਕਿ ਇਦਾਂ ਦੇ ਕੰਮ ਦੇ ਵਿੱਚ ਇਹਨਾਂ ਨੂੰ ਐਮਸੀ ਸਾਹਿਬਾਨ ਨੂੰ, ਐਨਜੀਓ ਸਾਹਿਬਾਨ ਨੂੰ, ਪੋਲੀਟੀਕਲ ਪਾਰਟੀ ਦੇ ਜਿਹੜੇ ਨੁਮਾਇੰਦੇ ਹੈਗੇ ਨੇ, ਇਹਨਾਂ ਨੂੰ ਅੱਗੇ ਹੋਣਾ ਚਾਹੀਦਾ ਆ। ਇਹ ਆਪੋ ਆਪਣੇ ਮਹੱਲੇ ਅਡਾਪਟ ਕਰ ਲੈਣ ਜੀ। ਇੱਕ ਐਮਸੀ ਜਿਹੜਾ ਆ, ਚਾਹੇ ਉਹ ਐਕਸ ਹੈਗਾ ਚਾਹੇ ਮੌਜੂਦਾ ਆ, ਉਹ ਆਪਣੇ ਮਹੱਲੇ ਨੂੰ ਅਡਾਪਟ ਕਰ ਲੇ ਔਰ ਉਹਦੇ ਵਿੱਚ ਆਪਣੇ ਗਾਂ ਕੁਝ ਨੌਜਵਾਨਾਂ ਦੀਆਂ ਬਣਾ ਕੇ ਡਿਊਟੀਆਂ ਤੇ ਉਹ ਮਹੱਲਿਆਂ ਦੇ ਵਿੱਚ ਘੁੰਮਣ। ਜੇ ਕੋਈ ਬਾਹਰ ਘੁੰਮ ਰਹੇ ਨੇ, ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਹੈ ਮਾਮਲੇ ਦੇ ਸਮਝਾਉਣ ਤੇ ਕਰਨ, ਐਜੂਕੇਟ ਕਰਨ ਉਹਨਾਂ ਨੂੰ। ਆਪਾਂ ਦੇਖਿਆ ਹੋਵੇਗਾ ਕਿ ਪਿੱਛੇ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਲੇਡੀ ਜਿਹੜੀਆਂ ਸਵੇਰੇ ਸੈਰ ਤੇ ਨਿਕਲੀਆਂ ਸੀ ਤੇ ਉਹਨਾਂ ਨੇ 25-30 ਲੇਡੀ ਜਿਹੜੀਆਂ ਅਰੈਸਟ ਕਰ ਲਈਆਂ ਪੁਲਿਸ ਨੇ। ਇੱਥੇ ਵੀ ਜਦ ਸ਼ਾਮਾਂ ਦਾ ਟਾਈਮ ਹੋ ਜਾਂਦਾ ਹੈ ਤੇ ਗਰੁੱਪ ਬਣ ਕੇ ਮਹੱਲਿਆਂ ਦੇ ਵਿੱਚ ਸੈਰ ਹੋ ਰਹੀ ਹੈ। ਮੋਸਟਲੀ ਆਪਾਂ ਦੇਖਦੇ ਹਾਂ ਵੀ, ਚਲੋ ਮੈਂ ਕਿਸੇ ਮਹੱਲੇ ਦਾ ਨਾਂ ਤੇ ਨਹੀਂ ਲਵਾਂਗਾ,
ਪਰ ਜੇ ਪੁਲਿਸ ਥਾਵਾਂ ਨੂੰ ਘੁੰਮ ਕੇ ਪ੍ਰਸ਼ਾਸਨ ਜਿਹੜੀ ਆ ਦੇਖ ਲਵੇ ਕੁਝ ਥਾਵਾਂ ਦੇ ਉੱਤੇ ਤਾਂ ਗਰੁੱਪ ਬਣੇ ਹੁੰਦੇ ਨੇ, ਕੁਝ ਬੰਦਿਆਂ ਨੇ ਮਾਸਕ ਵੀ ਨਹੀਂ ਲਾਏ ਹੁੰਦੇ ਨਹੀਂ ਲਾਉਂਦੇ ਜੀ। ਤੇ ਡਿਸਟੈਂਸ ਵੀ ਨਹੀਂ ਬਣਾਈ ਹੁੰਦੀ। ਹੂੰ ਇਹ ਚੀਜ਼ ਤੋਂ ਸਾਨੂੰ ਆਪ ਅੱਗੇ ਆਉਣਾ ਪਊਗਾ ਕਿ ਆਪਾਂ ਇੱਕ ਚੀਜ਼ ਤਾਂ ਸਾਰੇ ਜਾਣਦੇ ਆ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਬਿਲਕੁਲ ਜੀ। ਇਲਾਜ ਨਾਲੋਂ ਪਰਹੇਜ਼ ਜਿਹੜਾ ਪਰਹੇਜ਼ ਚੰਗਾ ਚੰਗਾ। ਹੈ। ਤੇ ਇਹ ਚੀਜ਼ ਨੂੰ ਰੱਖ ਕੇ ਆਪਾਂ ਸਰਕਲ ਨੂੰ ਤੋੜਨਾ, ਸਰਕਲ ਟੁੱਟ ਜਾਵੇ ਤੇ ਆਪਣਾ ਜਿਹੜਾ ਕੰਮ ਆ ਉਹ ਠੀਕ ਆ ਜਾਂਦਾ ਜੀ। ਬਿਲਕੁਲ ਜੀ। ਫਿਰ ਜਦ ਕੋਈ ਪ੍ਰੋਬਲਮ ਖੜੀ ਹੋ ਜਾਂਦੀ ਹੈ ਤੇ ਫਿਰ ਅਸੀਂ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਬਣਾ ਦਿੰਦੇ ਆ ਜੀ। ਬਿਲਕੁਲ ਜਿਹੜੀ ਮੇਨ ਚੀਜ਼ ਹੈਗੀ ਹੈ ਕਿਉਂਕਿ ਮੈਂ ਇਹੀ ਕਹੂੰਗਾ ਕਿ ਜਿਹੜੇ ਐਨਜੀਓ ਨੇ, ਜਿਹੜੇ ਐਮਸੀ ਜ਼ਬਾਨ ਨੇ, ਉਹ ਅੱਗੇ ਆਉਣ ਇਹ ਮਾਮਲੇ ਦੇ ਵਿੱਚ, ਅੰਦਰਾਂ 'ਚ ਨਾ ਵੜਨ, ਉਹ ਦਲੇਰ ਹੋ ਕੇ ਨਿਕਲਣ, ਆਪਣੀ ਸੇਫਟੀ ਲੈ ਕੇ ਪੂਰੀ ਤੇ ਪਬਲਿਕ ਦੇ ਵਿੱਚ ਹੁਣ ਆਪਣੇ ਇਮੇਜ ਨੂੰ ਬਣਾਉਣ। ਇੱਕ ਮੁਹੱਲੇ ਦੇ ਵਿੱਚ ਸਾਂਝੇ ਤੌਰ ਤੇ ਉਸ ਵਾਰਡ ਦੀ ਕਮੇਟੀ ਬਣਾਈ ਜਾ ਸਕਦੀ ਹੈ ਜਿਹਦੇ ਵਿੱਚ ਜਿਹੜੇ ਵੀ ਉੱਥੇ ਕੈਂਡੀਡੇਟ ਬਣਨਾ ਚਾਹੁੰਦੇ ਜਾਂ 5-7 ਜਿਹੜੇ 2-3 4 ਜਿਹੜੇ ਹੁੰਦੇ ਹੀ ਆ ਜੀ, ਉਹਨਾਂ ਨੂੰ ਨਾਲ ਲੈ ਕੇ ਹੋਰ ਸੂਝਵਾਨ ਬੰਦੇ ਉੱਥੇ ਦੇ ਲੈ ਕੇ ਨਾਲ ਇੱਕ ਕਮੇਟੀ ਬਣਾ ਕੇ ਜਾਵੇ। ਜਿਹੜਾ ਕੋਈ ਬਾਹਰ ਨਿਕਲਦਾ ਆ, ਤੁਸੀਂ ਤੁਹਾਡੇ ਕਹਿਣ ਦਾ ਮਤਲਬ ਉਹਨੂੰ ਆਪਣੇ ਢੰਗ ਦੇ ਨਾਲ ਇੱਕ ਰਿਕੁਐਸਟ ਕੀਤੀ ਜਾਵੇ ਕਿ ਭਾਈ ਵੀਰਾ ਬਾਹਰ ਨਾ ਨਿਕਲ। ਬਿਲਕੁਲ 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 ਜੀ। ਔਰ ਲੋਕ ਇਸ ਚੀਜ਼ ਨੂੰ ਫਿਰ ਨਾ ਸਮਝ ਵੀ ਜਾਣਗੇ, ਥੋੜਾ ਹੋ ਜਾਊਗਾ। ਕੋਈ ਜੋ ਚੀਜ਼ ਵੇਖਣ ਜਾ ਰਹੀ ਹੈ ਕਿ ਸਿਰਫ ਪੁਲਿਸ ਹੀ ਹੈ, ਪਹਿਲਾਂ ਉਹਨੂੰ ਡੰਡਾ ਵੀ ਚੱਕਣਾ ਪਿਆ ਪੁਲਿਸ ਨੂੰ ਇਹ ਮਾਮਲੇ ਦੇ ਵਿੱਚ, ਤੇ ਪਬਲਿਕ ਜਿਹੜੀ ਹੈ ਉਲਟ ਇੱਕਦਮ ਹੋਏ ਜੇ ਮਾਮਲੇ 'ਚ ਹੋ ਜਾਂਦੀ ਹੈ। ਤੇ ਹੁਣ ਇਸ ਸਟੇਜ ਤੇ ਆ ਕੇ ਚਲੋ ਉਹ ਵਿਚਾਰੇ ਕਰ ਰਹੇ ਨੇ ਮਿਹਨਤ, ਪਰ ਸਹਿਯੋਗ ਜਿਹੜਾ ਮੈਂ ਕਹੂੰਗਾ ਪਬਲਿਕ ਦਾ ਬਹੁਤ ਘੱਟ ਹੈਗਾ। ਬਿਲਕੁਲ ਬਿਲਕੁਲ ਜੀ। ਇਹ ਹੋਣਾ ਚਾਹੀਦਾ ਹੈ। ਠੀਕ ਹੈ ਜੀ, ਧੰਨਵਾਦ ਜੀ ਲੋਕਾਂ। ਹਾਂਜੀ ਧੰਨਵਾਦ ਜੀ ਕਾਲ ਕਰਨ ਲਈ। ਬਹੁਤ ਅੱਛਾ ਜਿਹੜਾ ਹੈ ਤੁਸੀਂ ਸੁਝਾਅ ਦਿੱਤਾ ਕਿ ਕਿਸ ਤਰੀਕੇ ਨਾਲ ਮਹੱਲੇ ਦੇ ਵਿੱਚ ਜਿਹੜੇ ਉੱਥੇ ਦੇ ਮੋਹਤਵਰ ਬੰਦੇ ਆ ਉਹ ਨਾਲ ਰਲ ਕੇ ਇੱਕ ਕਮੇਟੀ ਬਣਾ ਕੇ ਉਹਨਾਂ ਨੂੰ ਜਿਹੜਾ ਆਪਣੇ ਮੁਹੱਲੇ ਨੂੰ ਆਪ ਸੁਧਾਰ ਸਕਦੇ ਆ, ਲੋਕਾਂ ਨੂੰ ਆਪ ਸਮਝਾ ਸਕਦੇ ਆ, ਉਹਨਾਂ ਨੂੰ ਬਿਹਤਰ ਕੋਈ ਨਹੀਂ ਸਮਝਾ ਸਕਦਾ। ਧੰਨਵਾਦ ਭਾਜੀ। ਇੱਥੇ ਕਮੇਟੀਆਂ ਤਾਂ ਪਹਿਲਾਂ ਹੀ ਬਹੁਤ ਹੈਗੀਆਂ ਨੇ ਜੀ, ਇੰਨੀਆਂ ਪੋਲੀਟੀਕਲ ਪਾਰਟੀਆਂ ਨੇ, ਇੰਨੇ ਦਲ ਬਣੇ ਹੋਏ ਨੇ, ਮੈਂ ਨਾਂ ਨਹੀਂ ਲਵਾਂਗਾ ਦਲਾਂ ਦੇ, ਇੰਨੇ ਦਲ ਬਣੇ ਹੋਏ ਨੇ ਇੱਥੇ। ਇੱਕ ਲੋੜ ਪਵੇ ਮਾੜੀ ਜੀ ਵੀ ਫਲਾਣੀ ਜਗ੍ਹਾ ਤੇ ਆ ਜਾਓ, 500 ਬੰਦਾ ਉਸੇ ਮਿੰਟ 'ਚ ਇਕੱਠਾ ਹੋ ਜਾਂਦਾ ਹੈ, ਇੱਕ ਬੰਦਾ ਫੋਨ ਕਰਦਾ ਹੈ। ਔਰ ਇਹਨਾਂ ਕੰਮਾਂ ਲਈ ਅਗਲੇ ਕਿਉਂ ਨਹੀਂ ਅੱਗੇ ਆਉਂਦੇ ਪਏ ਹੈਗੇ ਜੀ ਲੋਕ ਜਿਹੜੇ ਨੇ ਹੁਣ। ਹਾਂਜੀ ਬਿਲਕੁਲ, ਮੈਂ ਉਹੀ ਕਹਿੰਦਾ ਕਿ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਜੇ 2 ਕੈਂਡੀਡੇਟ ਆ ਉੱਥੇ, ਭਾਵੇਂ ਦੋਨੇ ਪਾਰਟੀਆਂ ਅਲੱਗ-ਅਲੱਗ ਨੇ, ਲੇਕਿਨ ਸਾਂਝੇ ਇਸ ਦੇ ਉੱਤੇ ਜਿਹੜੇ ਯਤਨ ਕਰਨੇ ਚਾਹੀਦੇ ਆ। ਇੱਕ ਚੀਜ਼ ਮੈਂ ਹੋਰ ਕਹੂੰਗਾ ਜੀ, ਚਲੋ ਸੇਵਾ ਕਰਨੀ ਚੰਗੀ ਗੱਲ ਹੈ, ਪਰ ਜਿਹੜਾ ਲੰਗਰ ਦਾ ਮਾਮਲਾ ਵਰਤਾਇਆ ਜਾ ਰਿਹਾ ਉਹਦੇ ਵਿੱਚ ਵੀ ਅਸੀਂ ਵੀਡੀਓ ਹਰ ਬੰਦਾ ਕਰਕੇ ਆਪਣੀ ਪਾਉਂਦਾ, ਉਹਦੇ ਵਿੱਚ ਵੀ ਆਈਸੋਲੇਸ਼ਨ ਨਜ਼ਰ ਨਹੀਂ ਆਉਂਦੀ ਹੈਗੀ, ਰਿਸਕ ਜ਼ਿਆਦਾ ਵੱਧ ਜਾਂਦਾ, ਰੱਤ ਪੈ ਜਾਂਦੇ ਆ ਜੀ। ਉਹ ਵੀ ਸਿਸਟਮ ਜਿਹੜਾ ਉਹਦੇ ਵਿੱਚ ਵੀ ਇੰਪਰੂਵ ਦੀ ਲੋੜ ਹੈਗੀ ਆ ਆਪਾਂ। ਹਾਂਜੀ ਬਿਲਕੁਲ ਜੀ। ਇਹਦਾ ਜਲੰਧਰ ਤੋਂ ਕੇਸ ਜਿਹੜੇ ਸ਼ੁਰੂ ਹੋਏ ਆ ਉਹ ਵੀ ਕਿਤੇ ਨਾ ਕਿਤੇ ਲੰਗਰ ਤੋਂ ਹੀ ਸ਼ੁਰੂ ਹੋਏ ਆ। ਮੋਹਾਲੀ ਦੇ ਜਿਹੜਾ ਜਵਾਹਰਪੁਰ ਪਿੰਡ ਸੀ ਉੱਥੋਂ ਵੀ ਇਹ 37 ਪੇਸ਼ੈਂਟ ਨਿਕਲੇ ਸੀ ਇੱਕ ਪਿੰਡ ਦੇ ਵਿੱਚੋਂ, ਤਾਂ ਉਹ ਵੀ ਲੰਗਰ ਤੋਂ ਹੀ ਨਿਕਲੇ ਸੀ। ਦੇਖੋ ਜਿਹੜੇ ਸਾਡੇ ਭਾਈ ਸਾਹਿਬਾਨ ਇਹ ਸੇਵਾ ਕਰ ਰਹੇ ਨੇ, ਅਸੀਂ ਉਹਨਾਂ ਦਾ ਬਹੁਤ ਥੈਂਕਫੁਲ ਹੈਗੇ ਆ ਕਿ ਬਹੁਤ ਵਧੀਆ ਕੰਮ ਕਰ ਰਹੇ ਨੇ, ਪਰ ਉਹ ਜ਼ਿਆਦਾ ਮਤਲਬ ਨਾ ਆਪਣੇ ਆਪ ਨੂੰ ਉਹਦੇ ਨਾਲੋਂ ਹਾਈਲਾਈਟ ਕਰਨ ਨਾਲੋਂ ਇੱਕ ਸਿਸਟਮ ਨੂੰ ਬਣਾਉਣ, ਡੂ ਗੁੱਡ ਐਂਡ ਫॉरਗੇਟ ਦੀ ਜਿਹੜੀ ਪਾਲਿਸੀ ਉਹਦੇ ਉੱਤੇ ਆ ਜਾਣ। ਉਹਦੀ ਆਪਾਂ ਨੂੰ ਜੇ ਕੰਮ ਕਰਨਾ ਤੇ ਫੋਟੋ ਦੀ ਲੋੜ ਨਹੀਂ ਕੀ ਹੈਗੀ, ਆਪਾਂ ਨੂੰ ਇੱਕ ਸਿਸਟਮ ਬਣਾਵੇ, ਕੁਛ ਰਸ ਨਾ ਕੁਛ। ਬਿਲਕੁਲ ਰਸ ਪੈਂਦਾ ਪਿਆ ਆ, ਮਾਸਕਾਂ ਵੀ ਨਹੀਂ ਲਾਈਆਂ ਹੋਈਆਂ, ਉਹ ਮਾਈ ਹੁੰਦੀ ਹੈ, ਤੁਸੀਂ ਵੀ ਦੇਖਿਆ ਹੋਵੇਗਾ ਵੀਡੀਓ, ਸਾਰੀ ਜਨਤਾ ਹੀ ਦੇਖਦੀ ਪਈ। ਹਾਂਜੀ ਹਾਂਜੀ ਬਿਲਕੁਲ ਦੇਖਦੇ ਜੀ। ਏਦਾਂ ਦੇ ਪ੍ਰੀਕਾਸ਼ਨ ਦੀ ਜਿਹੜੀ ਮਤਲਬ ਜ਼ਰੂਰਤ ਹੈਗੀ ਹੈ। ਬਾਕੀ ਇੱਕ ਚੀਜ਼ ਮੈਂ ਹੋਰ ਕਹੂੰਗਾ ਕਿ ਦੇਖੋ ਇਹ ਜਿਹੜੇ ਆਪਣੇ ਸਾਡੇ ਸਿਕਿਉਰਿਟੀ ਪਰਸਨਲ ਹੈਗੇ ਨੇ ਜਾਂ ਹੋਰ ਵੀ ਬਾਹਰ ਘੁੰਮਣ ਵਾਲੇ ਸਾਡੇ ਜਿਹੜੇ ਪੱਤਰਕਾਰ ਸਾਥੀ ਨੇ, ਉਹ ਵੀ ਬਰਾਬਰ ਦੇ ਘੁੰਮ ਰਹੇ ਨੇ, ਬਹੁਤ ਜ਼ਿਆਦਾ ਮਿਹਨਤ ਕਰ ਰਹੇ ਨੇ। ਤੇ ਇਹ ਕੀ ਕਰ ਰਹੇ ਨੇ ਕਿ ਜਦ ਸੈਨੀਟਾਈਜ਼ਰ ਹੁੰਦਾ ਹਰ ਇੱਕ ਦੀ ਜੇਬ ਦੇ ਵਿੱਚ, ਘੁੰਮਦੇ ਫਿਰਦੇ ਆਪਣੇ ਹੱਥ ਤੇ ਸੈਨੀਟਾਈਜ਼ਰ ਪਾ ਲੈਂਦੇ ਨੇ, ਉਹਨੂੰ ਸਾਫ਼ ਕਰ ਲੈਂਦੇ ਆ। ਉਸ ਤੋਂ ਇਲਾਵਾ ਇੱਕ ਸਮ ਟਾਈਮ ਜਦ ਵਾਇਰਸ ਜਿਹੜਾ ਹਵਾ ਚੋਂ ਆ ਕੇ ਥੱਲੇ ਗਿਰਦਾ ਹੈ, ਕੋਈ ਕਿਸੇ ਨੇ ਖੰਘਿਆ ਥੁੱਕਿਆ, ਜਿਹੜਾ ਜੀ ਉਹਨੇ ਹਾਰਡ ਸਰਫੇਸ ਦੇ ਉੱਤੇ, ਜ਼ਮੀਨ ਤੇ ਸੜਕ ਦੇ ਉੱਤੇ ਆਉਣਾ ਹੈ, ਤੇ ਹਾਰਡ ਸਰਫੇਸ ਦੇ ਉੱਤੇ ਇਹਦੀ ਜਿਹੜੀ ਹੈ ਲਾਈਫ ਹੈਗੀ ਹੈ। ਹਾਂਜੀ ਕਾਫੀ ਆਪਾਂ ਨੰਗੇ ਪੈਰੀ ਘੁੰਮ ਮਤਲਬ ਸੂਹ ਪਾਏ ਹੋਏ ਨੇ, ਘੁੰਮਦੇ ਪਏ ਆ ਤੇ ਉਦਾਂ ਹੀ ਆਪਣੇ ਘਰ ਨੂੰ ਚਲੇ ਜਾਂਦੇ ਆ। ਦੇਖੋ ਮੈਂ ਜਿਹੜਾ ਆਪਣੇ ਘਰ ਦਾ ਸਿਸਟਮ ਬਣਾਇਆ ਹੋਇਆ ਆ ਕਿ ਮੈਂ ਆਪਣੇ ਗੇਟ ਦੇ ਨਾਲ ਜੇ ਬਾਹਰ ਨਿਕਲਦੇ ਆ ਤੇ ਪਹਿਲੇ ਸੂਹ ਜਿਹੜੇ ਨੇ ਉੱਥੇ ਚੇਂਜ ਹੋ ਜਾਂਦੇ ਨੇ, ਔਰ ਸੋਡੀਅਮ ਹਾਈਪੋਕਲੋਰਾਈਡ ਜਿਹਨੂੰ ਸੈਨੀਟਾਈਜ਼ਰ ਆਪਾਂ ਸਪਰੇਅ ਕਰਦੇ ਆ ਨਾ ਬਾਜ਼ਾਰਾਂ ਦੇ ਵਿੱਚ, ਘਰਾਂ ਦੇ ਬੜੇ ਜਿਹੜੇ ਕਰ ਰਹੇ ਨੇ ਸੈਨੀਟਾਈਜ਼ ਹੋ ਰਿਹਾ ਜੀ, ਇਹ ਸੋਡੀਅਮ ਹਾਈਪੋਕਲੋਰਾਈਡ ਹੈਗਾ ਆ 1%। ਉਹਦਾ ਘੋਲ ਬਣਾ ਕੇ ਬੋਤਲ 'ਚ ਰੱਖਿਆ, ਜਦ ਮਾਰਨੇ ਆਪੇ ਸੂਹ ਦੇ ਥੱਲੇ ਬੰਨੇ ਪੈਰਾਂ ਦੇ ਉੱਤੇ ਇਹ ਸਪਰੇਅ ਮਾਰਨੀ ਬਹੁਤ ਜ਼ਰੂਰੀ ਆ। ਖਾਸ ਕਰਕੇ ਜਿਹੜੇ ਆਪਣੇ ਸਿਕਿਉਰਿਟੀ ਪਰਸਨਲ ਹੈਗੇ ਨੇ, ਪੱਤਰਕਾਰ ਸਾਥੀ ਹੈਗੇ ਨੇ, ਹੋਰ ਜਿਹੜੇ ਘੁੰਮਣ ਵਾਲੇ ਲੋਕ ਹੈਗੇ ਨੇ, ਇਹਨਾਂ ਨੂੰ ਫੀਲਡ 'ਚ ਜਦ ਘੁੰਮ ਕੇ ਜਦ ਆਪਣੇ ਕਿਸੇ ਦੇਸ਼ ਤੇ ਜਾਂਦੇ ਨੇ, ਉੱਥੇ ਉਹਨਾਂ ਨੂੰ ਕਰਕੇ ਉਹੀ ਬੂਟ ਉਹਨਾਂ ਨੇ ਪਾ ਕੇ ਅੰਦਰ ਚਲੇ ਜਾਣਾ ਆ, ਉਹੀ ਪਾ ਕੇ ਬਾਹਰ ਆਉਣਾ ਆ।
ਤੇ ਉਹ ਵੀ ਇੱਕ ਨਾ ਸੋਰਸ ਆਫ ਇਨਫੈਕਸ਼ਨ ਦਾ ਜਿਹੜਾ ਬਣਦਾ ਹੈ। ਬਿਲਕੁਲ ਜੀ। ਕਿਉਂਕਿ ਇਸ ਮਾਮਲੇ ਦੇ ਵਿੱਚ ਜਿੰਨੇ ਵੀ ਪ੍ਰਸ਼ਾਸਨ ਚ ਲਾਏ ਜਾਣ ਉਹ ਉਨੇ ਹੀ ਆਪਾਂ ਨੂੰ ਚਾਹੀਦੇ ਹੈਗੇ ਨੇ। ਹਰ ਬੰਦੇ ਨੂੰ ਚੀਜ਼ ਨੂੰ ਸਾਹਮਣੇ ਨਿਗਾਹ ਨਾਲ ਦੇਖ ਕੇ ਉਹ ਨੂੰ ਤੁਰਨਾ ਚਾਹੀਦਾ ਹੈ। ਬਹੁਤ ਅੱਛੇ ਵਿਚਾਰ ਆ ਜੀ ਤੁਹਾਡੇ, ਜਿਹੜੀਆਂ ਤੁਸੀਂ ਗੱਲਾਂ ਕਹੀਆਂ ਆ, ਸਾਨੂੰ ਆਸ ਆ ਕਿ ਸਾਡੇ ਦਰਸ਼ਕ ਆ ਜਿਹੜੇ ਇਹਨਾਂ ਤੇ ਪੂਰਾ ਉਤਰਨਗੇ ਤੇ ਜਿਹੜੇ ਲੀਡਰ ਸਾਹਿਬਾਨ ਵੀ ਆ ਜਾਂ MC ਸਾਹਿਬਾਨ ਆ ਉਹ ਚੀਜ਼ਾਂ ਦੇ ਉੱਤੇ ਖਿਆਲ ਕਰਦੇ ਕਰਦੇ ਕੁਛ ਨਾ ਕੁਛ ਆਪਣੇ ਏਰੀਆ ਵਿੱਚ ਇਹੋ ਜਿਹਾ ਕਰਨਗੇ ਕਿ ਪੁਲਿਸ ਨੂੰ ਨਾ ਕਹਿਣਾ ਪਵੇ, ਉਹ ਆਪਣੇ ਇਲਾਕੇ ਦੇ ਵਿੱਚ ਆਪਣੇ ਲੋਕਾਂ ਨੂੰ ਜਿਹੜਾ ਆ ਆਪ ਦੋ ਹੀ ਹੱਥ ਜੋੜ ਕੇ ਸਮਝਾਉਣ ਕਿ ਬਈ ਵੀਰੋ ਬਾਹਰ ਨਹੀਂ ਨਿਕਲਣਾ, ਢਾਣੀਆਂ ਬਣ ਕੇ ਨਹੀਂ ਖੜਨਾ, ਆਪਣੇ ਘਰਾਂ ਦੇ ਵਿੱਚ ਰਹੋ ਤੇ ਸੇਫ ਰਹਾਂਗੇ। ਕਿਉਂ ਜੀ ਬਹੁਤ ਅੱਛੀ ਜਿਹੜਾ ਇਹਨਾਂ ਨੇ ਇੱਕ ਗੱਲ ਜਿਹੜੀ ਉਹ ਕੀਤੀ ਆ। ਤੇ ਸਰ ਪਰ ਇਦਾਂ ਹੈ ਨਾ, ਜਿੱਦਾਂ ਹੁਣ ਅਸੀਂ ਜੇਕਰ ਪਿੰਡਾਂ ਦੀ ਗੱਲ ਕਰੀਏ, ਮੁਹੱਲਿਆਂ ਦੀ ਗੱਲ ਕਰੀਏ, ਪਾਰਟੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਉਹਨਾਂ ਦੀਆਂ ਵਿਰੋਧੀ ਪਾਰਟੀਆਂ ਵੀ ਹੈਗੀਆਂ। ਜਦੋਂ ਕੋਈ ਸਟੈਪ ਚੱਕਦੇ ਆ ਤਾਂ ਫਿਰ ਪਤਾ ਨਹੀਂ ਕਿਉਂ ਵਿਰੋਧ ਜਿਹੜਾ ਉੱਠਣ ਲੱਗ ਪੈਂਦਾ। ਇਹ ਜਿਹੜਾ ਸਮਾਂ ਹੈ ਇਹ ਸਿਰਫ ਤੇ ਸਿਰਫ ਇੱਕ ਏਕਾ ਕਰਨ ਦਾ ਸਮਾਂ ਹੈਗਾ। ਜੇਕਰ ਅਸੀਂ ਏਕਾ ਕਰਾਂਗੇ ਤਾਂ ਹੀ ਅਸੀਂ ਆਪਣਾ ਆਪ ਬਚਾਵਾਂਗੇ, ਆਪਣਾ ਆਲਾ ਦੁਆਲਾ ਜਿਹੜਾ ਬਚਾਵਾਂਗੇ। ਮਨਪ੍ਰੀਤ, ਇੱਕ ਪੰਜਾਬ ਪੁਲਿਸ ਵੱਲੋਂ ਜਿਹੜਾ ਆ ਅੱਜ ਬਹੁਤ ਵਧੀਆ ਕੰਮ ਇੱਕ ਕੀਤਾ ਜਾ ਰਿਹਾ, ਜਿਹੜਾ ਬਹਾਦਰ ਥਾਣੇਦਾਰ ਹਰਜੀਤ ਸਿੰਘ ਜਿਹਦੇ ਹੱਥ ਕੱਟਿਆ ਗਿਆ ਸੀ ਪਟਿਆਲਾ ਦੇ ਵਿਖੇ ਡਿਊਟੀ ਦੌਰਾਨ, ਉਹਨਾਂ ਦੇ ਲਈ ਪੰਜਾਬ ਪੁਲਿਸ ਵੱਲੋਂ ਉਹਨਾਂ ਦਾ ਹੌਸਲਾ ਵਧਾਉਣ ਲਈ ਤੇ ਬਾਕੀ ਜਿਹੜੇ ਜਵਾਨ ਆ ਫਰੰਟ ਤੇ ਕੰਮ ਕਰ ਉਹਨਾਂ ਦਾ ਹੌਸਲਾ ਵਧਾਉਣ ਲਈ ਅੱਜ ਹਰਜੀਤ ਸਿੰਘ ਦੇ ਨਾਮ ਦੀ ਨੇਮ ਪਲੇਟ ਆਪਣੀਆਂ ਐਡਰੈਸਸ ਦੇ ਉੱਪਰ ਲਗਾ ਕੇ ਜਿਹੜੀ ਆ ਉਹ ਡਿਊਟੀ ਦਿੱਤੀ ਜਾ ਰਹੀ ਆ। ਮੇਰੇ ਹਿਸਾਬ ਨਾਲ ਜਿਹੜਾ ਆ ਬਹੁਤ ਅੱਛਾ ਜਿਹੜਾ ਆ ਬਿਲਕੁਲ, ਕਿਉਂਕਿ ਉਹਨਾਂ ਦਾ ਹੌਸਲਾ ਵਧੂਗਾ, ਜਲਦੀ ਤੰਦਰੁਸਤ ਹੋਣਗੇ। ਨਾਲ ਦੀ ਨਾਲ ਜਿਹੜੇ ਬਾਕੀ ਅਫਸਰ ਹੈਗੇ ਉਹਨਾਂ ਦੇ ਨਾਲ ਦੇ ਬਾਕੀ ਜਿਹੜੇ ਉਹਨਾਂ ਦੇ ਸਹਿ ਕਰਮਚਾਰੀ ਹੈਗੇ ਉਹਨਾਂ ਦਾ ਵੀ ਜਿਹੜਾ ਥੋੜਾ ਹੌਸਲਾ ਵਧੂਗਾ ਹੋਰ ਵਧੀਆ ਕੰਮ ਕਰਨ ਦਾ, ਹੋਰ ਵਧੀਆ ਕੰਮ ਕਰਨਗੇ। ਤੇ ਮੈਂ ਜ਼ਰੂਰ ਚਾਹਾਂਗਾ ਕਿ ਜਿਹੜੀ ਇਹਦੇ ਸੰਬੰਧ ਵਿੱਚ ਕਲਿੱਪ ਆ ਤੇ ਉਹ ਸਾਡੇ ਦਰਸ਼ਕਾਂ ਨੂੰ ਉਹ ਦਿਖਾਇਆ ਜਾਵੇ ਜੀ। ਅੱਜ ਸਾਰੇ ਫਗਵਾੜੇ ਪੁਲਿਸ ਫੋਰਸ ਵੱਲੋਂ ਮੈਂ ਵੀ ਹਰਜੀਤ ਸਿੰਘ ਤੇ ਸਾਰਿਆਂ ਨੇ ਨੇਮ ਪਲੇਟ ਦੇ ਟੈਗ ਲਾਏ ਨੇ। ਇੱਕ ਬਹਾਦਰ ਪੁਲਿਸ ਅਫਸਰ ਜਿਹਦਾ ਹੱਥ ਕੱਟਿਆ ਗਿਆ, ਲੇਕਿਨ ਹੱਥ ਦੂਸਰੇ ਹੱਥ ਨਾਲ ਉਹਨੇ ਹੱਥ ਚੁੱਕਿਆ ਸੀ। ਇਸ ਕਰਕੇ ਮਾਨਯੋਗ DP ਸਾਹਿਬ, ਆਈ ਸਾਹਿਬ ਤੇ SSP ਸਾਹਿਬ ਦੀਆਂ ਦੋ ਹਦਾਇਤਾਂ ਸੀ, ਉਹਦੇ ਅਨੁਸਾਰ ਸਾਰੀ ਫੋਰਸ ਨੇ ਅੱਜ ਮੈਂ ਵੀ ਹਰਜੀਤ ਸਿੰਘ ਲਾ ਕੇ ਔਰ ਸਾਰਿਆਂ ਨੂੰ ਹਦਾਇਤ ਕੀਤੀ ਹੈ ਕਿ ਜਿੱਥੇ ਹੋ ਸਕਦਾ ਸੋਸ਼ਲ ਮੀਡੀਆ ਦੇ ਥਰੂ ਤੁਸੀਂ ਇਸ ਮੈਸੇਜ ਨੂੰ ਜ਼ਰੂਰ ਪਹੁੰਚਾਓ। ਉਹ ਥਾਣੇਦਾਰ ਹਰਜੀਤ ਸਿੰਘ ਨੇ ਜਜ਼ਬਾ ਇੰਜ ਵਿਖਾਇਆ, ਕੱਟਿਆ ਹੱਥ ਵੀ ਯਾਰੋ ਵੇਖੋ ਉਹਨੇ ਆਪ ਉਠਾਇਆ, ਦੂਣ ਸਵਾਇਆ ਕੀਤਾ ਮਨ ਜੱਗ ਤੇ ਸ਼ਾਨਾਂ ਨੂੰ, ਆਓ ਸ਼ਰਦਾ ਦੇ ਫੁੱਲ ਚੜਾਈਏ ਵੀਰ ਜਵਾਨਾਂ ਨੂੰ, ਆਓ ਸ਼ਰਦਾ ਦੇ ਫੁੱਲ ਚੜਾਈਏ ਵੀਰ ਜਵਾਨਾਂ ਨੂੰ, ਆਓ ਸ਼ਰਦਾ ਦੇ ਫੁੱਲ ਚੜਾਈਏ ਵੀਰ ਜਵਾਨਾਂ ਨੂੰ। ਜੈ ਹਿੰਦ। ਹਰਜੀਤ ਸਿੰਘ ਜੈ ਹਿੰਦ। ਪੰਜਾਬ ਪੁਲਿਸ ਦੇ ਮਹਿਕਮੇ ਜੈ ਹਿੰਦ। ਮਨਪ੍ਰੀਤ, ਦੇਖਿਆ ਤੁਸੀਂ ਕਿ ਕਿੱਦਾਂ ਆਪਣੇ ਸਾਥੀ ਦੀ ਜਿਹੜੀ ਆ ਹੌਸਲਾ ਅਫਜ਼ਾਈ ਜਿੱਥੇ ਉਹਦੀ ਆ ਤੇ ਨਾਲ ਜਿਹੜੇ ਫਰੰਟ ਲਾਈਨ ਦੇ ਉੱਤੇ ਕੰਮ ਕਰਦੇ ਨੇ ਮੁਲਾਜ਼ਮ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਜਿਹੜੀ ਆ ਉਹ ਇਦਾਂ ਦੀਆਂ ਚੀਜ਼ਾਂ ਦੇ ਨਾਲ ਹੁੰਦੀ ਆ। ਤੇ ਲੱਗਦਾ ਆ ਕਿ ਪੂਰੇ ਦਾ ਪੂਰਾ ਸਾਡਾ ਡਿਪਾਰਟਮੈਂਟ ਅੱਜ ਸਾਡੇ ਨਾਲ ਖੜਾ ਆ, ਉਸ ਪਰਸਨ ਨੂੰ ਇਹ ਲੱਗਦਾ ਆ। ਬਿਲਕੁਲ। ਤੇ ਸਾਡੇ ਨਾਲ ਕਾਲਰ ਜੁੜੇ ਆ। ਸਵਾਗਤ ਹੈ ਜੀ ਤੁਹਾਡਾ ਨਵਰੰਗ ਟੀਵੀ ਤੇ। ਹੈਲੋ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ ਮੈਡਮ, ਇੱਕ ਮੈਂ ਕੁਐਸਚਨ ਕਰਦਾ ਮੈਂ ਤੁਹਾਨੂੰ ਵੀ ਆਪਾਂ ਚਾਹੁੰਦੇ ਹਾਂ ਵੀ ਜਿੱਦਾਂ ਕੋਈ ਕਹਿੰਦੇ ਪਏ ਆ ਵੀ ਲੋਕ ਜੋੜ ਹੋਇਆ ਪਿਆ ਆਪਣਾ ਜੀ, ਤੇ ਮੈਡਮ ਮੈਂ ਪੜਿਆ ਨਾ ਇੱਕਦਮ ਜਿਹੜੀ ਮਤਲਬ ਰਾਜਵਾਲ ਮਤਲਬ ਐਸਪੀ ਸਾਹਿਬ ਨੂੰ ਕਹੋ ਵੀ ਮੋਤੀ ਬਿਹਾਰ ਮਤਲਬ ਬਿਹਾਰ ਰੱਖੋ, ਮੋਤੀ ਬਿਹਾਰ ਸਾਰਾ 2 ਵਜੇ ਤੋਂ ਬਾਅਦ ਬਿਹਾਰ ਸਾਰਾ ਖੁੱਲ੍ਹਾ ਹੁੰਦਾ ਵਾ। ਬਿਹਾਰ ਖੁੱਲ੍ਹਾ ਹੁੰਦਾ ਜੀ? ਮੋਤੀ ਬਾਜ਼ਾਰ ਹਾਂਜੀ 2 ਵਜੇ ਤੋਂ ਬਾਅਦ ਸਭ ਬਿਹਾਰ ਬਹੁਤ ਖੁੱਲ੍ਹਾ ਹੁੰਦਾ ਹੈ। ਲਓ ਜੀ, ਤੇ ਕਾਰਵਾਈ ਹੋ ਜਾਂਦੀ ਹੈ ਤੇ ਨਾਲ ਦੀ ਨਾਲ ਜਿਹੜਾ ਦੁਕਾਨਾਂ ਖੁੱਲੀਆਂ ਹੁੰਦੀਆਂ ਦਿੱਲੀਆਂ, ਇੱਧਰ ਕੋਈ ਕੁਛ ਨਹੀਂ ਘੁੰਮਦੀ ਵੇਚ ਸਕਦਾ। ਅੱਛਾ, ਅਸੀਂ ਕੋਸ਼ਿਸ਼ ਕਰਾਂਗੇ ਇੱਕ ਅੱਧੇ ਦਿਨ ਦੇ ਵਿੱਚ ਬਰਾੜ ਸਾਹਿਬ ਜਾਂ SP ਸਾਹਿਬ ਜਿਹੜੇ ਆ ਤੁਹਾਡੇ ਨਾਲ ਇੱਥੇ ਮੇਰਾ ਲਵਾ ਦੋ ਬਸ। ਉਸ ਤੋਂ ਬਾਅਦ ਸਾਰੇ ਇਹ ਤਾਂ ਹੀ ਇਹਨਾਂ ਨੇ ਸਭ ਲੋਕੀ ਸ਼ਰੇਆਮ ਸਮਾਨ ਲੈ ਰਹੇ ਤਾਂ 9:30 ਤੱਕ 10 ਵਜੇ ਤੱਕ ਬਿਹਾਰ ਖੁੱਲ੍ਹਾ ਹੁੰਦਾ ਜੀ। ਠੀਕ ਹੈ ਜੀ, ਜ਼ਰੂਰ ਜੀ। ਹਾਂਜੀ ਧੰਨਵਾਦ ਜੀ। ਸਰ, ਜਿੱਥੇ ਆਪਾਂ ਪਹਿਲਾਂ ਜਿੱਦਾਂ ਇਹਨਾਂ ਨੇ ਵੀ ਵਧੀਆ ਜਿਹੜਾ ਇੱਕ ਆਪਣਾ ਸੁਨੇਹਾ ਦਿੱਤਾ ਆ, ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਇਦਾਂ ਸ਼ਾਪਾਂ ਖੁੱਲੀਆਂ ਨੇ ਜਾਂ ਫਿਰ ਆਵਾਜਾਈ ਆਲੇ ਦੁਆਲੇ ਚੱਲ ਰਹੀ ਹੈ ਤਾਂ ਫਿਰ ਲਾਕਡਾਊਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਹੈ ਨਾ। ਇਹ ਬੰਦੇ ਉਹਨੇ
ਇਹ ਨਹੀਂ ਹੈਗਾ ਕਿ ਵੀ ਉਹ ਦੁਕਾਨਦਾਰਾਂ ਤੋਂ ਖਿੱਚਦੇ ਨੇ ਜਾਂ ਕੋਈ ਹੋਰ ਗੱਲ ਆ। ਅਸਲ ਦੇ ਵਿੱਚ ਜਿਹੜੀ ਗੱਲ ਹੈਗੀ ਆ, ਚਿੰਤਾ ਆ। ਇਹ ਆਪਣੇ ਪਰਿਵਾਰ ਦੀ, ਆਪਣੇ ਸਮਾਜ ਦੀ ਜਿਹੜੀ ਆ ਉਹ ਸੇਫਟੀ ਚਾਹੁੰਦੇ ਆ। ਜੇ ਕੁਝ ਗਲਤ ਹੋ ਰਿਹਾ ਤਾਂ ਤੁਸੀਂ ਅੱਗੇ ਆ ਕੇ ਜਦੋਂ ਦੱਸੋਗੇ ਤਾਂ ਹੀ ਜਿਹੜਾ ਆ ਪ੍ਰਸ਼ਾਸਨ ਦੀਆਂ ਕੋਈ ਆਪਣੀਆਂ ਅੱਖਾਂ ਨਹੀਂ ਹੁੰਦੀਆਂ, ਪ੍ਰਸ਼ਾਸਨ ਨੇ ਤੁਹਾਡੀਆਂ ਅੱਖਾਂ ਦੇ ਨਾਲ ਥੱਲੇ ਜੋ ਹੋ ਰਿਹਾ ਉਹ ਦੇਖਣਾ ਆ। ਤੇ ਉਹ ਜਦੋਂ ਤੁਸੀਂ ਦੇਖਣਾ ਆ, ਜੇ ਤੁਸੀਂ ਉਹਨਾਂ ਤੱਕ ਕੋਈ ਗੱਲ ਨਹੀਂ ਪਹੁੰਚਾਓਗੇ ਤਾਂ ਉਹਨਾਂ ਨੂੰ ਕਿੱਦਾਂ ਪਤਾ ਲੱਗੇਗਾ ਨਾ। ਜਦੋਂ ਕਿਤੇ ਵੀ ਆਪਣੀ ਗੱਡੀ ਆਉਂਦੀ ਆ ਪੁਲਿਸ ਦੀ ਜਾਂ ਮੋਟਰਸਾਈਕਲ ਆਉਂਦਾ ਆ, ਜੇ ਉਦੋਂ 5-10 ਮਿੰਟ ਲਈ ਲੋਕ ਅੰਦਰ ਚਲੇ ਗਏ ਤੇ ਬਾਅਦ ਵਿੱਚ ਫੇਰ ਬਾਹਰ ਆ ਗਏ, ਤੇ ਉਹਨੂੰ ਚੰਗੀ ਗੱਲ ਆ ਕਿ ਜੇ ਆਪਾਂ ਅੱਗੇ ਆ ਕੇ ਇਦਾਂ ਦੀਆਂ ਚੀਜ਼ਾਂ ਦੱਸੀਏ ਤਾਂ ਹੀ ਜਿਹੜਾ ਆ ਆਪਣੀ ਸਥਿਤੀ ਦੇ ਵਿੱਚ ਸੁਧਾਰ ਹੋਏਗਾ ਤੇ ਪ੍ਰੋਪਰ ਤੌਰ ਦੇ ਉੱਤੇ ਬੜੀ ਜਲਦੀ ਆਪਾਂ ਲੋਕਡਾਊਨ ਤੋਂ ਜਿਹੜੇ ਆ ਉਹ ਬਾਹਰ ਆਵਾਂਗੇ। ਸਰ ਜਿੱਥੇ ਜਦੋਂ ਗੱਲ ਕਰ ਰਹੇ ਕਿ ਪੁਲਿਸ ਆਉਂਦੀ ਹੈ, ਤੁਸੀਂ ਉਹਨਾਂ ਟਾਈਮ ਅੰਦਰ ਰਹਿੰਦੇ, ਮੁੜ ਕੇ ਫਿਰ ਅਸੀਂ ਬਾਹਰ ਆ ਜਾਂਦੇ ਹਾਂ, ਉੱਥੇ ਅਸੀਂ ਪ੍ਰਸ਼ਾਸਨ ਤੇ ਫਿਰ ਉਂਗਲ ਚੁੱਕਣ ਜੋਗੇ ਨਹੀਂ ਰਵਾਂਗੇ, ਕਿਉਂਕਿ ਉੱਥੇ ਗਲਤੀ ਸਾਡੀ ਆਪਣੀ ਆ। ਬਿਲਕੁਲ। ਜੇ ਸਾਨੂੰ ਇਹ ਲੱਗ ਰਿਹਾ ਕਿ ਉਹਨੇ ਟਾਈਮ ਦੇ ਲਈ ਅਸੀਂ ਅੰਦਰ ਠੀਕ ਆ, ਇਹ ਤੇ ਤੁਸੀਂ ਆਪਣਾ ਜਿਹੜਾ ਕੰਮ ਆਪ ਖਰਾਬ ਕਰ ਰਹੇ ਹੋ। ਜਿੱਥੇ ਆਪਾਂ ਹਰਜੀਤ ਸਿੰਘ ਹੁਣਾਂ ਦੀ ਗੱਲ ਕੀਤੀ ਹੈ ਕਿ ਜਿਹੜਾ ਅੱਜ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਦਾ ਨੇਮ ਦਾ ਜਿਹੜਾ ਲੋਗੋ ਲਾ ਕੇ ਉਹ ਘੁੰਮ ਰਿਹਾ ਆ, ਉੱਥੇ ਹੀ ਇੱਕ ਪ੍ਰਸ਼ਾਸਨ ਤੇ ਜਿਹੜੇ ਪੁਲਿਸ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਵੀ ਜਿਹੜੇ ਖੜੇ ਹੋਏ ਨੇ। ਮੇਬੀ ਤੁਸੀਂ ਵੀ ਖਬਰ ਸੁਣੀ ਹੋਣੀ ਹੈ ਕਿ ਗਵਾਲੀਅਰ ਤੋਂ ਜਿਹੜਾ ਟਰੱਕ ਦੇ ਵਿੱਚ 70 ਤੋਂ 80 ਜਾਣੇ ਪੰਜਾਬੀ ਆ ਜਿਹੜੇ ਉਹ ਟਰੱਕ ਦੇ ਰਾਹੀਂ ਜਿਹੜੇ ਬਠਿੰਡਾ ਪਹੁੰਚੇ ਨੇ। ਦੇਖੋ ਉੱਥੇ ਪ੍ਰਸ਼ਾਸਨ ਤੇ ਇਹ ਸਵਾਲ ਹੈ ਕਿ ਜਿੱਥੇ ਇੰਨੀ ਚੈਕਿੰਗ ਹੋ ਰਹੀ ਹੈ, ਲੋਕਡਾਊਨ ਦੇ ਵਿੱਚ ਥਾਂ ਨਾਕੇ ਲੱਗੇ ਹੋਏ ਨੇ, ਸਰਹੱਦਾਂ ਸੀਲ ਆ, ਤਾਂ ਉਹ ਇੱਥੇ ਤੱਕ ਕਿਵੇਂ ਪਹੁੰਚੇ ਆ? ਦੇਖੋ ਇਹਦਾ ਨਾ, ਦੇਖੋ ਕਿੰਨੇ ਇੱਕ ਪਾਸੇ ਤਾਂ ਜਿਹੜੇ ਸ਼ਰਧਾਲੂ ਜਿਹੜੇ ਸੀ ਉਹ ਹਜੂਰ ਸਾਹਿਬ ਵਿਖੇ ਜਾਂ ਹੋਰ ਜਗ੍ਹਾ ਤੇ ਜਿਹੜੇ ਫਸੇ ਹੋਏ ਆ ਹਨਾ, ਤੇ ਉਹਨਾਂ ਨੂੰ ਲਿਆਉਣ ਦੇ ਲਈ ਕਿੰਨੀਆਂ ਸਰਕਾਰ ਦੀਆਂ ਪਰਮਿਸ਼ਨਾਂ ਦੀ ਜ਼ਰੂਰਤ ਪਈ, ਬੱਸਾਂ ਭੇਜਣੀਆਂ ਪਈਆਂ, ਸਭ ਕੁਝ ਕਰਨਾ ਪਿਆ ਨਾ। ਤੇ ਇੱਕ ਪਾਸੇ ਜਿਨ੍ਹਾਂ ਨੇ ਆਉਣਾ ਆ, ਦੇਖੋ ਟਰੱਕ ਚੜ੍ਹ ਕੇ ਆ ਜਾਂਦੇ ਆ ਤੇ ਉਸ ਦੇ ਵਿੱਚ ਰਾਸਤੇ ਵਿੱਚ ਇੰਨੇ ਨਾਕੇ ਹੋਣਗੇ, ਇੰਨੀਆਂ ਸਰਕਾਰਾਂ ਪੈ ਜਾਂਦੀਆਂ ਆ, ਕਿੰਨੇ ਬਾਰਡਰ ਚੈੱਕ ਹੁੰਦੇ ਆ, ਤੇ ਲਿਆਉਣ ਵਾਲੇ ਨੂੰ ਵੀ ਕੋਈ ਚਿੰਤਾ ਨਹੀਂ ਤੇ ਆਉਣ ਵਾਲਿਆਂ ਨੂੰ ਵੀ ਕੋਈ ਚਿੰਤਾ ਨਹੀਂ। ਉਹਨਾਂ ਨੂੰ ਇਹ ਨਹੀਂ ਪਤਾ ਕਿ ਜੇ 60 70 80 ਜਿੰਨੇ ਬੰਦੇ ਵੀ ਸੀਗੇ ਉਹਨਾਂ ਵਿੱਚ ਇੱਕ ਬੰਦਾ ਵੀ ਜਿਹੜਾ ਆ ਉਹ ਇਨਫੈਕਟਡ ਹੁੰਦਾ ਇਸ ਵਾਇਰਸ ਦੇ ਨਾਲ, ਤਾਂ ਉਹ ਸਾਰਿਆਂ ਲਈ ਕਿੰਨੀ ਵੱਡੀ ਪ੍ਰੋਬਲਮ ਜਿਹੜੀ ਆ ਉਹਨੇ ਖੜੀ ਕਰ ਦੇਣੀ ਆ। ਤੇ ਹੁਣ ਉਹ ਆ ਕੇ ਉਹਨਾਂ ਨੂੰ ਫਿਰ ਜਿਹੜੇ ਆ 14 ਦਿਨ ਮਿਲਣ ਦਾ ਕੁਆਰੰਟਾਈਨ ਜਿਹੜਾ ਆ ਉਹ ਕੀਤਾ ਜਾਊਗਾ ਨਾ। ਜਦੋਂ ਜਿੱਦਾਂ ਉਹਨਾਂ ਨੂੰ ਬਠਿੰਡੇ ਜਿਹੜਾ ਰੋਕਿਆ ਗਿਆ ਪੁਲਿਸ ਪ੍ਰਸ਼ਾਸਨ, ਉੱਥੇ ਉਹਨਾਂ ਨੇ ਜਦੋਂ ਚੈਕਿੰਗ ਕੀਤੀ ਤਾਂ ਪਤਾ ਲੱਗਾ, ਤੇ ਜਦੋਂ ਉਹਨਾਂ ਦੇ ਨਾਲ ਜਿਹੜੇ ਵਿੱਚ ਮੌਜੂਦ ਸੀ ਵਿਅਕਤੀ, ਉਹਨਾਂ ਨਾਲ ਗੱਲਬਾਤ ਕੀਤੀ ਗਈ, ਉਹਨਾਂ ਦੇ ਵਿੱਚ ਜ਼ਿਆਦਾਤਰ ਉਹ ਸੀ ਜਿਹੜੇ ਕੰਬਾਈਨਾਂ ਲੈ ਕੇ ਉਧਰ ਫਸਲ ਦਾ ਜਿਹੜਾ ਸੀਜ਼ਨ ਸੀਗਾ ਨਾ ਉੱਥੇ ਗਏ ਹੋਏ ਸੀ, ਮਜ਼ਦੂਰ ਜਿਹੜੇ ਸੀਗੇ ਹਨਾ। ਤੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ, ਉਹਨਾਂ ਨੇ ਕਿਹਾ ਕਿ ਜਿਹੜਾ ਟਰੱਕ ਵਾਲਾ ਮੇਨ ਮਾਲਕ ਹੈਗਾ ਉਹਨੇ ਸਾਡੇ ਤੋਂ ਇੱਕ ਪਰਸਨ ਤੋਂ 2500 ਰੁਪਏ ਜਿਹੜਾ ਹੋ ਗਿਆ ਨਾ। ਹਾਂ, ਮੇਰੇ ਹਿਸਾਬ ਨਾਲ ਤਾਂ ਜੇ ਜਮਾਤ ਦੇ ਜਿਹੜੇ ਮੋਢੀ ਸੀ ਮੌਲਾਨਾ, ਜੇ ਉਹਨਾਂ ਤੇ 307 ਦਾ ਪਰਚਾ ਪੈ ਸਕਦਾ ਹੈ, ਤੇ ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ ਹੈ ਉਹਨਾਂ ਨੇ ਵੀ, ਜੇ ਇੱਕ ਬੰਦੇ ਨੂੰ ਵੀ ਕੋਈ ਇਦਾਂ ਦੀ ਪ੍ਰੋਬਲਮ ਹੁੰਦੀ ਤਾਂ ਉਹਨਾਂ ਦੇ ਉੱਤੇ ਵੀ ਇਦਾਂ ਦੀ ਸਖਤ FIR ਜਿਹੜੀ ਆ ਉਹ ਕਰਨੀ ਚਾਹੀਦੀ ਤਾਂ ਕਿ ਬਾਕੀਆਂ ਨੂੰ ਕੰਨ ਹੋ ਜਾਣ। ਜੀ, ਤੇ ਸਾਡੇ ਨਾਲ ਕਾਲਰ ਜੁੜੇ ਨੇ ਜੀ ਇਸ ਪ੍ਰੋਗਰਾਮ ਦੇ ਵਿੱਚ। ਸਵਾਗਤ ਹੈ ਜੀ ਤੁਹਾਡਾ ਨਵਰੰਗ ਟੀਵੀ ਤੇ। ਹਾਂਜੀ ਹਾਂਜੀ ਮੈਮ, ਥੈਂਕ ਯੂ ਜੀ। ਹਾਂਜੀ ਮੈਮ, ਮੇਰਾ ਨਾਮ ਹੈ ਹਿਤੇਸ਼ ਗੁਪਤਾ ਜੀ। ਜੀ ਗੁਪਤਾ ਜੀ। ਮੈਂ ਤੁਹਾਡਾ ਪ੍ਰੋਗਰਾਮ ਲਾਈਵ ਜਿਹੜਾ ਵਾ ਵਿਜ਼ਿਟ ਕਰ ਰਿਹਾ। ਤੇ ਮੈਮ ਮੈਂ ਮਤਲਬ ਦੱਸਣਾ ਚਾਹਨਾ, ਕਰੋਨਾ ਦੇ ਨਾਲ ਸਾਨੂੰ ਬੜੀ ਪਰੇਸ਼ਾਨੀ ਹੋ ਰਹੀ ਹੈ ਜੀ। ਕੀ ਕੰਮ ਕਰਦੇ ਹੋ ਤੁਸੀਂ? ਸਰ ਮੇਰਾ ਸਪਲੀਮੈਂਟ ਸਟੋਰ ਹੈ ਜੀ, ਬੰਗਾ ਰੋਡ ਤੇ। ਓਕੇ, ਠੀਕ ਹੈ ਜੀ। ਤੇ ਉਹਦੇ ਰਿਗਾਰਡਿੰਗ ਜਿੱਦਾਂ ਹੁਣ ਜਿਮ ਵਗੈਰਾ ਸਾਰੇ ਕਲੋਜ਼ ਨੇ, ਸਾਰੇ ਜਿਮ ਵਾਲੇ ਘਰ ਬੈਠੇ ਹੋਏ ਨੇ, ਮੈਂ ਸਟਾਕ ਵੀ ਨਹੀਂ ਕਿਤੋਂ ਕੋਈ ਆ ਰਿਹਾ ਹੈਗਾ, ਇਧਰੋਂ ਰੈਂਟ ਦੇ ਲਈ ਕਾਲ ਕਰ ਰਹੇ ਨੇ ਅਗਲੇ। ਬੜੀ ਪਰੇਸ਼ਾਨੀ ਦੇ ਵਿੱਚ ਅਸੀਂ ਜੂਝ ਰਹੇ ਹਾਂ ਜੀ। ਬਿਲਕੁਲ ਜੀ, ਗੱਲ ਤੁਹਾਡੀ ਉਹੀ ਗੱਲ ਆ ਜਾਂਦੀ ਕਿ ਜਿਹੜੀਆਂ ਮਿਡਲ ਕਲਾਸ ਲੋਕ ਨੇ ਜਿਨ੍ਹਾਂ ਦੇ ਉੱਤੇ ਖਰਚੇ ਪੈ ਰਹੇ ਆ ਤੇ ਲੇਕਿਨ ਅੱਗੇ ਇਨਕਮ ਜਿਹੜੀ ਆ ਉਹ ਬੰਦ ਹੋ ਗਈ ਆ, ਉਹੀ ਗੱਲ ਕਰ ਰਹੇ ਹੋ ਤੁਸੀਂ। ਜੀ ਸਰ। ਦੇਖੋ ਦੂਜੇ ਨੂੰ ਇਹਦੇ ਰਿਗਾਰਡਿੰਗ ਸਰ ਮੈਂ ਤੁਹਾਡੇ ਚੈਨਲ ਦੇ ਥਰੂ ਮਤਲਬ ਪ੍ਰਸ਼ਾਸਨ ਨੂੰ ਇੱਕ ਦਰਖਾਸਤ ਕਰਨਾ ਚਾਹੁੰਦਾ ਕਿ ਸਾਡੇ ਵਰਗੇ ਬੰਦਿਆਂ ਦੇ ਲਈ ਕੁਝ ਸੋਚਿਆ ਜਾਵੇ। ਐਕਚੁਅਲੀ ਜਿਹੜੇ ਖਰਚੇ ਹੈਗੇ ਨੇ ਉਹ ਮਤਲਬ ਮੈਨੇਜ ਕਰਨੇ ਬੜੇ ਡਿਫਿਕਲਟ ਹੋ ਰਹੇ ਨੇ। ਬਿਲਕੁਲ ਜੀ, ਇਹ ਜਿਹੜੀ ਤੁਹਾਡੇ ਕੋਲ ਪ੍ਰੋਡਕਟ ਅੰਦਰ ਪਏ ਆ ਉਹਨਾਂ ਦਾ ਤਾਂ ਨਹੀਂ ਕੁਝ ਇਦਾਂ ਦਾ ਹੁੰਦਾ ਕਿ ਬਈ ਡੇਟ ਆਉਣ ਤੇ ਖਤਮ ਹੋ ਜਾਣਗੇ ਜਾਂ ਉਹ ਖਰਾਬ ਹੋ ਸਕਦੇ ਆ? ਸਰ ਐਕਚੁਅਲੀ 20 to 30,000 ਦਾ ਸਟਾਕ ਤਾਂ ਜਿਹੜਾ ਐਕਸਪਾਇਰਡ ਹੋ ਗਿਆ ਮੇਰਾ ਹੁਣ। ਅੱਛਾ ਜੀ, ਉਹ ਆਪਣੇ ਆਪ ਵਿੱਚ ਬਹੁਤ ਵੱਡਾ ਨੁਕਸਾਨ ਆ। ਹਾਂਜੀ, ਉਹ ਬੜੀ ਮਤਲਬ ਡੇਟ ਉਹਦੀ ਬੜੀ ਛੋਟੀ ਜੀ ਹੁੰਦੀ, 90 ਡੇਜ਼ ਦੀ ਤਾਂ ਡੇਟ ਹੀ ਹੁੰਦੀ ਆ। 10 to 15 ਡੇਜ਼ ਜਿਹੜੇ ਹੈਗੇ ਉਹਦੇ ਲੰਘੇ ਹੋਏ ਆਉਂਦੇ ਹੈਗੇ ਆ, ਤੇ ਬਾਕੀ ਦੇ ਤੁਹਾਨੂੰ ਪਤਾ ਲਾਕਡਾਊਨ ਦੇ ਵਿੱਚ ਇੰਨਾ ਕੁ ਹੋ ਗਿਆ ਹੋਣਾ। ਇੰਨਾ ਹੋ ਗਿਆ ਹੋਣਾ, ਹਾਂਜੀ 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 ਜੀ। ਨਿਊ ਸਟਾਕ ਕੋਈ ਵੀ ਅਵੇਲੇਬਲ ਨਹੀਂ ਹੋ ਰਿਹਾ, ਡਿਮਾਂਡ ਥੋੜੀ ਬਹੁਤ ਜਨਰੇਟ ਹੋ ਰਹੀ ਆ, ਪਰ ਸਟਾਕ ਅਵੇਲੇਬਲ ਨਹੀਂ ਹੋ ਰਿਹਾ। ਦੇ ਸਕਦੇ ਨਹੀਂ ਅਸੀਂ, ਸ਼ਾਪ ਤਾਂ ਓਪਨ ਕਰ ਨਹੀਂ ਸਕਦੇ ਕਿਉਂਕਿ ਸਾਨੂੰ ਤਾਂ ਕੋਈ ਹੈ ਹੀ ਨਹੀਂ ਇਦਾਂ ਦਾ ਸ਼ਾਪ ਓਪਨ ਕਰਨੀ ਆ। ਬਿਲਕੁਲ ਜੀ, ਤੁਹਾਡੀ ਜਿਹੜੀ ਪ੍ਰੋਬਲਮ ਆ ਉਹ ਬੜੀ ਜੈਨੂਅਨ ਆ ਤੇ ਸਾਨੂੰ ਤੁਹਾਡੇ ਨਾਲ ਸਹਾਨੁਭੂਤੀ ਵੀ ਹੈਗੀ ਆ, ਲੇਕਿਨ ਉਹ ਗੱਲ ਉਹੀ ਆ ਜਾਂਦੀ ਹੈ ਕਿ ਹੁਣ ਗਵਰਨਮੈਂਟ ਇਹ ਕਹਿ ਰਹੀ ਹੈ ਕਿ ਜੇ ਜਾਣ ਆ ਤਾਂ ਵਪਾਰ ਹੈਗਾ ਅੱਗੇ ਜਾ ਕੇ, ਤੇ ਜੇ
ਅੱਜ ਹਰੇਕ ਚੀਜ਼ ਖੁੱਲ ਜਾਂਦੀ ਆ ਤਾਂ ਬਹੁਤ ਵੱਡੀ ਪ੍ਰੋਬਲਮ ਆ ਕਿ ਜੇ ਸਾਡੇ ਵਿੱਚ ਕੋਈ ਮਿਸਹੈਪਨਿੰਗ ਹੋ ਜਾਂਦੀ ਆ ਕਿਸੇ ਆਪਣੇ ਦੀ ਤਾਂ ਉਹ ਆਪਣੇ ਵਿੱਚ ਬਹੁਤ ਵੱਡਾ ਨੁਕਸਾਨ ਆ। ਲੇਕਿਨ ਜਿਹੜੀ ਤੁਹਾਡੀ ਗੱਲ ਆ ਕਿ ਜਿਹੜੇ ਇਦਾਂ ਦੇ ਪਰਸਨ ਹੈਗੇ ਆ ਕਿਤੇ ਨਾ ਕਿਤੇ ਗਵਰਨਮੈਂਟ ਜੇ ਅੱਗੇ ਆ ਕੇ ਜਿੱਦਾਂ ਬਾਹਰਲੀਆਂ ਕੰਟਰੀਜ਼ ਵਿੱਚ ਕਰਦੀ ਆ, ਜੇ ਸਪੋਰਟ ਕਰੇ ਇਦਾਂ ਦੇ ਬਿਜ਼ਨਸ ਨੂੰ, ਜਿਹੜੇ ਛੋਟੇ ਬਿਜ਼ਨਸ ਆ, ਤਾਂ ਉਹ ਕਿਤੇ ਨਾ ਕਿਤੇ ਸਰਵਾਈਵ ਕਰਕੇ ਖੜੇ ਹੋ ਸਕਦੇ ਆਪਣੇ ਪੈਰਾਂ ਦੇ ਉੱਤੇ। ਸਰ ਐਕਚੁਅਲੀ ਮਤਲਬ ਇਹ ਤਾਂ ਚਲੋ ਸਾਰਾ ਕੁਝ ਹੈਗਾ, ਜਿਹੜੀ EMIs ਵੀ ਹੈਗੀਆਂ ਵਾ ਉਹ ਵੀ ਮਤਲਬ ਰੈਗੂਲਰ ਇੰਟਰਵਲ ਤੇ ਡਿਟੈਕਟ ਹੋ ਰਹੀਆਂ, ਉਹਨਾਂ ਦੇ ਵਿੱਚ ਵੀ ਨਹੀਂ ਕੁਝ ਇਦਾਂ ਦਾ ਆ ਰਿਹਾ ਕਿ ਉਹ ਨਹੀਂ ਲੈ ਰਹੇ। ਹਾਂ ਨਹੀਂ, EMI ਇਦਾਂ ਆ ਕਿ ਤੁਸੀਂ ਉਹਦੇ ਵਿੱਚ ਉਹਨਾਂ ਨੇ ਕੋਈ ਰੂਲ ਬਣਾਇਆ ਆ, ਤੁਸੀਂ ਉਹ ਚੈੱਕ ਕਰ ਲਓ, ਆਪਣੇ ਬੈਂਕ ਦੇ ਨਾਲ ਗੱਲ ਕਰ ਲਓ, ਜਿਹੜਾ ਤੁਹਾਡਾ ਜਿਹਨੂੰ EMI ਜਾਂਦੀ ਆ, ਤੇ ਉਹ ਤੁਸੀਂ ਅਗਰ ਜਿੰਨੀ ਦੇਰ ਲੋਕਡਾਊਨ ਆ ਤੁਸੀਂ ਉਹਨੇ ਮਹੀਨਿਆਂ ਦੀ ਜਿਹੜੀ EMI ਆ ਤੁਸੀਂ ਸਸਪੈਂਡ ਕਰਾ ਸਕਦੇ ਹੋ। ਉਸ ਬਾਅਦ ਵਿੱਚ ਉਹ ਦੇਣੀ ਜ਼ਰੂਰ ਪਏਗੀ, ਲੇਕਿਨ ਉਹਨੇ ਤੁਸੀਂ ਲੇਟ ਕਰਵਾ ਸਕਦੇ ਹੋ, ਉਹ ਤੁਹਾਨੂੰ ਕੋਈ ਫਾਈਨ ਨਹੀਂ ਪੜੇਗਾ। ਕਰਵਾਈਏ ਤੇ ਪਰ ਮੈਨੂੰ ਫਾਈਨ ਪਿਆ ਉਹਦੇ ਤੇ ਨਹੀਂ, ਬਟ ਉਹ ਫਾਈਨ ਨਹੀਂ ਪਏਗਾ। ਕੱਲ ਵੀ ਮੋਦੀ ਸਾਹਿਬ ਨੇ ਜਿਹੜਾ ਆ ਮਨ ਕੀ ਬਾਤ ਦੇ ਵਿੱਚ ਅਨਾਉਂਸ ਕੀਤਾ, ਪਹਿਲਾਂ ਵੀ ਉਹ ਕਰ ਚੁੱਕੇ ਆ, ਤੇ ਉਹ ਜਿਹੜਾ ਤੁਸੀਂ ਅਗਰ ਫਾਈਟ ਕਰਦੇ ਆ ਉਹਨਾਂ ਗੱਲ ਕਰਦੇ ਆ ਆਪਣੇ ਜਿਹੜੇ ਤੁਹਾਡਾ ਬੈਂਕਰ ਹੈਗਾ ਆ, ਤਾਂ ਉਹ ਜਿਹੜੇ ਆ ਉਹ ਵੇਵ ਆਫ ਹੋ ਜਾਣਗੇ। ਮਤਲਬ ਪਤਾ ਨਹੀਂ ਕਿੱਦਾਂ ਹੋਈ ਪਰ ਮੈਨੂੰ ਲਾਸਟ ਮੰਥ ਦਾ ਫਾਈਨ ਪਿਆ ਵਾ ਉਸ ਚੀਜ਼ ਦਾ ਜੀ। ਹਾਂ, ਉਹ ਵੇਵ ਆਫ ਹੋ ਜਾਣਗੇ ਜੀ, ਉਹ ਤਾਂ ਗਵਰਨਮੈਂਟ ਨੇ ਰੂਲ ਕਰ ਦਿੱਤਾ ਨਾ, ਉਹ ਕੋਈ ਇਸ਼ੂ ਨਹੀਂ ਹੈਗਾ। ਹਾਂ, ਹੁਣ ਮਤਲਬ ਬੈਂਕਿੰਗ ਨੇ ਤਾਂ ਹਾਲ ਦੀ ਘੜੀ ਪਾਤਾ, ਉਹ ਡਿਟੈਕਟ ਕਰਤਾ, ਹੁਣ ਨੈਕਸਟ ਰਿਫੰਡ ਕਰਦੇ ਆ ਨਹੀਂ ਕਰਦੇ ਉਹ ਤਾਂ ਤੁਹਾਨੂੰ ਪਤਾ ਹੀ ਆ। ਬਿਲਕੁਲ ਉਹਨਾਂ ਨੂੰ ਕਰਨਾ ਪਏਗਾ ਜੀ। ਜੀ ਜੀ ਜੀ, ਧੰਨਵਾਦ ਜੀ ਕਾਲ ਕਰਨ ਲਈ। ਤੁਸੀਂ ਇੱਕ ਸਾਡੇ ਨਾਲ ਸਮੱਸਿਆ ਸ਼ੇਅਰ ਕੀਤੀ, ਜਿਹੜੇ ਮਿਡਲ ਕਲਾਸ ਜਿਹੜੇ ਆਪਣੇ ਇਹ ਸ਼ਾਪਕੀਪਰਸ ਨੇ ਉਹਨਾਂ ਦੀ ਹੈ, ਤਾਂ ਵੱਡਿਆਂ ਦੀ ਵੀ ਇਹੀ ਆ, ਵੱਡਿਆਂ ਨੂੰ ਉਨੀਆਂ ਵੱਧ ਸੈਲਰੀਜ਼ ਦੇਣੀਆਂ ਪੈਂਦੀਆਂ, ਜਿੰਨਾ ਵੱਡਾ ਆ ਉਹਦਾ ਖਰਚਾ ਉਨਾ ਵੱਡਾ ਆ ਨਾ, ਉਹਨਾਂ ਨੂੰ ਸੈਲਰੀਜ਼ ਦੇਣੀਆਂ ਪੈਂਦੀਆਂ ਜਾਂ ਹੋਰ ਖਰਚੇ ਦੇਣੇ ਪੈਂਦੇ ਆ, ਉਨੇ ਵੱਡੇ ਉਹਨਾਂ ਦੇ ਖਰਚੇ ਆ। ਜੇ ਕਿਸੇ ਦਾ 1000 ਰੁਪਇਆ ਮਹੀਨੇ ਦਾ ਖਰਚਾ ਤਾਂ ਉਹਦਾ 10,000 ਰੁਪਏ ਮਹੀਨੇ ਦਾ ਖਰਚਾ, ਇੱਕ ਆਪਾਂ ਐਗਜ਼ਾਮਪਲ ਲੈ ਕੇ ਚੱਲਦੇ ਹਾਂ, ਉਹਨਾਂ ਹੀ ਖਰਚਾ ਜਿਹੜਾ ਹੈ ਵੱਧ ਜਾਂਦਾ। ਸਰ ਇੱਥੇ ਇਹ ਵੀ ਹੈ ਨਾ ਕਿ ਜਿੱਦਾਂ ਹੁਣ ਸਾਨੂੰ ਜਿਹੜੇ ਥੋੜੇ ਸਮੇਂ ਦੀ ਖੁੱਲ ਮਿਲੀ ਹੈ ਜਿਹੜੀ ਸ਼ਾਪ ਓਪਨ ਕਰਨ ਦੀ, ਜੇਕਰ ਅਸੀਂ ਉਹਨੂੰ ਸਹੀ ਤਰੀਕੇ ਨਾਲ ਉਸ ਰੂਲ ਨੂੰ ਫੋਲੋ ਕਰਦੇ ਹਾਂ ਤਾਂ ਹੋ ਸਕਦਾ ਕਿ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਜਿਹੜਾ ਵਧੀਆ ਇੱਕ ਉਪਰਾਲਾ ਲੈ ਕੇ ਜਿਹੜੀਆਂ ਸ਼ਾਪਸ ਲੋੜ ਵਾਲੀਆਂ ਹੈਗੀਆਂ ਨੇ ਉਹਨਾਂ ਨੂੰ ਖੋਲ ਦਿੱਤਾ ਜਾਊ। ਹਾਂਜੀ, ਬੜੀ ਜਲਦੀ ਇਹ ਜਿਹੜੀਆਂ ਜ਼ਰੂਰਤ ਵਾਲੀਆਂ ਜਿਹੜੀਆਂ ਸ਼ਾਪਸ ਆ, ਉਮੀਦ ਆ ਕਿ ਉਹ ਖੁੱਲ ਜਾਣਗੀਆਂ। ਤੇ ਇੱਕ ਹੋਰ ਚੰਗੀ ਖਬਰ ਹੈ ਮਨਪ੍ਰੀਤ ਕਿ ਆਸ ਕੀਤੀ ਜਾ ਰਹੀ ਹੈ ਕਿ ਮਈ ਦੇ ਵਿੱਚ ਜਿਹੜਾ ਇੰਜੈਕਸ਼ਨ ਆ ਉਹਦਾ ਟ੍ਰਾਇਲ ਆ ਇੰਡੀਆ ਦੇ ਵਿੱਚ ਉਹ ਸ਼ੁਰੂ ਹੋ ਜਾਏਗਾ, ਤੇ ਇਹ ਜਿਹੜੀ ਆ ਬਹੁਤ ਅੱਛੀ ਖਬਰ ਆ। ਤੇ PGI ਤੋਂ ਵੀ ਆਈ ਸੀ ਵੈਕਸੀਨ ਦੇ ਉੱਤੇ ਬਹੁਤ ਨੇੜੇ ਨੇ ਉਹ, ਤੇ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ UK ਵੀ ਇੱਥੇ ਕੰਮ ਕਰ ਰਿਹਾ, ਅਮਰੀਕਾ ਜਾਂ ਹੋਰ ਸਾਰੀਆਂ ਕੰਟਰੀਆਂ ਕਰ ਰਹੀਆਂ। ਤੇ ਦੇਖੋ ਵੈਸੇ ਕਿਹੜਾ ਮਾਰਕਾ ਮਾਰਦਾ, ਸਭ ਨੂੰ ਪਹਿਲਾਂ ਵੈਕਸੀਨ ਲਿਆ ਕੇ ਸਭ ਨੂੰ ਜਿਹੜੀ ਕਾਰਗਰ ਲਿਆ ਕੇ, ਤੇ ਮੈਨੂੰ ਲੱਗਦਾ ਹੈ ਕਿ ਇੰਡੀਆ ਦੇ ਵਿੱਚ ਨੰਬਰ ਲੈ ਕੇ ਜਾਏਗਾ। ਕੋਈ ਵੀ ਲੈ ਜਾਵੇ ਨੰਬਰ, ਬੇਸ਼ੱਕ ਅਸੀਂ ਉਹ ਚੀਨ ਦੇ ਵਿੱਚ ਵੀ ਜਿਹੜਾ ਤੀਸਰੀ ਵਾਰੀ ਹੁਣ ਟ੍ਰਾਇਲ ਸ਼ੁਰੂ ਹੋਇਆ ਆ, ਬ੍ਰਿਟੇਨ ਦੇ ਵਿੱਚ ਵੀ ਹੋਇਆ, ਕੋਈ ਵੀ ਲੈ ਜਾਵੇ, ਸਾਨੂੰ ਸਿਰਫ ਤੇ ਸਿਰਫ ਆ ਜਿਹੜੀ ਬਿਮਾਰੀ ਆ ਇਹਦੇ ਤੋਂ ਰਾਹਤ ਮਿਲਣੀ ਚਾਹੀਦੀ ਹੈ। ਜੇਕਰ ਅਸੀਂ ਜਿੱਤਦੇ ਆ ਤਾਂ ਸਾਡੀ ਸਾਰਿਆਂ ਦੀ ਜਿੱਤ ਆ। ਹਾਂਜੀ, ਕਾਲਰ ਆਏ ਸਾਡੇ ਕੋਲ। ਸਵਾਗਤ ਹੈ ਜੀ ਤੁਹਾਡਾ ਨਵਰੰਗ ਟੀਵੀ ਤੇ। ਨਮਸਤੇ ਮੈਮ ਜੀ ਨਮਸਤੇ ਜੀ। ਜੀ ਮੈਂ ਗੱਡਰ ਮੁੱਲੇ ਤੋਂ ਬੋਲ ਰਿਹਾ ਜੀ। ਤੇ ਇੱਥੇ ਜਨਤਾ ਬਹੁਤ ਖੜੀ ਹੈ ਜੀ ਬਾਹਰ, ਡੱਡਰ ਮੱਲਾ ਜੀ। ਹਾਂਜੀ, ਮੰਡੀਰ ਦੀ ਮੰਡੀਰ ਖੜੀ ਹੈ ਬਾਹਰ। ਠੀਕ ਹੈ ਜੀ, ਕੁਝ ਬਰਾੜ ਸਾਹਿਬ ਨੂੰ ਕਿਹਾ ਜਾਵੇ। ਦੇਖੋ ਜੇ ਇੱਕ SHO ਸਹੀ ਡਿਊਟੀ ਦੇ ਰਿਹਾ, ਬਾਕੀ ਵੀ ਚਲੋ ਵਧੀਆ ਦੇ ਰਹੇ ਨੇ, ਸਾਰਿਆਂ ਦੀ ਪਹਿਲੀ ਮੰਗ ਇਹੀ ਹੈ ਕਿ ਬਰਾੜ ਸਾਹਿਬ ਨੂੰ ਕਿਹਾ ਜਾਵੇ। ਨਹੀਂ, ਜਿਹੜੇ ਸਰ ਪ੍ਰਸ਼ਾਸਨ ਨੇ ਨੰਬਰ ਵੀ ਲਾਂਚ ਕੀਤੇ ਹੋਏ ਆ, ਇਹਨਾਂ ਦਾ ਵੀ ਫਰਜ਼ ਬਣਦਾ ਕਿ ਇਹ ਫੋਨ ਕਰ ਦੇਣ। ਬਿਲਕੁਲ। ਹੈਲੋ ਜੀ। ਇਹ ਨੰਬਰ ਤਾਂ ਦਿੱਤੇ ਹੋਏ, ਸਾਡਾ ਨੰਬਰ ਰਿਕਾਰਡ ਹੋ ਜਾਂਦਾ, ਆਂਢੀ ਗੁਆਂਢੀ ਤੋਂ ਅੱਗੇ ਸਾਡੇ ਛੱਡਦੇ ਆ, ਤਾਂ ਕਰਕੇ ਅਸੀਂ ਕਰਦੇ ਨਹੀਂ ਹੈਗੇ ਫੋਨ। ਓਕੇ, ਠੀਕ ਹੈ ਜੀ, ਠੀਕ ਹੈ ਜੀ। ਅਸੀਂ ਤੁਹਾਡੇ ਜਿਹੜਾ ਸਮੱਸਿਆ ਆ ਇਹ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਜਿਹੜੀ ਫੌਰਨ ਪ੍ਰਸ਼ਾਸਨ ਤੱਕ ਜਿਹੜੀ ਆ ਉਹ ਪਹੁੰਚਾਵਾਂਗੇ। ਠੀਕ ਹੈ ਜੀ, ਥੈਂਕ ਯੂ ਸਰ। ਥੈਂਕ ਯੂ ਜੀ ਕਾਲ ਕਰਨ ਦੇ ਲਈ। ਸਰ ਉਹੀ ਗੱਲ ਆ ਜਾਂਦੀ, ਸਾਡੇ ਕੋਲ ਨੰਬਰ ਵੀ ਦਿੱਤੇ ਹੋਏ ਆ, ਅਸੀਂ ਫੋਨ ਕਰਨ ਤੋਂ ਫਿਰ ਝਿਜਕਦੇ ਆ ਕਿ ਸਾਡੇ ਜਿਹੜੇ ਆਂਢ ਗੁਆਂਢ ਦੇ ਵਿੱਚ ਲੜਾਈ ਨਾ ਪੈਦਾ ਹੋ ਜਾਵੇ, ਜਿੱਥੇ ਅਸੀਂ ਇਹ ਵਾਇਰਸ ਦੇ ਨਾਲ ਮਤਲਬ ਇੱਧਰ ਉੱਧਰ ਮੌਤਾਂ ਵੀ ਇੰਨੀਆਂ ਜ਼ਿਆਦੀਆਂ ਹੋ ਰਹੀਆਂ ਨੇ, ਪੀੜਤ ਨੇ, ਮਤਲਬ ਘਰਾਂ ਦੇ ਘਰ ਖਾਲੀ ਹੋਏ ਪਏ ਨੇ, ਉੱਥੇ ਲੋਕੀ ਝਗੜੇ ਤੋਂ ਜਿਹੜਾ ਡਰਦੇ ਨੇ ਕਿ ਕੋਈ ਝਗੜਾ ਨਾ ਹੋਵੇ। ਨਹੀਂ ਮਨਪ੍ਰੀਤ, ਇਹ ਵੀ ਗੱਲ ਹੈਗੀ ਆ, ਜਿੰਨੀ ਮੈਂ ਖੁਦ ਸ਼ਹਿਰ ਦੇ ਇਨਸਾਈਡ ਦੇਖ ਕੇ ਵਿਜ਼ਿਟ ਕਰਕੇ ਦੇਖਿਆ ਵੀ ਕੀ ਮਾਹੌਲ ਹੈ, ਕਿੱਦਾਂ ਆ ਐਜ਼ ਏ ਰਿਪੋਰਟਰ, ਤਾਂ ਮੈਂ ਮੇਲੀ ਗੇਟ ਜਾਂ ਹੋਰ ਦੇਖਿਆ ਕਿ ਲੋਕੀ ਢਾਣੀਆਂ ਬਣਾਉਣਾ ਬਹੁਤ ਕਰਦੇ ਨੇ, ਔਰ ਉਹਨਾਂ ਦਾ ਕਹਿਣਾ ਹੈ ਕਿ ਅਗਰ ਆਪਾਂ ਗਲੀਆਂ ਬਾਜ਼ਾਰਾਂ ਦੀ ਗੱਲ ਕਰਦੇ ਹਾਂ, ਜਿਹੜੇ ਇਨਰ ਸਾਈਡ ਮੁਹੱਲੇ ਹੈਗੇ ਆ ਨਾ ਜੀ, ਉੱਥੇ ਲੱਗਦਾ ਹੀ ਨਹੀਂ ਕਿ ਵੀ ਕਿਸ ਤਰ੍ਹਾਂ ਲੋਕਡਾਊਨ ਆ ਜਾਂ ਕਰਫਿਊ ਆ ਜਾਂ ਕੁਝ ਹੈਗਾ ਆ, ਕਿਉਂਕਿ ਆਮ ਲੋਕ ਜਿਹੜੇ ਨੇ ਉੱਥੇ ਕ੍ਰਿਕਟ ਵੀ ਚੱਲ ਰਹੀ ਆ, ਤਾਸ਼ ਵੀ ਚੱਲ ਰਹੀ ਆ, ਹੋਰ ਸਭ ਕੁਝ ਚੱਲ ਰਿਹਾ, ਹਾਸਾ ਖੇਡਾ ਵੀ ਚੱਲ ਰਿਹਾ। ਉਹ ਇਹ ਕਹਿਣਾ ਸੀ ਉਹਨਾਂ ਦਾ ਕਿ ਸਾਡੀ ਗਲੀ ਦੇ ਵਿੱਚ ਆਮ ਜੋ ਲੋਕ ਰੂਟੀਨ ਦੇ ਵਿੱਚ ਜਿੰਨੇ ਹੁੰਦੇ ਆ ਉਹਦੇ ਨਾਲੋਂ ਡਬਲ ਬੰਦੇ ਹੁਣ ਖੜੇ ਹੁੰਦੇ, ਕਿਉਂਕਿ ਸਾਰੇ ਵਿਹਲੇ ਹੋ ਕੇ ਗਲੀ ਦੇ ਵਿੱਚ ਬਾਹਰ ਨਿਕਲ ਕੇ ਜਿਹੜਾ ਆ ਹਾਸਾ ਮਜ਼ਾਕ ਚੱਲਦਾ ਆ,
ਤੇ ਉਹ ਉੱਥੇ ਜਿਹੜਾ ਜਿਹੜਾ ਸੋਸ਼ਲ ਡਿਸਟੈਂਸ ਦੀ ਗੱਲ ਆ ਜਾਂਦੀ ਆ, ਉਹ ਵੀ ਉਹਦਾ ਵੀ ਪਾਲਣਾ ਜਿਹੜੀ ਆ ਉਹ ਨਹੀਂ ਹੋ ਰਹੀ। ਤੇ ਬੇਸ਼ੱਕ ਉੱਥੇ ਕੋਈ ਗੇਮ ਚੱਲਦੀ ਹੋਵੇ ਜਾਂ ਹੋਰ ਕੁਝ ਚੱਲਦਾ ਹੋਵੇ, ਲੇਕਿਨ ਉੱਥੇ ਰਸ਼ ਜਿਹੜਾ ਆ ਉਹ ਰਹਿੰਦਾ ਹੈ। ਇੱਕ ਜੋ ਥੋੜੇ ਬੰਦੇ ਖੜੇ ਹੁੰਦੇ ਨੇ ਉਹਨੂੰ ਦੇਖ ਕੇ ਹੋਰ ਆਸ-ਪਾਸ ਦੇ ਖੜੇ ਹੁੰਦੇ ਵੀ ਟਾਈਮ ਵਧੀਆ ਪਾਸ ਹੋ ਜਾਂਦਾ, ਟਾਈਮ ਤਾਂ ਵਧੀਆ ਪਾਸ ਹੋ ਜਾਂਦਾ, ਲੇਕਿਨ ਜਿੱਡਾ ਵੱਡਾ ਰਿਸਕ ਆ ਉਹ ਆਪਣੇ ਆਪ ਦੇ ਵਿੱਚ ਜਿਹੜਾ ਆ ਇੱਕ ਸੋਚਣ ਵਾਲੀ ਗੱਲ ਆ। ਕਿਉਂਕਿ ਇੱਕ ਚੰਗੇ ਇਨਸਾਨ ਦੀ ਇਹੀ ਨਿਸ਼ਾਨੀ ਹੈ ਜੇਕਰ ਤੁਸੀਂ ਮਤਲਬ ਸਰਕਾਰ ਵੱਲੋਂ ਬਣਾਏ ਗਏ ਰੂਲ ਆਪਣੇ ਆਪ ਜਿਹੜੇ ਫੋਲੋ ਕਰਦੇ ਆ, ਤੁਹਾਨੂੰ ਕਿਸੇ ਦਬਾਅ ਦੀ ਲੋੜ ਨਹੀਂ ਪੈਂਦੀ ਹੈ ਨਾ। ਤੇ ਸਰ ਉੱਥੇ ਹੀ ਜੇਕਰ ਅਸੀਂ ਪੰਜਾਬ ਸਰਕਾਰ ਦੀ ਗੱਲ ਕਰੀਏ, ਬਹੁਤ ਵਧੀਆ ਜਿਹੜੇ ਉਪਰਾਲੇ ਇਹਨਾਂ ਦਿਨਾਂ ਦੇ ਵਿੱਚ ਕੀਤੇ ਜਾ ਰਹੇ ਨੇ। ਬੇਸ਼ੱਕ ਉਹ ਵਿਦੇਸ਼ੀ ਬੱਚਿਆਂ ਨੂੰ ਲੈ ਕੇ ਆਉਣ ਦੇ ਜਿਹੜੇ ਉਪਰਾਲੇ, ਜਿਵੇਂ ਸ਼ਰਧਾਲੂ ਫਸੇ ਸੀ ਉਹਨਾਂ ਨੂੰ ਲਿਆਉਣ ਦੇ ਲਈ ਉਪਰਾਲਾ ਕੀਤਾ ਗਿਆ, ਬੱਸਾਂ ਭੇਜੀਆਂ ਗਈਆਂ ਨੇ। ਉਸੇ ਹੀ ਤਰ੍ਹਾਂ ਕੈਪਟਨ ਸਾਹਿਬ ਨੇ ਜਿਹੜਾ ਕਿ ਇੱਕ ਵਿਦੇਸ਼ਾਂ ਵਿੱਚ ਫਸੇ ਵਿਦਿਆਰਥੀਆਂ ਦੇ ਲਈ ਚਿੰਤਾ ਜ਼ਾਹਰ ਕੀਤੀ ਹੈ, ਉਹਨਾਂ ਦੀ ਘਰ ਵਾਪਸੀ ਦੀ ਜਿਹੜੀ ਤਿਆਰੀ ਉਹ ਸ਼ੁਰੂ ਕਰ ਦਿੱਤੀ ਗਈ ਹੈ। ਤੇ ਆਨਲਾਈਨ ਫਾਰਮ ਜਿਹੜਾ ਰਜਿਸਟ੍ਰੇਸ਼ਨ ਫਾਰਮ ਆ ਉਹ ਭਰਨ ਦੇ ਲਈ ਜਿਹੜਾ ਉਹਨਾਂ ਨੇ ਵੈਬਸਾਈਟ ਜਿਹੜੀ ਲਾਂਚ ਕਰ ਦਿੱਤੀ ਹੈ, ਉਹ ਅਸੀਂ ਜਿਹੜਾ ਫਾਰਮ ਆ ਉਹ ਆਪਣੇ ਨਵਰੰਗ ਟੀਵੀ ਦੇ ਪੇਜ ਤੇ ਵੀ ਜਿਹੜਾ ਕਿ ਅਸੀਂ ਸ਼ੇਅਰ ਕੀਤਾ ਆ। ਉਹ ਵੀ ਤੁਸੀਂ ਉੱਥੋਂ ਜਾ ਕੇ ਜੇਕਰ ਤੁਸੀਂ ਉਹਦੇ ਬਾਰੇ ਕੋਈ ਜਾਣਕਾਰੀ ਚਾਹੁੰਦੇ ਹੋ, ਤੁਹਾਨੂੰ ਫਾਰਮ ਚਾਹੀਦਾ, ਤਾਂ ਤੁਸੀਂ ਨਵਰੰਗ ਟੀਵੀ ਦਾ ਜਿਹੜਾ ਫੇਸਬੁੱਕ ਪੇਜ ਹੈਗਾ ਉਹਦੇ ਤੇ ਤੁਸੀਂ ਫੋਲੋ ਕਰਕੇ ਉਹਨੂੰ ਜਿਹੜਾ ਤੁਸੀਂ ਉਹ ਪੇਜ ਨੂੰ ਓਪਨ ਕਰਕੇ ਦੇਖ ਸਕਦੇ ਹੋ। ਉਹਦੇ ਵਿੱਚ ਜਿਹੜੀ ਅਹਿਮ ਵਿਸ਼ੇਸ਼ ਜਾਣਕਾਰੀਆਂ ਜਿਹੜੀਆਂ ਭਰੀਆਂ ਜਾਣਗੀਆਂ, ਬੇਸ਼ੱਕ ਉਹ ਬੱਚੇ ਦਾ ਨਾਮ ਆ, ਪਿਤਾ ਦਾ ਨਾਮ ਆ, ਕਿਹੜੀ ਕੰਟਰੀ ਦੇ ਵਿੱਚ ਬੱਚਾ ਇਸ ਸਮੇਂ ਹੈਗਾ ਆ, ਕਦੋਂ ਗਿਆ ਆ, ਕਿਹੜੇ ਵੀਜ਼ੇ ਤੇ ਹੈਗਾ, ਤੇ ਇੱਥੇ ਦਾ ਜਿਹੜਾ ਉਹਦਾ ਕਿਹੜਾ ਐਡਰੈਸ ਆ, ਉਹ ਸਾਰਾ ਤੁਸੀਂ ਉੱਥੇ ਭਰਨਾ। ਤੇ ਤੁਹਾਡੀ ਜਿਹੜੀ ਮਤਲਬ ਨੇੜੇ ਦਾ ਜਿਹੜਾ 에ਅਰਪੋਰਟ ਆ ਉਹਦੇ ਬਾਰੇ ਵੀ ਜਿਹੜੀ ਉਹਨਾਂ ਨੇ ਜਾਣਕਾਰੀ ਪੁੱਛੀ ਆ, ਤੇ ਤੁਸੀਂ ਉਹ ਫਾਰਮ ਭਰਨਾ ਹੈ। ਤੇ ਵਿਦੇਸ਼ੀ ਬੱਚਿਆਂ ਦੀ ਜਿਹੜੀ ਇੱਕ ਵਾਪਸੀ ਦੀ ਚਿੰਤਾ ਸੀ ਉਹ ਥੋੜੀ ਦੂਰ ਹੁੰਦੀ ਹੁਣ ਨਜ਼ਰ ਆ ਰਹੀ ਹੈ ਜੀ। ਤੇ ਮਨਪ੍ਰੀਤ, ਆਪਾਂ ਇੱਥੇ ਆਪਣੇ ਦਰਸ਼ਕਾਂ ਨੂੰ ਇੱਕ ਚੀਜ਼ ਹੋਰ ਕਹਿ ਦਈਏ ਕਿ ਜਿੱਦਾਂ ਇਹਦਾ ਤੁਸੀਂ ਪ੍ਰੋਗਰਾਮ ਦੇਖਦੇ ਹੋ, ਨਾਲ ਦੀ ਨਾਲ ਤੁਹਾਡੇ ਹੱਥ ਵਿੱਚ ਮੋਬਾਈਲ ਆ, ਮੋਬਾਈਲ ਦੇ ਉੱਤੇ ਤੁਸੀਂ ਫੇਸਬੁੱਕ ਦੇ ਉੱਤੇ ਜਾ ਕੇ ਨਵਰੰਗ ਟੀਵੀ ਜਿਹੜਾ ਆ ਉਹਨੂੰ ਸਰਚ ਕਰੋ ਤੇ ਚੈੱਕ ਕਰੋ ਕਿ ਤੁਸੀਂ ਨਵਰੰਗ ਟੀਵੀ ਦਾ ਪੇਜ ਜਿਹੜਾ ਆ ਉਹਨੂੰ ਫੋਲੋ ਕਰ ਰਹੇ ਹੋ। ਜੇ ਨਹੀਂ ਕਰ ਰਹੇ ਤਾਂ ਪਲੀਜ਼ ਉਹਨੂੰ ਸਾਡਾ ਇੱਕ ਇੰਨੀ ਰਿਕੁਐਸਟ ਮੰਨ ਲਓ ਕਿ ਤੁਸੀਂ ਉਹਨੂੰ ਫੋਲੋ ਕਰੋ। ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਟਾਈਮ ਟੂ ਟਾਈਮ ਅਪਡੇਟ ਹੁੰਦੇ ਆ ਤੁਹਾਡੇ ਏਰੀਏ ਦੀਆਂ, ਜਾਂ ਹੋਰ ਖਬਰਾਂ ਜਿਹੜੀਆਂ ਹੁੰਦੀਆਂ ਆ, ਜਾਂ ਇਹ ਕਹ ਲਓ ਕਿ ਕੋਈ ਵੀ ਤੁਹਾਨੂੰ ਸੂਚਨਾ ਦੇਣੀ ਹੁੰਦੀ ਆ, ਅਸੀਂ ਉਹਦੇ ਉੱਤੇ ਉਹਨੂੰ ਜਿਹੜਾ ਪਾ ਦਿੰਦੇ ਆ ਤੇ ਉਹ ਤੁਹਾਡੇ ਤੋਂ ਜਲਦੀ ਪਹੁੰਚ ਜਾ ਕਰੇਗੀ। ਤੇ ਜੇ ਤੁਸੀਂ ਫੇਸਬੁੱਕ ਨਹੀਂ ਚਲਾਉਂਦੇ ਤਾਂ YouTube ਦੇ ਉੱਪਰ ਜਾ ਕੇ ਸਾਡਾ ਨਵਰੰਗ ਟੀਵੀ ਦਾ ਜਿਹੜਾ ਚੈਨਲ ਆ ਉਹਨੂੰ ਸਬਸਕ੍ਰਾਈਬ ਕਰੋ। ਜਿਹੜਾ ਲੋਗੋ ਸਾਈਡ ਦੇ ਉੱਤੇ ਲੱਗਾ ਇਹੀ ਲੱਗਾ ਹੋਇਆ ਜੀ, ਦੇਖ ਲਓ, ਚੈੱਕ ਤੇ ਕਰ ਲਓ, ਤੇ ਇਹਦੇ ਨੂੰ ਜਾ ਕੇ ਸਬਸਕ੍ਰਾਈਬ ਜਿਹੜਾ ਆ ਉਹਨੂੰ ਕਰ ਦਿਓ ਜੀ। ਹੈਲੋ, ਸਵਾਗਤ ਹੈ ਜੀ ਤੁਹਾਡਾ ਨਵਰੰਗ ਟੀਵੀ ਤੇ। ਹੈਲੋ ਮਨਪ੍ਰੀਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਅੱਜ ਤੋਂ ਕੋਠਾ ਰੋਡ ਤੋਂ ਬੋਲ ਰਹੀ ਹਾਂ ਜੀ। ਮੈਂ ਇਹ ਗੱਲ ਕਰਨੀ ਚਾਹੁੰਦੀ ਸੀ, ਬਾਕੀ ਤੁਸੀਂ ਗੱਲਾਂ ਬਹੁਤ ਸੁਣਿਆ ਕਰਦੇ, ਬਹੁਤ ਮਨ ਅੱਛਾ ਲੱਗਦਾ ਸੁਣ ਕੇ। ਤੇ ਲੋਕਾਂ ਤੋਂ ਘਰ ਬੈਠ ਲੈਂਦਾ, ਪਾਠ ਪੂਜਾ ਚੱਲ ਰਿਹਾ, ਆਰਾਮ ਨਾਲ ਤੁਸੀਂ ਘਰ ਬੈਠ ਕੇ ਆਪਣੇ ਪਾਠ ਪੂਜਾ ਸੁਣੋ, ਦੂਜਿਆਂ ਦੇ ਵੀ ਫਾਇਦੇ ਹੋ ਜਾਣ। ਹੁਣ ਅਸੀਂ ਆਪਣੀ ਸੇਵ ਕਿੰਨੀ ਕਰਦੇ ਆ, ਇੰਨੇ ਦਿਨ ਦੀ ਸੇਵ ਕਰਦੇ ਜਦ ਲੋਕਾਂ ਨੂੰ ਏਦਾਂ ਦੀਆਂ ਗੱਲਾਂ ਸੁਣਦੇ ਆ, ਤੁਹਾਡੇ ਕੋਲੋਂ ਤਾਂ ਮਨ ਬੜਾ ਦੁਖੀ ਜਿਹਾ ਹੁੰਦਾ ਜੀ ਹਨਾ। ਤਾਂ ਇੱਕ ਮੇਰੀ ਇਹ ਰਿਕੁਐਸਟ ਆ ਬੱਸਾ ਜੀ ਨੂੰ, ਮੈਂ ਕਹਿ ਰਹੀ ਸਾਡਾ ਘਰ ਹੈ ਕੋਥਲਾ ਰੋਡ ਮੁੜ ਕੇ ਹੀ ਹੈ, ਸਾਡੀ ਗਲੀਆਂ ਦੇ ਵਿੱਚ ਕੋਈ ਫਰੂਟ ਵਾਲਾ ਭਾਈ ਆਉਂਦਾ ਹੀ ਨਹੀਂ ਹੈ। ਕਾਹਦੇ ਵਾਲਾ ਜੀ? ਫਰੂਟ ਵਾਲਾ। ਫਰੂਟ ਵਾਲੇ ਦਾ ਇਦਾਂ ਹੈ ਜੀ ਕਿ ਮੈਨੂੰ ਲੱਗਦਾ ਕਿ ਉਹ ਰੇੜੀਆਂ ਦੇ ਉੱਤੇ ਤਾਂ ਨਹੀਂ ਵੇਚਦੇ, ਲੇਕਿਨ ਜੇ ਤੁਹਾਡੇ ਕੋਲ ਫਰੂਟ ਜਿੱਤੋਂ ਤੁਸੀਂ ਰੂਟੀਨ ਦੇ ਵਿੱਚ ਲੈਣੇ ਹੋ, ਤੇ ਜੇ ਕਹੋਗੇ ਤਾਂ ਅਸੀਂ ਵੀ ਕੱਲ ਨੰਬਰ ਵੀ ਡਿਸਪਲੇ ਕਰ ਦਿਆਂਗੇ ਇੱਥੇ, ਲੈ ਕੇ ਨੰਬਰ, ਤੇ ਤੁਸੀਂ ਉਹਨਾਂ ਨੂੰ ਅਗਰ ਕਾਲ ਕਰੋਗੇ ਤੁਹਾਨੂੰ ਹੋਮ ਡਿਲੀਵਰੀ ਜਿਹੜੀ ਆ ਮਿਲ ਜਾਏਗੀ, ਤੇ ਤੁਹਾਨੂੰ ਜਿਹੜਾ ਫਰੂਟ ਆ ਤੁਹਾਡੇ ਘਰ ਜਿਹੜਾ ਆ ਉਹ ਪਹੁੰਚ ਸਕਦਾ ਆ। ਓਕੇ। ਜੇ ਨੰਬਰ ਚਾਹੀਦਾ ਤਾਂ ਹੋਲਡ ਕਰ ਲਓ, ਮੈਂ ਬੋਲ ਵੀ ਦਿੰਦਾ ਜਿੱਤੋਂ ਮੈਨੂੰ ਬੋਲਣਾ। ਨਹੀਂ ਕੋਈ ਗੱਲ ਨਹੀਂ, ਸਾਡਾ ਘਰ ਵਸ ਇੱਥੇ ਕੋਥਲਾ ਰੋਡ ਮੁੜ ਕੇ ਹੀ ਹੈ। ਹਾਂਜੀ ਠੀਕ ਹੈ ਜੀ, ਠੀਕ ਹੈ, ਤੁਹਾਡੀ ਜ਼ਰੂਰਤ ਹੈ ਜੀ। ਤੇ ਅਸੀਂ ਕਹਾਂਗੇ ਕਿ ਪ੍ਰਸ਼ਾਸਨ ਵੀ ਜਿਹੜੇ ਇਦਾਂ ਦੇ ਨੰਬਰ ਆ ਹੋ ਜਾ ਮੈਂ ਕਹਿੰਦੀ ਆ, ਫਿਰ ਮੈਂ ਕਹਿੰਦੀ ਨਹੀਂ ਮੈਂ ਤਾਂ ਨਿਕਲਦਾ ਹੀ ਨਹੀਂ ਆਪਾਂ ਬਾਹਰ। ਬਿਲਕੁਲ ਸਿਆਣੀ ਗੱਲ ਆ ਜੀ। ਅਸੀਂ ਤਾਂ ਗਵਾਂਢ ਵੀ ਨਹੀਂ ਸਾਡੇ ਖਬਰ ਫੋਨ ਤੋਂ ਸਵਾ। ਬਸ ਉਹਨਾਂ ਨੂੰ ਸਾਰਿਆਂ ਨੂੰ ਸਮਝਾਇਆ ਕਰੋ ਜੀ, ਸਵੇਰੇ ਸ਼ਾਮ ਪੂਜਾ ਪਾਠ ਕਰੋ। ਦੁਪਹਿਰ ਮੈਂ ਰੱਬ ਨੂੰ ਮੰਨੋ, ਤੁਸੀਂ ਸਭ ਤੋਂ ਵੱਡੀ ਗੱਲ ਹੈ। ਦੁਪਹਿਰ ਨੂੰ 1 ਤੋਂ 2 ਵਜੇ ਇੱਕ ਨਜ਼ਰ ਪ੍ਰੋਗਰਾਮ ਦੇਖੋ, ਤੁਹਾਨੂੰ ਉਹਦੇ ਨਾਲ ਜਿਹੜੀ ਅਪਡੇਟ ਮਿਲ ਜਾਏਗੀ। ਤੇ ਜੇ ਤੁਹਾਨੂੰ ਕੋਈ ਜ਼ਰੂਰਤ ਹੈ ਤੁਸੀਂ ਉਹਦੀ ਕਾਲ ਵੀ ਕਰ ਸਕਦੇ ਹੋ। ਤੇ ਉਸ ਤੋਂ ਬਾਅਦ ਜਿਹੜਾ ਘਰ ਦੇ ਵਿੱਚ ਕੁਕਿੰਗ ਕਾਕਿੰਗ ਦਾ ਖਿਆਲ ਰੱਖੋ, ਜਿਹੜੇ ਬਾਕੀ ਘਰ ਬੈਠੇ ਉਹਨਾਂ ਨੂੰ ਵੀ ਜਿਹੜਾ ਥੋੜਾ ਵੈਰਾਈਟੀਆਂ ਜਿਹੜੀਆਂ ਖਾਣ ਨੂੰ ਨਾਲ ਮਿਲ ਜਾਂਦੀਆਂ। ਨਹੀਂ ਮਸਰਾ ਜੀ, ਬਹੁਤ ਫਾਇਦੇ ਆ ਤੁਹਾਡੀਆਂ ਗੱਲਾਂ ਸੁਣ ਕੇ, ਮਨ ਜਿਹੜਾ ਹੌਸਲਾ ਵੀ ਆ ਜਾਂਦਾ ਹੈ। ਹਾਂਜੀ, ਹੌਸਲਾ ਵੀ ਆ ਜਾਂਦਾ ਹੈ। ਧੰਨਵਾਦ ਜੀ ਕਾਲ ਕਰਨ ਲਈ। ਬਹੁਤ ਹੌਸਲਾ ਦਿੰਦੇ ਤੁਸੀਂ ਲੋਕਾਂ ਨੂੰ। ਹਾਂਜੀ, ਥੈਂਕ ਯੂ ਜੀ, ਧੰਨਵਾਦ ਜੀ ਕਾਲ ਕਰਨ ਲਈ ਜੀ। ਸਰ, ਜਿਵੇਂ ਆਪਾਂ ਪਹਿਲਾਂ ਆਪਣੇ ਫੇਸਬੁੱਕ ਪੇਜ ਦੀ ਗੱਲ ਕਰ ਰਹੇ ਸੀ, ਉਹ ਕਈਆਂ ਨੂੰ ਇਹ ਲੱਗਦਾ ਨਾ ਕਿ ਆਪਣੀ ਪ੍ਰਮੋਸ਼ਨ ਕਰ ਰਹੇ ਆ, ਧੱਕੇ ਨਾਲ ਸਾਡੇ ਤੋਂ ਜਿਹੜਾ ਪੇਜ ਉਹ ਲਾਈਕ ਕਰਵਾ ਰਹੇ ਆ। ਇਦਾਂ ਨਹੀਂ ਹੈਗਾ, ਕਿਉਂਕਿ ਜ਼ਿਆਦਾਤਰ ਇਹਨਾਂ ਦਿਨਾਂ ਦੇ ਵਿੱਚ ਦੇਖਣ ਨੂੰ ਆਇਆ 1 ਤੋਂ 2 ਵਜੇ ਦੇ ਵਿੱਚ ਬਿਜਲੀ ਗਈ ਹੁੰਦੀ ਹੈ। ਜਦੋਂ ਬਿਜਲੀ ਗਈ ਹੁੰਦੀ, ਜਿਹੜੇ ਸਾਡੇ ਦਰਸ਼ਕ ਹੈਗੇ ਆ, ਸਾਨੂੰ ਦੇਖਣ ਵਾਲੇ, ਸੁਣਨ ਵਾਲੇ, ਉਹਨਾਂ ਨੂੰ ਹੁੰਦਾ ਕਿ ਅਸੀਂ ਪ੍ਰੋਗਰਾਮ ਦੇਖਣਾ ਸੀ, ਲਾਈਟ ਚਲੇਗੀ, ਉਹ ਫੇਸਬੁੱਕ ਤੇ ਸਾਨੂੰ ਲਾਈਵ ਦੇਖ ਸਕਦੇ ਆ। ਇਹਦਾ ਜਿਹੜਾ ਕਿ ਇੱਕ ਵਧੀਆ ਕਹ ਲਓ ਕਿ ਦੂਸਰਾ ਅਹਿਮ ਪਹਿਲੂ ਵੀ ਹੈਗਾ ਕਿ ਜੇਕਰ ਤੁਸੀਂ ਪੇਜ ਫੋਲੋ ਕਰਦੇ ਆ ਤਾਂ ਤੁਸੀਂ ਉੱਥੇ ਲਾਈਵ ਸਾਨੂੰ ਜਿਹੜਾ ਦੇਖ ਸਕਦੇ ਆ।
ਆ, ਉਹਦੇ ਥੱਲੇ ਕਮੈਂਟ ਆ ਰਿਹਾ, ਉੱਥੇ ਤੁਸੀਂ ਕਮੈਂਟ ਦੇ ਵਿੱਚ ਆਪਣਾ ਕੋਈ ਵੀ ਕੁਐਸਚਨ ਤੁਸੀਂ ਪੁੱਛਣਾ, ਕੋਈ ਸੁਝਾਅ ਦੇਣਾ, ਉਹ ਵੀ ਸਾਨੂੰ ਦੇ ਸਕਦੇ ਹੋ। ਦੇਖੋ ਉਹਦੇ ਵਿੱਚ ਪ੍ਰਮੋਸ਼ਨ ਦੀ ਗੱਲ ਵੀ ਅਗਰ ਆਪਾਂ ਚਲੋ ਸਾਨੂੰ ਕਰਨੀ ਵੀ ਚਾਹੀਦੀ ਆ, ਲੇਕਿਨ ਇੱਥੇ ਇਹ ਹੈ ਕਿ ਨਾ ਤਾਂ ਸਾਨੂੰ ਕੋਈ ਉਹਦਾ ਪੈਸਾ ਮਿਲਣਾ, ਨਾ ਤੁਹਾਡੇ ਹੱਥੋਂ ਕੋਈ ਪੈਸਾ ਜਾਣਾ, ਤੇ ਫ੍ਰੀ ਦੇ ਵਿੱਚ ਸੇਵਾ ਹੈ, ਜੇ ਤੁਸੀਂ ਕਰ ਦੋਗੇ ਤਾਂ ਸੇਵਾ ਹੀ ਕਰ ਲਓ ਪੇਜ ਲਈ। ਜੀ ਸਰ, ਜਿੱਥੇ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ, ਭਾਰਤ ਦੀ ਗੱਲ ਕਰ ਰਹੇ ਹਾਂ, ਵਿਦੇਸ਼ਾਂ ਦੀ ਗੱਲ ਕਰ ਰਹੇ ਹਾਂ, ਉੱਥੇ ਜੇਕਰ ਅਸੀਂ ਸਪੇਨ ਦੀ ਗੱਲ ਕਰੀਏ, ਸਪੇਨ ਦੇ ਵਿੱਚ ਜਿਹੜਾ 44 ਦਿਨਾਂ ਬਾਅਦ ਸੜਕਾਂ ਤੇ ਥੋੜੀ ਜਿਹੀ ਰੌਣਕ ਸਾਹਮਣੇ ਆਈ ਹੈ। ਉੱਥੋਂ ਦੀ ਸਰਕਾਰ ਨੇ ਕੀ ਕੀਤਾ ਕਿ 14 ਸਾਲ ਤੋਂ ਜਿਹੜੇ ਬੱਚਿਆਂ ਦੀ ਘੱਟ ਉਮਰ ਹੈਗੀ ਆ, ਉਹ ਐਤਵਾਰ ਨੂੰ 1 ਘੰਟੇ ਦੇ ਲਈ ਤੇ ਸਿਰਫ ਆਪਣੇ ਨੇੜੇ ਤੇੜੇ 1 ਕਿਲੋਮੀਟਰ ਤੱਕ ਆਪਣੇ ਪੇਰੈਂਟਸ ਦੇ ਨਾਲ ਜਿਹੜੀ ਸੈਰ ਕਰ ਸਕਦੇ, ਪਾਰਕਾਂ ਵਿੱਚ ਜਾ ਸਕਦੇ, ਤੇ ਉਹ ਜਿਹੜਾ ਸਪੇਨ ਦੇ ਵਿੱਚ ਬਹੁਤ ਵਧੀਆ ਦ੍ਰਿਸ਼ ਕਿੰਨੇ ਸਮੇਂ ਬਾਅਦ, ਜਿਹੜਾ ਮਹੀਨਿਆਂ ਬਾਅਦ ਹੀ ਕਹਿ ਸਕਦੇ ਆ, ਉਹ ਵੇਖਣ ਨੂੰ ਇੱਕ ਮਿਲਿਆ। ਸਰਕਾਰ ਵੱਲੋਂ ਬਹੁਤ ਵਧੀਆ ਜਿਹੜਾ ਉਪਰਾਲਾ ਕੀਤਾ ਗਿਆ। ਸੋ ਅਸੀਂ ਵੀ ਰੂਲਸ ਨੂੰ ਇਦਾਂ ਹੀ ਫੋਲੋ ਕਰਨਾ ਕਿ ਜਿਹੜੀ ਸਾਡੀ ਪੰਜਾਬ ਸਰਕਾਰ ਹੈਗੀ ਉਹ ਵੀ ਸਾਡੇ ਲਈ ਕੁਝ ਵਧੀਆ ਜਿਹੜਾ ਉਹ ਲੈ ਕੇ ਆਵੇ। ਵਧੀਆ ਲੈ ਕੇ, ਤੇ ਨਾਲ ਹੀ ਇਟਲੀ ਨੇ ਵੀ ਕਹਿਤਾ ਹੈ ਕਿ ਸ਼ਾਇਦ ਉੱਥੇ ਵੀ ਲਾਕਡਾਊਨ ਜੇ ਸਭ ਕੁਝ ਠੀਕ ਰਿਹਾ ਤੇ ਫਸਟ ਵੀਕ ਆਫ ਮਈ ਜਿਹੜਾ ਆ ਉਹ ਉੱਥੇ ਖੁੱਲਣ ਦੀ ਜਿਹੜੀ ਆ ਪਲੈਨਿੰਗ ਕਰ ਰਹੇ ਨੇ। ਤੇ ਲੇਕਿਨ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਪੱਬ ਬਾਰ ਜਾਂ ਹੋਰ ਇਦਾਂ ਦੀਆਂ ਜਗ੍ਹਾ, ਸਿਨੇਮਾ ਜੋ ਹੈ ਜਿੱਥੇ ਰਸ਼ ਹੋ ਸਕਦਾ ਆ, ਉਹ ਹਜੇ ਫਿਲਹਾਲ ਬੰਦ ਰਹਿਣਗੀਆਂ, ਤੇ ਬਾਕੀ ਜਗ੍ਹਾ ਦੇ ਉੱਤੇ ਜਿਹੜਾ ਆ ਉਹ ਲਾਕਡਾਊਨ ਆ ਮਈ ਦੇ ਸਟਾਰਟ ਦੇ ਵਿੱਚ ਉਹ ਖੋਲ ਦਿੱਤਾ ਜਾਏਗਾ। ਜੀ ਸਰ, ਆਪਾਂ ਆਪਣੇ ਇਸ ਪ੍ਰੋਗਰਾਮ ਇੱਕ ਨਜ਼ਰ ਦੇ ਵਿੱਚ ਇੱਕ ਖਬਰ ਸਾਂਝੀ ਪਹਿਲਾਂ ਕੀਤੀ ਸੀ ਕਿ ਜਿਹੜੀ ਇੱਕ ਬਰਾਤ ਮਤਲਬ ਬਹੁਤ ਸਮੇਂ ਤੋਂ ਮਤਲਬ ਫਸੀ ਹੋਈ ਸੀ ਕਿ ਜਿਹੜੇ ਬਰਾਤੀ ਆ 35 ਤੋਂ ਵੱਧ ਬਰਾਤੀ ਸੀਗੇ, ਉਹਨਾਂ ਦੀ ਕੱਲ ਘਰ ਵਾਪਸੀ ਹੋ ਗਈ ਹੈ। ਮਤਲਬ ਉਹ ਕਹਿ ਲੋ ਕਿ 35 ਦਿਨਾਂ ਬਾਅਦ ਜਿਹੜੀ ਉਹਨਾਂ ਨੇ ਡੋਲੀ ਉਹ ਵਿਦਾ ਕੀਤੀ ਹੈ। ਮਤਲਬ ਇੰਨੇ ਦਿਨ ਉਹਨਾਂ ਨੇ ਆਪਣੇ ਸਹੁਰਿਆਂ ਤੋਂ ਜਿਹੜੀ ਪੂਰੀ ਆਪਣੀ ਖਾਤਰ ਕਰਵਾਈ ਹੈ, ਹਨਾ। ਇਹ ਵੀ ਚਲੋ ਇੱਕ ਵਧੀਆ ਖਬਰ ਹੈਗੀ ਹੈ। ਲਾਕਡਾਊਨ ਦੇ ਦੌਰਾਨ ਵਿਚਾਰਿਆਂ ਦਾ, ਕੁੜੀ ਵਾਲਿਆਂ ਦਾ ਤਾਂ ਖਰਚਾ ਬਹੁਤ ਹੋਇਆ ਹੋਣਾ, ਹੁਣ ਇਹ ਵੀ ਨਹੀਂ ਕਹਿ ਸਕਦਾ ਕਿ ਸ਼ੇਅਰ ਕਰ ਲਓ। ਉਹਨਾਂ ਕੋਲ ਬਹਾਨਾ ਵੀ ਸੀਗਾ ਵੀ ਲਾਕਡਾਊਨ ਚੱਲ ਰਿਹਾ ਹੈ, ਉਹਨਾਂ ਨੇ ਪਤਾ ਨਹੀਂ ਵਿਚਾਰਿਆਂ ਨੇ ਅੰਦਰ ਖਾਤੇ ਕਿੰਨਿਆਂ ਨਾਲ ਗੱਲਬਾਤ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਉਹਨਾਂ ਦੀ ਜਿਹੜੀ ਘਰ ਵਾਪਸੀ ਉਹ ਕਰਵਾਈ ਹੋਈ ਹੈ। ਤੇ ਮਨਪ੍ਰੀਤ, ਆਪਾਂ ਨਾਲ ਗੱਲ ਕਰ ਲੈਂਦੇ ਹਾਂ ਕਿ ਮਨ ਕੀ ਬਾਤ ਦੇ ਵਿੱਚ ਕੱਲ ਮੋਦੀ ਸਾਹਿਬ ਨੇ ਬਹੁਤ ਚੰਗੀਆਂ ਗੱਲਾਂ ਜਿਹੜੀਆਂ ਕੀਤੀਆਂ, ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ। ਤੇ ਇੱਕ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਵਿਦੇਸ਼ ਵਿੱਚ ਜਦੋਂ ਨਾ ਦੁਨੀਆ ਥੈਂਕ ਯੂ ਇੰਡੀਆ ਕਹਿੰਦੀ ਆ, ਤਾਂ ਸਾਡਾ ਸਾਰੇ ਭਾਰਤ ਵਾਸੀਆਂ ਦਾ ਜਿਹੜਾ ਸੀਨਾ ਆ ਉਹ ਗਰਵ ਦੇ ਨਾਲ ਹੀ ਜਿਹੜਾ ਚੌੜਾ ਹੋ ਜਾਂਦਾ ਕਿ ਵੀ ਅੱਜ ਦੁਨੀਆ ਜਿਹੜਾ ਆ ਇੰਡੀਆ ਦਾ ਟੰਕਾ ਇਸ ਗੱਲੋਂ ਮੰਗ ਰਹੀ ਹੈ ਕਿ ਜਿੱਥੇ ਕਿਹਾ ਜਾਂਦਾ ਸੀ ਕਿ ਇਹ ਲੋਕਾਂ ਨੂੰ ਜਿਹੜੇ ਖਾਸ ਕਰ ਡਿਵੈਲਪ ਕੰਟਰੀਜ਼ ਆ, ਕਿਤੇ ਨਾ ਕਿਤੇ ਉਹ ਸੋਚਦੇ ਸੀ ਕਿ ਇੰਡੀਅਨ ਜਾਂ ਏਸ਼ੀਅਨ ਲੋਕ ਆ, ਇਹਨਾਂ ਦੀ ਸੋਚ ਛੋਟੀ ਆ, ਇਹਨਾਂ ਨੂੰ ਪਤਾ ਨਹੀਂ ਹੈਗਾ ਕਿੱਦਾਂ ਮੈਨੇਜ ਕਰਨਾ। ਅੱਜ ਸਾਬਤ ਕਰ ਦਿੱਤਾ ਕਿ ਇੰਡੀਆ ਨੇ ਕਿ ਦੇਸ਼ ਜਿਹੜੇ ਆਪਣੇ ਆਪ ਨੂੰ ਜ਼ਿਆਦਾ ਸਿਆਣੇ ਸਮਝਦੇ ਸੀ, ਉਹ ਇਸ ਪ੍ਰੋਬਲਮ ਦੇ ਨਾਲ ਫਸੇ ਹੋਏ ਨੇ, ਤੇ ਇੰਡੀਆ ਬਹੁਤ ਹੱਦ ਤੱਕ ਬਚਾਇਆ। ਤੇ ਅਸੀਂ ਆਸ ਕਰਦੇ ਹਾਂ ਕਿ ਸਾਡੇ ਜਿਹੜੀ ਦੇਸ਼ਵਾਸੀ ਆ ਉਹ ਇਦਾਂ ਹੀ ਜਿਹੜਾ ਪ੍ਰਸ਼ਾਸਨ ਦਾ ਸਾਥ ਦਿੰਦੇ ਜਿਹੜੇ ਆ ਇਸ ਬੁਰੇ ਟਾਈਮ ਨੂੰ ਇਦਾਂ ਹੀ ਔਖੇ ਸੌਖੇ ਨਿਭਾ ਕੇ ਤੇ ਚੰਗੀ ਮਿਸਾਲ ਜਿਹੜੀ ਆ ਦੁਨੀਆ ਦੇ ਵਿੱਚ ਕਾਇਮ ਕਰਨਗੇ। ਇੱਕ ਹੋਰ ਉਹਨਾਂ ਨੇ ਨਾਰਾ ਬਹੁਤ ਵਧੀਆ ਗੱਲ ਦਿੱਤਾ ਕਿ 2 ਗਜ ਦੂਰੀ ਬਹੁਤ ਹੈ ਜ਼ਰੂਰੀ। ਜੀ, 2 ਗਜ ਦੂਰੀ ਬਹੁਤ ਹੈ ਜ਼ਰੂਰੀ। ਦੇਖੋ ਆਪਣੇ ਆਪ ਦੇ ਵਿੱਚ ਹੀ ਆ ਕਿ ਬਈ ਅਗਰ ਆਪਾਂ 2 ਗਜ ਦੂਰੀ ਤੇ ਰਹਿੰਦੇ ਆ ਤਾਂ ਇਹ ਪ੍ਰੋਬਲਮ ਤੋਂ ਜਿਹੜਾ ਅਸੀਂ ਬਚੇ ਰਹਿੰਦੇ ਆ। ਇੱਕ ਉਹਨਾਂ ਨੇ ਕਿਹਾ ਕਿ ਮਾਸਕ ਨੂੰ ਜੀਵਨ ਦਾ ਹਿੱਸਾ ਬਣਾਉਣ ਦਾ ਜਿਹੜਾ ਤੁਸੀਂ ਸੋਚ ਲਓ ਕਿ ਮਾਸਕ ਜਿਹੜਾ ਆ ਤੁਹਾਡੀ ਜੀਵਨ ਦਾ ਹਿੱਸਾ ਜਿਹੜਾ ਆ ਉਹ ਬਣ ਚੁੱਕਾ ਆ, ਹਨਾ। ਤੇ ਉਹ ਕਿ ਜਨਤਾ ਦੀ ਲੜਾਈ ਆ ਤੇ ਜਨਤਾ ਦੀ ਅਧਿਕਸ਼ਤਾ ਦੇ ਵਿੱਚ ਹੀ ਜਿਹੜੀ ਆ ਇਹ ਉਹਨਾਂ ਦੇ ਨੇਤਰਤਵ ਦੇ ਵਿੱਚ ਜਿਹੜੀ ਆ ਇਹ ਲੜਾਈ ਆ ਉਹ ਕਰੋਨਾ ਦੇ ਖਿਲਾਫ ਜਿੱਤੀ ਜਾਏਗੀ। ਸਾਡੇ ਕੋਲ ਕਾਲਰ ਆਏ ਨੇ। ਸਵਾਗਤ ਹੈ ਜੀ ਤੁਹਾਡਾ ਨਵਰੰਗ ਟੀਵੀ ਤੇ। ਹਾਂਜੀ ਮੈਡਮ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਹਾਲ ਜੀ? ਮੈਡਮ ਅਸੀਂ ਸਮਰਾਏ ਤੋਂ ਬੋਲ ਰਹੇ ਹਾਂ ਜੀ। ਹਾਂਜੀ, ਸਾਡੀ ਇਹ ਪ੍ਰੋਬਲਮ ਆ ਵੀ ਜਿੱਦਾਂ ਹੁਣ ਲਾਕਡਾਊਨ ਹੋ ਰਿਹਾ ਆ ਤੇ ਵੀ ਜਿੱਦਾਂ ਹੁਣ ਮੋਦੀ ਸਾਹਿਬ ਪੈਸੇ ਭੇਜਦੇ ਆ ਜੀ ਜ਼ੀਰੋ ਖਾਤੇ ਤੇ। ਹਾਂਜੀ ਤੇ ਸਾਡੇ ਹੁਣ ਇਹ ਕਹਿੰਦੇ ਹੁਣ ਲੇਡੀਜ਼ ਨੂੰ ਭੇਜਣੇ ਆ ਤੇ ਸਾਡੇ ਹੁਣ ਘਰ ਚ ਕਿਸੇ ਦੀ ਕਾਪੀ ਨਹੀਂ ਲੇਡੀਜ਼ ਵਾਲੀ ਬਣੀ ਹੈਗੀ, ਸਾਡੇ ਮੇਰੇ ਹਸਬੈਂਡ ਦੀ ਬਣੀ ਆ। ਉਹ ਕਹਿੰਦੇ ਉਹਨਾਂ ਨੂੰ ਪੈਸੇ ਤੁਸੀਂ ਨਹੀਂ ਜੀ ਲੇਡੀਜ਼ ਨਹੀਂ ਆਉਣੇ, ਉਹਨਾਂ ਨੂੰ ਨਹੀਂ ਆਉਣੇ, ਤੇ ਹੁਣ ਕੰਮ ਤੋਂ ਤਾਂ ਘਰ ਬੈਠੇ ਆ। ਬਿਲਕੁਲ, ਯਾਨੀ ਤੁਹਾਡਾ ਕਹਿਣ ਦਾ ਮਤਲਬ ਆ ਕਿ ਜਿਹੜੇ ਇਹ ਪੈਸੇ ਆ ਸਿਰਫ ਲੇਡੀਜ਼ ਨੂੰ ਆ ਰਹੇ ਆ, ਜੈਂਟਸ ਨੂੰ ਨਹੀਂ ਆ ਰਹੇ। ਤੁਸੀਂ ਇਹ ਕਹਿਣਾ ਚਾਹੁੰਦੇ ਬੈਂਕ ਵਾਲੇ ਕਹਿੰਦੇ? ਹਾਂਜੀ, ਬੈਂਕ ਵਾਲੇ ਕਹਿੰਦੇ ਜਿੱਥੇ ਵੀ ਜਾਂਦੇ ਆ ਕਹਿੰਦੇ ਨਹੀਂ ਜੀ ਇਹ ਲੇਡੀਜ਼ ਦੀ ਕਾਪੀ ਤੇ ਆਉਣੇ, ਜੈਂਟਸ ਦੀ ਕਾਪੀ ਤੇ ਨਹੀਂ ਆਉਣੇ। ਚਲੋ ਇਸ ਸੰਬੰਧ ਵਿੱਚ ਜੀ ਸਾਡੇ ਕੋਲ ਇੱਥੇ ਲੋਕਲ ਆਪਣੇ ਏਰੀਆ ਦੀ ਗੱਲ ਕਰੀਏ ਤਾਂ ਸੋਮ ਪ੍ਰਕਾਸ਼ ਜੀ ਬੈਠੇ ਨੇ ਜਿਹੜੇ ਕੇਂਦਰੀ ਮੰਤਰੀ ਨੇ, ਤੇ ਅਸੀਂ ਜਿਹੜੀ ਆ ਅੱਜ ਹੀ ਉਹਨਾਂ ਨਾਲ ਇਸ ਟੌਪਿਕ ਦੇ ਉੱਤੇ ਗੱਲ ਕਰਕੇ ਜਿਹੜਾ ਆ ਤੁਹਾਡਾ ਇਸ ਮੁੱਦਾ ਆ ਅਸੀਂ ਜਿਹੜਾ ਪ੍ਰਸ਼ਾਸਨ ਤੱਕ, ਸਰਕਾਰ ਤੱਕ ਪਹੁੰਚਾਵਾਂਗੇ, ਤੇ ਇਹਦੇ ਵਿੱਚ ਕਿੰਨੀ ਸੱਚਾਈ ਆ ਤੇ ਕਿੰਨੀ ਨਹੀਂ ਹੈਗੀ ਇਹਦੇ ਬਾਰੇ ਵੀ ਆਪਾਂ ਪਤਾ ਕਰ ਲਾਂਗੇ। ਅੱਛਾ ਜੀ। ਹੋਰ ਵੈਸੇ ਜਿਹੜੇ ਰਾਸ਼ਨ ਵਾਲੇ ਆਉਂਦੇ ਆ ਉਹ ਜਿੱਦਾਂ ਹੁਣ ਪਾਰਟੀ ਬਾਜ਼ੀਆਂ ਕਰਦੇ ਆ, ਕਿਸੇ ਦਾ ਹੁਣ ਸਾਡੇ ਘਰ ਤੇ 4 ਫੈਮਲੀਆਂ ਰਹਿੰਦੀਆਂ ਆ। ਹੁਣ ਜਿਹੜਾ ਰਾਸ਼ਨ ਭੇਜਿਆ ਉਹਦੇ ਵਿੱਚ ਸਿਰਫ
ਤੇ 10 ਕਿਲੋ ਆਟਾ ਸੀ, 2 ਕਿਲੋ ਦਲੇ ਛੋਲੇ ਸੀ ਤੇ 2 ਕਿਲੋ ਖੰਡ ਸੀ ਜੀ। ਇਹ ਸਰਕਾਰ ਵਾਲਾ ਹੈ ਜੀ, ਦੂਜਾ ਪ੍ਰਾਈਵੇਟ ਕਿਸੇ ਨੇ ਦਿੱਤਾ? ਪੰਜ ਮੈਂਬਰ ਖਾਣ ਵਾਲੇ ਆ, ਕਿੰਨੇ ਦਿਨ ਨਿਕਲਣਗੇ ਉਹਨਾਂ? ਚਲੋ ਇਹ ਹੁੰਦਾ ਜੀ ਕਿ ਮੈਂ ਇਹ ਜ਼ਰੂਰ ਕਹਾਂਗਾ ਕਿ ਜਿਹਨੇ ਜੋ ਦਿੱਤਾ, ਚਲੋ ਭਾਵੇਂ ਤੁਹਾਡੇ 5 ਦਿਨ ਹੀ ਲੰਘਣ ਜਾਂ 7 ਦਿਨ ਹੀ ਲੰਘਣ, ਕੁਛ ਨਾ ਕੁਛ ਤਾਂ ਦਿੱਤਾ ਨਾ। ਆਪਾਂ ਜਿਹੜਾ ਦਿੱਤਾ ਆਪਾਂ ਉਹਦੀ ਤਾਰੀਫ ਕਰੀਏ ਪਹਿਲਾਂ ਤਾਂ, ਕੀ ਨਹੀਂ ਦਿੱਤਾ ਉਹਦੇ ਬਾਰੇ ਆਪਾਂ ਬਾਅਦ ਵਿੱਚ ਸੋਚ ਲਾਂਗੇ। ਲੇਕਿਨ ਇਹ ਹੈ ਕਿ ਆਪਾਂ ਇੱਕ ਗੁਜ਼ਾਰੇ ਦੇ ਤੌਰ ਦੇ ਉੱਤੇ ਆਪਣਾ ਕੁਛ ਨਾ ਕੁਛ ਤਾਂ ਮਿਲਿਆ ਨਾ। ਨਹੀਂ ਮਿਲਿਆ ਤਾਂ ਹੈ, ਗੱਲ ਕਰਦੇ ਵੀ ਯਾਨੀ ਕਿ ਜਿਸ ਦੇਣਾ ਤਾਂ ਸਾਰਾ ਕੁਝ ਦੇਣਾ ਚਾਹੀਦਾ ਆ। ਘਰ ਤਾਂ ਸਾਰੇ ਵਿਹਲੇ ਬੈਠੇ ਆ ਨਾ। ਹਾਂ, ਮੈਂ ਤੁਹਾਡੀ ਗੱਲ ਨਾਲ ਉਹਨਾਂ ਸਹਿਮਤ ਹਾਂ, ਲੇਕਿਨ ਫਿਲਹਾਲ ਇਹ ਹੈ ਕਿ ਜ਼ਰੂਰਤ ਦੇ ਅਨੁਸਾਰ ਜੋ ਮਿਲਿਆ ਆਪਾਂ ਉਹਦੇ ਨਾਲ ਗੁਜ਼ਾਰਾ ਆਪਣਾ ਕਰ ਲਈਏ। ਲੇਕਿਨ ਜੋ ਨਹੀਂ ਮਿਲਿਆ ਆਪਾਂ ਉਹਦੀ ਗੱਲ ਵੀ ਕਰ ਲਾਂਗੇ, ਲੇਕਿਨ ਜੋ ਮਿਲਿਆ ਪਹਿਲਾਂ ਆਪਾਂ ਉਹਦਾ ਧੰਨਵਾਦ ਜਿਹੜਾ ਜ਼ਰੂਰ ਕਰੀਏ। ਹਾਂਜੀ, ਹੋਰ ਬਸ ਦੁਬਈ ਨੂੰ ਫਲਾਈਟਾਂ ਚਾਲੂ ਹੋ ਗਈਆਂ ਕਿ ਨਹੀਂ? ਨਹੀਂ, ਕੋਈ ਵੀ ਕਿਸੇ ਵੀ ਕੰਟਰੀ ਨੂੰ, ਕਿਸੇ ਵੀ ਸਟੇਟ ਨੂੰ, ਕਿਸੇ ਵੀ ਏਰੀਆ ਨੂੰ ਕੋਈ ਵੀ ਫਲਾਈਟ ਨਹੀਂ ਚਾਲੂ ਹੋਈ। ਸਿਰਫ ਇੰਗਲੈਂਡ, ਕੈਨੇਡਾ, ਅਮਰੀਕਾ ਦੀਆਂ ਜਿਹੜੀਆਂ ਉਹਨਾਂ ਨੇ ਕੰਟਰੀਜ਼ ਨੇ ਆਪਣੀਆਂ ਫਲਾਈਟਾਂ ਭੇਜੀਆਂ ਸੀ ਆਪਣੇ ਬੰਦੇ ਲੈਣ ਨੂੰ, ਸਿਰਫ ਉਹੀ ਫਲਾਈਟਾਂ ਚੱਲਦੀਆਂ, ਹੋਰ ਕੋਈ ਫਲਾਈਟ ਨਹੀਂ ਚੱਲ ਰਹੀ। ਹਾਂਜੀ ਹਾਂਜੀ, ਧੰਨਵਾਦ ਜੀ ਕਾਲ ਕਰਨ ਲਈ। ਠੀਕ ਹੈ ਜੀ। ਦੇਖੋ ਗੱਲ ਰਾਸ਼ਨ ਦੀ ਵੀ ਨਾਲ ਜਿਹੜੀ ਆ ਉਹਨਾਂ ਨੇ ਕਰ ਲਈ, ਪਰ ਮੈਂ ਦੇਖੋ ਮੇਰੀ ਸੋਚ ਇਹ ਹੈ ਕਿ ਪਹਿਲਾਂ ਜੋ ਮਿਲਿਆ ਆਪਾਂ ਉਹਦਾ ਧੰਨਵਾਦ ਜ਼ਰੂਰ ਕਰੀਏ। ਆਪਾਂ ਇਹ ਕਹਿ ਰਹੇ ਹਾਂ ਯਾਰ ਇਹ ਕਿਉਂ ਦਿੱਤਾ, ਹੋਰ ਕਿਉਂ ਨਹੀਂ ਦਿੱਤਾ? ਠੀਕ ਆ, ਉਹ ਆਪਣੀ ਜਗ੍ਹਾ ਤੇ ਜ਼ਰੂਰਤ ਹੁੰਦੀ ਹੈ ਸਾਡੀ, ਉਹਦੇ ਸਾਨੂੰ ਤੇਲ ਵੀ ਚਾਹੀਦਾ, ਉਹਦੇ ਤੁੜ ਕੇ ਲਾਉਣ ਨੂੰ ਹੋਰ ਵੀ ਕੁਝ ਚਾਹੀਦਾ, ਜਾਂ ਇਹ ਕਹਿ ਲਓ ਕਿ ਅਗਰ ਸਿੰਪਲ ਵੀ ਬਣਾਉਣਾ ਕੁਛ ਨਾ ਕੁਛ 2-4 ਚੀਜ਼ਾਂ ਜਿਹੜੀਆਂ ਹੋਰ ਮੇਨ ਜ਼ਰੂਰੀ ਆ, ਉਹਦੀ ਲੋੜ ਪੈਂਦੀ ਆ। ਲੇਕਿਨ ਜੋ ਮਿਲਿਆ ਪਹਿਲਾਂ ਆਪਾਂ ਉਹਦਾ ਧੰਨਵਾਦ ਜ਼ਰੂਰ ਕਰੀਏ ਇਲਾਹਾਬਾਦ ਵਿੱਚ। ਕਿਉਂਕਿ ਪਹਿਲਾਂ ਦੇਖੋ ਬਣਿਆ ਬਣਾਇਆ ਜਿਹੜਾ ਲੰਗਰ ਦੇ ਰੂਪ ਦੇ ਵਿੱਚ ਪਹੁੰਚਾਇਆ ਜਾ ਰਿਹਾ ਸੀ ਘਰੋਂ ਘਰੀ ਨਾ, ਆਪੋ ਆਪਣੇ ਤਰੀਕੇ ਨਾਲ, ਚਾਹੇ ਉਹ ਸੰਸਥਾ ਵੱਲੋਂ ਹੋਵੇ, ਚਾਹੇ ਤੁਹਾਡੇ ਆਲੇ ਦੁਆਲੇ ਦੇ ਕਿਸੇ ਮੋਹਤਵਾਰ ਬੰਦੇ ਵੱਲੋਂ ਹੋਵੇ। ਉਦੋਂ ਅਸੀਂ ਕਹਿ ਰਹੇ ਸੀ ਕਿ ਨਹੀਂ ਸਾਨੂੰ ਸੁੱਕਾ ਰਾਸ਼ਨ ਚਾਹੀਦਾ, ਅਸੀਂ ਆਪਣੀ ਪਸੰਦ ਦਾ, ਕਿਉਂਕਿ ਕਈਆਂ ਨੂੰ ਤਿੱਖਾ ਨਹੀਂ ਪਸੰਦ, ਕਈਆਂ ਨੂੰ ਫਿੱਕਾ ਨਹੀਂ ਪਸੰਦ ਹੈ ਨਾ, ਉਸ ਸਿਸਟਮ ਨਾਲ ਚੱਲ ਰਿਹਾ ਸੀ। ਤੇ ਹੁਣ ਜੇਕਰ ਮਿਲ ਗਿਆ ਸਾਨੂੰ ਇਹਦੇ ਵਿੱਚ ਜਿਹੜਾ ਮਤਲਬ ਸ਼ੁਕਰੀਆ ਅਦਾ ਕਰਨਾ ਚਾਹੀਦਾ। ਕਿਸੇ ਨੂੰ ਤਾਂ ਇਹ ਵੀ ਨਹੀਂ ਮਿਲਿਆ, ਕਿਸੇ ਨੂੰ ਇਹ ਵੀ ਨਹੀਂ ਮਿਲਿਆ। ਆਪ ਹੀ ਕਹਿ ਰਹੇ ਨੇ ਕਿ ਬਈ ਇਹ ਚ ਸਿਆਸਤ ਹੋ ਰਹੀ ਹੈ ਤੇ ਕਈਆਂ ਨੂੰ ਨਹੀਂ ਮਿਲਿਆ, ਲੇਕਿਨ ਚਲੋ ਜੇ ਮਿਲ ਗਿਆ ਆ ਤਾਂ ਠੀਕ ਆ। ਹਾਂ, ਇਹ ਗੱਲ ਜ਼ਰੂਰ ਆ ਕਿ ਸਿਆਸਤ ਜਿਹੜੀ ਆ ਇਹ ਇੱਕ ਕਿਸਮ ਦਾ, ਇਹ ਸੁੱਕਾ ਰਾਸ਼ਨ ਵੀ ਆਪਾਂ ਦਿੰਨੇ, ਇਹ ਲੰਗਰ ਹੀ ਆ, ਲੰਗਰ ਦੇ ਵਿੱਚ ਸਿਆਸਤ ਨਹੀਂ ਯਾਰ, ਹਨਾ। ਇਹਦੇ ਵਿੱਚ ਜੇ ਕੋਈ ਜ਼ਰੂਰਤਮੰਦ ਤੁਹਾਨੂੰ ਲੱਗਦਾ ਹੈ, ਭਾਵੇਂ ਕਿਸੇ ਪਾਰਟੀ ਦਾ ਹੋਵੇ, ਤੁਸੀਂ ਉਹਨੂੰ ਦਿਓ। ਅੱਜ ਦੀ ਤਰੀਕ ਵਿੱਚ ਫਿਲਹਾਲ ਜਿਹੜਾ ਹੈ ਇਸ ਮਾਹੌਲ ਦੇ ਵਿੱਚ ਵੋਟਾਂ ਬਾਰੇ ਸੋਚਣਾ ਛੱਡ ਦਿਓ। ਉਦਾਂ ਇਹ ਗੱਲ ਕਰ ਸਕਦੇ ਹਾਂ ਕਿ ਸਾਡਾ ਜਿਹੜਾ ਫੈਮਿਲੀ ਮੈਂਬਰ ਹੈ ਉਹ ਜ਼ਿਆਦਾ ਆ, ਸਾਨੂੰ ਜਿੱਥੇ ਇੱਕ ਥੈਲੀ ਦਿੱਤੀ ਗਈ ਉੱਥੇ 2 ਦਿੱਤੀਆਂ ਜਾਣ, ਮਤਲਬ ਇਹ ਤੁਸੀਂ ਆਪਣਾ ਜਿਹੜਾ ਪੁਆਇੰਟ ਆਫ ਵਿਊ ਰੱਖ ਸਕਦੇ ਹੋ। ਉਹ ਰੱਖ ਸਕਦੇ ਹੋ, ਹਾਂਜੀ। ਤੇ ਸਰ ਜਿੱਥੇ ਇਹ ਜਿਹੜਾ ਕੋਵਿਡ-19 ਦਾ ਦੌਰ ਚੱਲ ਰਿਹਾ, ਬੜੀ ਦਹਿਸ਼ਤ ਜਿਹੜੀ ਸਾਰੀਆਂ ਕੰਟਰੀਆਂ ਦੇ ਵਿੱਚ ਫੈਲੀ ਹੋਈ ਹੈ, ਇੱਕ ਇਹ ਵੀ ਜਿਹੜੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਕਿ ਇਸ ਮਤਲਬ ਜੋ ਵੀ ਚੱਲ ਰਿਹਾ ਹੈ ਇਸ ਲੜੀ ਦੇ ਦੌਰਾਨ ਜਿਹੜਾ ਬੱਚਿਆਂ ਦੇ ਵਿੱਚ ਟੀਕਾ ਲਗਾਏ ਜਾਂਦੇ ਆ, ਤੁਹਾਨੂੰ ਪਤਾ ਟੀਕਾਕਰਨ ਜਿਹੜਾ ਹੁੰਦਾ ਬੱਚਿਆਂ ਦੇ ਸਟੇਜ ਟੂ ਸਟੇਜ, ਸਾਲ ਬਾਅਦ 2 ਸਾਲ ਬਾਅਦ, ਉਹ ਜਿਹੜਾ ਰੋਕ ਦਿੱਤਾ ਗਿਆ। ਪੋਲੀਓ ਦੀਆਂ ਬੂੰਦਾਂ, ਉਹਨਾਂ ਵੱਲ ਥੋੜਾ ਧਿਆਨ ਨਹੀਂ ਦਿੱਤਾ ਗਿਆ। ਇਹ ਵੀ ਇੱਕ ਆਉਣ ਵਾਲੇ ਦਿਨਾਂ ਦੇ ਵਿੱਚ ਸਮੱਸਿਆ ਜਿਹੜੀ ਸਾਡੇ ਲਈ ਬਹੁਤ ਵੱਡੀ ਖੜੀ ਹੋ ਸਕਦੀ ਹੈ। ਗੱਲ ਇਹ ਹੈ ਕਿ ਜੇ ਅੱਜ ਪੋਲੀਓ ਦੀ ਬੂੰਦ ਜਾਂ ਹੋਰ ਕਿਸੇ ਆਪਾਂ ਗੱਲ ਕਰਦੇ ਹਾਂ, ਉੱਥੇ ਸੋਸ਼ਲ ਡਿਸਟੈਂਸ ਖਤਮ ਹੋ ਜਾਂਦਾ। ਸੈਕੰਡਲੀ ਜਦੋਂ ਕਿਸੇ ਨੂੰ ਬੂੰਦ ਪਿਲਾਉਣੀ ਆਪਾਂ ਬਹੁਤ ਜ਼ਿਆਦਾ ਨੇੜੇ ਹੋ ਜਾਂਦੇ ਹਾਂ, ਹਨਾ, ਕਿ ਫਿਰ ਬੱਚੇ ਨੇ, ਬੱਚਿਆਂ ਦੇ ਵਿੱਚ ਇਹ ਪ੍ਰੋਬਲਮ ਫੈਲਣ ਦੇ ਚਾਂਸਸ ਜਿਹੜੇ ਆ, ਉਹਨਾਂ ਦੇ ਉੱਤੇ ਅਟੈਕ ਜਿਹੜਾ ਆ ਉਹ ਬਹੁਤ ਜਲਦੀ ਹੋ ਜਾਂਦਾ। ਇਸ ਕਰਕੇ ਕੋਈ ਵੀ ਇਸ ਟਾਈਮ ਰਿਸਕ ਜਿਹੜਾ ਆ ਉਹ ਨਹੀਂ ਲੈਣਾ ਚਾਹੁੰਦਾ। ਪਰ ਇਹਨੂੰ ਕਿਸੇ ਤਰੀਕੇ ਦੇ ਨਾਲ ਜਿਹੜਾ ਬੱਚਿਆਂ ਤੱਕ ਪਹੁੰਚਦਾ ਤਾਂ ਕਰਨਾ ਚਾਹੀਦਾ, ਕਿਉਂਕਿ ਜਿਹੜੇ ਉਹਦੇ ਰਿਜ਼ਲਟ ਆ ਬਾਅਦ ਵਿੱਚ ਉਹ ਨਾ ਨੈਗੇਟਿਵ ਇਦਾਂ ਦੇ ਆਉਣ, ਹਨਾ, ਗਲਤ ਰਿਜ਼ਲਟ ਨਾ ਪਹੁੰਚਣ ਜਿਹੜੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਆ। ਤੇ ਜਿੱਥੇ ਅਸੀਂ ਬੱਚਿਆਂ ਦੀ ਗੱਲ ਕਰ ਰਹੇ ਹਾਂ ਸਰ, ਉੱਥੇ ਹੀ ਅਮਰੀਕਾ ਤੋਂ ਬਾਅਦ ਜਿਹੜਾ ਹੁਣ ਕੈਨੇਡਾ ਦੇ ਵਿੱਚ ਵੀ ਵੇਖਣ ਨੂੰ ਆਇਆ ਕਿ ਜਿਹੜੇ 올ਡ ਏਜ ਹੋਮ ਹੁੰਦੇ ਆ, ਉਹਨਾਂ ਦੇ ਵਿੱਚ ਬਜ਼ੁਰਗਾਂ ਨੂੰ ਮਤਲਬ ਧੜੱਲੇਦਾਰ ਕਹਿ ਲਓ, ਉਹਨਾਂ ਦੀ ਐਂਟਰੀ ਕਰਾ ਦਿੱਤੀ ਗਈ ਹੈ ਘਰਾਂ ਦੇ ਵਿੱਚ, ਉੱਥੇ ਬਜ਼ੁਰਗਾਂ ਨੂੰ ਪਹੁੰਚਾਇਆ ਗਿਆ। ਉਹ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਕਿ ਮੌਤ ਨੂੰ ਸੱਦਾ ਦੇਣ ਵਾਲਾ ਕਾਰਨ ਉਹ ਬਣ ਸਕਦਾ ਹੈ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਮੈਂ 1-2 ਥਾਂ ਦੇ ਉੱਤੇ ਹੋਰ ਵੀ ਗੱਲ ਹੋਈ ਆ ਮੇਰੀ, ਜਿੱਦਾਂ ਹੁਣ ਬਾਕੀ ਅਲੱਗ-ਅਲੱਗ ਕੰਟਰੀਜ਼ ਨੇ ਆਪਣੇ ਜਿਹੜੇ ਆ ਪਰਸਨ ਇੱਧਰ ਸੀਗੇ ਨਾ, ਉਹਨਾਂ ਦੇ ਜਿਹੜੇ ਨਾਗਰਿਕ ਸੀਗੇ ਉਹਨਾਂ ਨੂੰ ਵਾਪਸ ਬੁਲਾਉਣ ਦੇ ਲਈ ਗੱਲ ਕੀਤੀ ਆ। ਤੇ ਉੱਥੇ ਕੁਛ ਇੱਕ ਥਾਂ ਤੇ ਇਹ ਵੀ ਆਇਆ ਕਿ ਉੱਥੇ ਬਜ਼ੁਰਗਾਂ ਨੂੰ ਕਹਿ ਦਿੱਤਾ ਗਿਆ ਕਿ ਜੇ ਤੁਸੀਂ ਇੱਥੇ ਆਓਗੇ ਤਾਂ ਠੀਕ ਆ, ਤੁਹਾਡਾ ਵੈਲਕਮ ਆ, ਤੁਹਾਡਾ ਆਪਣਾ ਘਰ ਆ, ਲੇਕਿਨ ਅਸੀਂ ਤੁਹਾਨੂੰ 14 ਦਿਨ ਲਈ ਕੁਆਰੰਟਾਈਨ ਕਰਕੇ ਰੱਖਣਾ। ਉਹ ਬਿਲਕੁਲ ਸਹੀ ਹੈ ਉਹਨਾਂ ਦੀ ਸੋਚ ਕਿ ਜਹਾਜ਼ ਦੇ ਵਿੱਚ ਆਉਣਾ ਆ, ਤੁਸੀਂ ਇੱਥੇ ਠੀਕ ਆ, ਫਲਾਈਟ ਦੇ ਵਿੱਚ ਕੁਝ ਵੀ ਇਦਾਂ ਦਾ ਹੋ ਸਕਦਾ ਕਿ ਪੂਰੇ ਪਰਿਵਾਰ ਨੂੰ, ਉਸ ਨੂੰ ਬਿਲਕੁਲ ਸਹੀ ਆ। ਲੇਕਿਨ ਬਜ਼ੁਰਗ ਉਸ ਚੀਜ਼ ਤੋਂ ਡਰਦੇ ਨੇ, ਹਨਾ। ਉਹ ਹੁਣ ਜਿੱਥੇ ਬਜ਼ੁਰਗ ਘਰ ਦੇ ਵਿੱਚ ਨੇ, ਉੱਥੇ ਬਾਹਰ ਦੀ ਗੱਲ ਆਪਾਂ ਕਰਦੇ ਆ, ਉਹ ਕਹਿ ਰਹੇ ਨੇ ਕਿ ਵੀ ਸਾਨੂੰ ਬਜ਼ੁਰਗ ਨੂੰ ਜਲਦੀ ਹੁੰਦਾ ਰਿਸਕ ਨਾ ਹੋ ਜਾਏ, ਇਸ ਕਰਕੇ ਉਹ ਉੱਥੇ ਭੇਜਦੇ ਪਏ ਨੇ ਉਹਨਾਂ ਨੂੰ ਜਿਹੜੇ 올ਡ ਏਜ ਹੋਮ, ਹਾਂਜੀ। ਤੇ ਉਹ
ਆਪਣੇ ਆਪ ਦੇ ਵਿੱਚ ਉੱਥੇ ਰਿਸਕ ਹੋਰ ਜ਼ਿਆਦਾ ਵੱਧ ਜਾਂਦਾ ਹੈ ਨਾ। ਉਹ ਘਰ ਦਾ ਤੁਹਾਡੇ ਮੈਂਬਰ ਨੇ, ਉਹਨਾਂ ਨੇ ਘਰ ਨੂੰ ਖੜੇ ਕੀਤਾ, ਜਦੋਂ ਕਿ ਅੱਜ ਉਹਨਾਂ ਲੋੜ ਆ ਤਾਂ ਤੁਸੀਂ ਨਾਲ ਉਹਨਾਂ ਦੇ ਖੜੇ ਹੋਣਾ ਬਣਦਾ ਹੈ। ਮਤਲਬ ਉਹਨਾਂ ਨੂੰ ਸਹੀ ਤਰੀਕੇ ਨਾਲ ਇਸ ਨਿਊਜ਼ ਨੂੰ ਨਹੀਂ ਲਿਆ ਕਿ ਬਜ਼ੁਰਗਾਂ ਦੇ ਵਿੱਚ ਜਿਹੜੇ ਜ਼ਿਆਦਾ ਮਤਲਬ ਇਹਦੇ ਕਾਰਨ ਹੈਗੇ ਉਹਨੂੰ ਹੋਰ ਤਰੀਕੇ ਨਾਲ ਲਿਆ ਜਾ ਰਿਹਾ ਹੈ। ਤੁਸੀਂ ਬਜ਼ੁਰਗਾਂ ਨੇ ਬਾਹਰੋਂ ਨਹੀਂ ਲੈ ਕੇ ਆਉਣਾ, ਤੁਸੀਂ ਲੈ ਕੇ ਆਉਣਾ ਤਾਂ ਤੁਸੀਂ ਆਪਣਾ ਬਚਾਅ ਰੱਖੋ ਨਾ, ਤਾਂ ਉਹਨਾਂ ਦਾ ਆਪਣੇ ਆਪ ਬਚਾਅ ਹੋ ਜਾਏਗਾ, ਬਚਾਅ ਹੋਵੇਗਾ। ਉਹੀ ਨਾ ਕਿ ਮਤਲਬ ਪਰਿਵਾਰ ਦਾ ਜਿਹੜਾ ਮੋਢੀ ਆ ਉਹਨੂੰ ਹੋਮ ਦੇ ਵਿੱਚ ਜਿਹੜਾ ਕਿ ਮਤਲਬ ਸੜਨ ਦੇ ਲਈ ਕਹਿ ਲਓ, ਇਹੀ ਕਹਿ ਸਕਦੇ ਆ ਅਸੀਂ ਕਿ ਤੁਸੀਂ ਉਹਨਾਂ ਨੂੰ ਪਰੇ ਕਰ ਰਹੇ ਆ ਤਾਂ ਤੁਸੀਂ ਆਪਣੇ ਇਦਾਂ ਹੁੰਦੀ ਆ ਮਨਪ੍ਰੀਤ। ਮੈਂ ਕਹਿੰਦਾ ਕਿ ਬਹੁਤ ਵਧੀਆ ਅਸਰ ਹੋਏਗਾ ਉੱਥੇ, ਠੀਕ ਹੈ, ਫੈਸਿਲਿਟੀਆਂ ਸਾਰੀਆਂ ਮਿਲਣਗੀਆਂ, ਲੇਕਿਨ ਤੁਸੀਂ ਇਹ ਦੇਖੋ ਉਸ ਬਜ਼ੁਰਗ ਦੇ ਮਨ ਤੇ ਕੀ ਬੀਤੇਗੀ ਕਿ ਜਿਹੜੇ ਬੱਚਿਆਂ ਨੂੰ ਮੈਂ ਨੈਪੀਆਂ ਬਦਲ ਕੇ ਏਡੇ ਵੱਡੇ ਕੀਤਾ, ਉਹਨਾਂ ਨੂੰ ਖਿਲਾਇਆ ਪਿਲਾਇਆ, ਆਪਣੇ ਹੱਥੀਂ ਤੁਰਨਾ ਸਿਖਾਇਆ, ਸਭ ਕੁਝ ਕੀਤਾ, ਅੱਜ ਉਹ ਕਹਿ ਰਹੇ ਨੇ ਕਿ ਤੂੰ ਚੱਲ ਜਾ ਭਾਈ ਇੱਥੋਂ, ਹਨਾ। ਇੱਕ ਮਨ ਜਿਹੜਾ ਆ ਅੰਦਰੋਂ ਟੁੱਟ ਜਾਂਦਾ, ਜਦੋਂ ਬੰਦੇ ਦਾ ਮਨ ਨੈਗੇਟਿਵ ਹੋ ਜਾਂਦਾ, ਟੁੱਟ ਜਾਂਦਾ ਆ, ਫਿਰ ਉਸ ਤੋਂ ਬਾਅਦ ਕੋਈ ਵੀ ਪ੍ਰੋਬਲਮ ਹੋਵੇ ਉਹ ਆਪਣੇ ਆਪ ਉੱਤੇ ਅਟੈਕ ਜਿਹੜੀ ਆ ਉਹ ਕਰ ਜਾਂਦੀ ਹੈ। ਸਰ ਇਸੇ ਤਰ੍ਹਾਂ ਦੀ ਇੱਕ ਹੋਰ ਖਬਰ ਜਿਹੜੀ ਕਿ ਇਕਵਾਡੋਰ ਤੋਂ ਹੈਗੀ ਆ, 1 ਮਹੀਨਾ ਪਹਿਲਾਂ ਇੱਕ ਔਰਤ ਦੀ ਮੌਤ ਹੋ ਗਈ ਤੇ ਹੁਣ ਉਹ ਜਿੰਦਾ ਪਾਈ ਗਈ। ਤੁਸੀਂ ਦੇਖੋ ਹਸਪੀਟਲ ਨੇ ਗਲਤੀ ਨਾਲ ਕਿਸੇ ਹੋਰ ਔਰਤ ਨੂੰ ਕਿਸੇ ਹੋਰ ਪਰਿਵਾਰ ਦੇ ਹਵਾਲੇ ਕਰ ਦਿੱਤਾ। 1 ਮਹੀਨੇ ਪਹਿਲਾਂ ਉਹਨਾਂ ਨੇ ਉਹਦਾ ਸੰਸਕਾਰ ਵੀ ਕਰ ਦਿੱਤਾ। ਉਹਨਾਂ ਨੂੰ ਹੁਣ ਪਤਾ ਲੱਗਾ ਕਿ ਜਿਹੜੀ ਸਾਡੀ ਮਾਤਾ ਹੈ ਉਹ ਤਾਂ ਜਿੰਦਾ ਹੈ। ਮਤਲਬ ਕਰੋਨਾ, ਹਾਂਜੀ, ਇੰਨਾ ਡਰ ਸੀ ਕਰੋਨਾ ਦਾ ਕਿ ਉਹਨਾਂ ਨੇ ਡੈਡ ਬੋਡੀ ਜਦੋਂ ਪਛਾਣਨ ਗਏ ਆ ਦੂਰੋਂ ਹੀ ਦੇਖ ਕੇ ਕਹਿ ਦਿੱਤਾ, ਦੇਖਣ ਦਿੰਦੇ ਵੀ ਨਹੀਂ ਕੋਈ ਬੋਡੀ ਜਿਹੜੀ ਨਹੀਂ, ਉਹ ਕਹਿੰਦੇ ਦੇਖਣ ਦਿੱਤਾ ਗਿਆ, ਉਹਨਾਂ ਨੇ ਦੂਰੋਂ ਦੇਖ ਕੇ ਕਹਿ ਦਿੱਤਾ ਹਾਂਜੀ ਇਹ ਸਾਡੀ ਮਾਤਾ ਹੈ, ਜਦ ਕਿ ਉਹ ਕਿਸੇ ਹੋਰ ਦੀ ਮਾਤਾ ਸੀ। ਆਪਣੀ ਮਾਤਾ ਉਹਨਾਂ ਦੀ ਬਿਲਕੁਲ ਹੁਣ ਤੰਦਰੁਸਤ ਹੋ ਚੁੱਕੀ ਹੈ। ਜਦੋਂ ਹਸਪੀਟਲ ਨੇ ਉਹਨਾਂ ਨੂੰ ਘਰ ਫੋਨ ਕੀਤਾ ਕਿ ਤੁਹਾਡੀ ਮਾਤਾ ਤੰਦਰੁਸਤ ਹੈ, ਤੁਸੀਂ ਇਹਨਾਂ ਨੂੰ ਲਿਜਾ ਸਕਦੇ ਆ, ਤਾਂ ਉਹਨਾਂ ਨੇ ਕਿਹਾ ਸਾਡੀ ਮਾਤਾ ਦਾ ਤਾਂ 1 ਮਹੀਨੇ ਪਹਿਲਾਂ ਸੰਸਕਾਰ ਵੀ ਕਰ ਦਿੱਤਾ ਸੀ। ਮਤਲਬ ਇਹ ਦੇਖੋ ਕਿ ਕਰੋਨਾ ਦਾ ਕਿੰਨਾ ਜ਼ਿਆਦਾ ਕਹਿ ਰਿਹਾ ਕਿ ਅਸੀਂ ਡੈਡ ਬੋਡੀ ਪਛਾਣਨ ਤੱਕ ਅਸੀਂ ਅੱਗੇ ਹੋ ਕੇ ਨਹੀਂ ਦੇਖ ਸਕਦੇ। ਬਿਲਕੁਲ। ਤੇ ਮੈਂ ਇੱਥੇ ਇਹ ਵੀ ਗੱਲ ਹੈ ਕਿ ਬੱਚੇ ਉੱਥੇ ਜਿਹੜੀ ਨੈਗਲੀਜੈਂਸੀ ਆ ਉਹ ਹਸਪੀਟਲ ਦੀ ਵੀ ਹੈਗੀ ਆ, ਡਿਪਾਰਟਮੈਂਟ ਦੀ ਹੈਗੀ ਆ, ਤੇ ਹੁਣ ਹਸਪੀਟਲ ਦੇ ਵਿਰੁੱਧ ਜਿਹੜਾ ਮੁਕੱਦਮਾ ਉਹ ਦਰਜ ਕੀਤਾ ਜਾਣਾ। ਦੇਖੋ ਇਹ ਚੀਜ਼ਾਂ ਬਾਹਰ ਬਹੁਤ ਜਲਦੀ ਉਹਨਾਂ ਨੇ ਕਹਿਣਾ ਚਲੋ ਪੈਸੇ ਲੈ ਲਓ, ਇਹ ਤਾਂ ਗੱਲ ਹੈਗੀ ਹੈ ਨਾ। ਜੀ ਜੀ। ਤੇ ਇਹ 74 ਸਾਲਾਂ ਦੀ ਜਿਹੜੀ ਮਹਿਲਾ ਸੀ ਜਿਹਨੂੰ 27 ਮਾਰਚ ਨੂੰ ਪਹਿਲਾਂ ਹੀ ਮ੍ਰਿਤਕ ਐਲਾਨ ਦਿੱਤਾ ਸੀ, 27 ਮਾਰਚ ਦੀ ਜੇਕਰ ਅਸੀਂ ਗੱਲ ਕਰੀਏ, ਹੈ ਨਾ। ਤੇ ਇੱਥੇ ਵੀ ਰਾਜਪੁਰਾ ਤੋਂ ਇੱਕ ਖਬਰ ਆ ਰਹੀ ਹੈ ਕਿ 63 ਸਾਲਾ ਇੱਕ ਔਰਤ ਦੀ ਪਟਿਆਲਾ ਜ਼ਿਲ੍ਹੇ ਵਿੱਚ ਪਹਿਲੀ ਮੌਤ ਆਏ ਤੇ ਉੱਥੇ 63 ਸਾਲਾ ਇੱਕ ਔਰਤ ਦੀ ਕਰੋਨਾ ਦੇ ਕਾਰਨ ਮੌਤ ਹੋਈ ਹੈ। ਜਿੱਥੇ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਕਿ ਜਿਹੜੇ ਸਾਡੇ ਆਪਣੇ ਨਾਗਰਿਕ ਹੈਗੇ ਆ, ਚਾਹੇ ਉਹ ਵਿਦੇਸ਼ਾਂ ਵਿੱਚ ਫਸੇ ਹੋਏ ਨੇ, ਚਾਹੇ ਉਹ ਇੱਥੇ ਕਿਸੇ ਹੋਰ ਜਿਹੜਾ ਕਹਿ ਲਓ ਕਿ ਰਾਜ ਦੇ ਵਿੱਚ ਫਸੇ ਹੋਏ ਨੇ, ਉਹਨਾਂ ਨੂੰ ਲਿਆਉਣ ਦੇ ਲਈ ਵੱਖੋ ਵੱਖਰੇ ਜਿਹੜੇ ਉਪਰਾਲੇ ਉਹ ਕੀਤੇ ਜਾ ਰਹੇ ਨੇ। ਜਿਵੇਂ ਅਸੀਂ ਸ਼ਰਧਾਲੂਆਂ ਦੀ ਗੱਲ ਕਰੀਏ, ਬੱਸਾਂ ਭੇਜੀਆਂ ਗਈਆਂ ਤੇ ਉਹਨਾਂ ਦੇ ਲਈ ਉਪਰਾਲਾ ਕੀਤਾ ਗਿਆ, ਨਾਲ ਦੇ ਨਾਲ ਸਟੂਡੈਂਟਸ ਲਈ ਕੀਤਾ ਗਿਆ। ਉੱਥੇ ਹੀ ਕਈ ਲੋਕ ਆਪਣੇ ਪਰਿਵਾਰ ਤੋਂ ਦੂਰ ਹੋ ਕੇ ਇੰਨੇ ਕੁ ਜ਼ਿਆਦਾ ਆਪਣੇ ਆਪ ਨੂੰ ਕਹਿ ਲਓ ਕਿ ਟੈਨਸ਼ਨ ਦੇ ਵਿੱਚ ਲੈ ਆਉਂਦੇ ਆ, ਕੋਈ ਨਾ ਕੋਈ ਇਦਾਂ ਦਾ ਕਦਮ ਚੁੱਕ ਲੈਂਦੇ ਜਿਹੜਾ ਉਹਨਾਂ ਦੇ ਲਈ ਬਾਅਦ ਵਿੱਚ ਚਿੰਤਾ ਦਾ ਇੱਕ ਵਿਸ਼ਾ ਬਣ ਜਾਂਦਾ। ਇਹੋ ਜਿਹੀ ਇੱਕ ਖਬਰ ਹੈਗੀ ਹੈ ਕਿ ਇੱਕ ਇਲਾਹਾਬਾਦ ਦੇ ਜਿਹੜਾ ਸਬਜ਼ੀ ਮਤਲਬ ਵਪਾਰੀ ਬਣ ਕੇ ਇਨਸਾਨ ਹੈ, ਉਹ ਆਪਣੇ ਘਰ ਪਹੁੰਚਿਆ, ਉਹਨੇ 3 ਲੱਖ ਰੁਪਇਆ ਖਰਚ ਕੀਤਾ। ਪਹਿਲਾਂ ਉਹਨੇ ਸਬਜ਼ੀ ਖਰੀਦੀ, ਪਿਆਜ਼ ਖਰੀਦੇ, ਸਬਜ਼ੀਆਂ ਖਰੀਦੀਆਂ, ਉਹਨੇ ਇੱਕ ਵਪਾਰੀ ਬਣ ਕੇ, ਆਮ ਇਨਸਾਨ ਸੀਗਾ ਉਹ, ਵਪਾਰੀ ਬਣ ਕੇ ਉੱਤਰ ਪ੍ਰਦੇਸ਼ ਤੋਂ ਜਿਹੜਾ ਉਹ ਇਲਾਹਾਬਾਦ ਪਹੁੰਚਿਆ, ਇੰਨਾ ਖਰਚਾ ਕਰਕੇ ਆਪਣੇ ਪਰਿਵਾਰ ਦੇ ਕੋਲ ਪਹੁੰਚ ਗਿਆ। ਜਦੋਂ ਪਹੁੰਚਿਆ ਪ੍ਰਸ਼ਾਸਨ ਨੂੰ ਪਤਾ ਲੱਗਾ ਤਾਂ ਉਹਨੂੰ ਜਿਹੜਾ ਕੁਆਰੰਟਾਈਨ ਉਹ ਕੀਤਾ ਗਿਆ। ਪਰ ਤੁਸੀਂ ਇਹ ਦੇਖੋ ਕਿੰਨੀ ਉਹਦੇ ਅੰਦਰ ਇੱਕ ਜਿੱਦ ਸੀ ਆਪਣੇ ਪਰਿਵਾਰ ਤੱਕ ਪਹੁੰਚਣ ਦੀ। ਚਲੋ ਠੀਕ ਹੈ ਬਈ, ਹਰ ਇੱਕ ਬੰਦਾ ਹੁੰਦਾ ਕਿ ਕਾਹਲ ਹੁੰਦੀ ਹੈ ਕਿ ਮੈਂ ਆਪਣੀ ਫੈਮਿਲੀ ਵਿੱਚ ਚਲ ਜਾ, ਘਰ ਚਲ ਜਾ। ਜੋ ਇਹ ਦੁੱਖ ਦੀ ਜਾਂ ਔਖੀ ਘੜੀ ਚੱਲਦੀ ਪਈ ਆ, ਇਹਦੇ ਵਿੱਚ ਮੈਂ ਆਪਣਿਆਂ ਦੇ ਨਾਲ ਰਹਾ। ਪਰ ਤੁਸੀਂ ਇਹ ਦੇਖੋ ਆਪਣੇ ਦਿਮਾਗ ਦਾ ਇਸਤੇਮਾਲ ਕਿੱਦਾਂ ਕੀਤਾ, ਕਿੱਥੇ ਤੁਸੀਂ ਮਤਲਬ ਮੈਨੂੰ ਇੱਕ ਛੋਟਾ ਜਿਹਾ ਨਾ ਤੇ ਚੁਟਕਲਾ ਜਿਹਾ ਚੱਲਦਾ ਪਿਆ ਅੱਜਕੱਲ, ਮੈਨੂੰ ਉਹ ਯਾਦ ਆ ਗਿਆ, ਮੈਨੂੰ ਲੱਗਦਾ ਮੈਨੂੰ ਸੁਣਾਈ ਦੇਣਾ ਚਾਹੀਦਾ ਕਿ ਕੋਈ ਕਹਿੰਦੇ ਰੇਹੜੀ ਵਾਲਾ ਜਿਹੜਾ ਸੀ ਉਹ ਕਿਸੇ ਮੁਹੱਲੇ ਦੇ ਵਿੱਚ ਆਵਾਜ਼ਾਂ ਦੇ ਕੇ ਲੰਘ ਰਿਹਾ ਸੀ, ਸਬਜ਼ੀ ਲੈ ਲਓ ਸਬਜ਼ੀ ਲੈ ਲਓ ਕਰਦੇ। ਇੱਕ ਬੰਦਾ ਦੁਖੀ ਹੋਇਆ, ਜਿਹੜਾ ਘਰ ਦੇ ਵਿੱਚ ਬੈਠ ਕੇ ਦੁਖੀ ਹੋ ਚੁੱਕਾ ਸੀ, ਉਹ ਬਾਹਰ ਜਾਂਦਾ ਆ। ਬਾਹਰ ਜਾ ਕੇ ਉਹਨੂੰ ਕਹਿੰਦਾ ਕਿ ਭਾਈ ਤੂੰ ਏਦਾਂ ਕਰ, ਮੇਰੇ ਘਰ ਇੱਥੇ ਕੁਰਸੀ ਤੇ ਬੈਠ, ਅਗਲੇ ਮੁਹੱਲੇ ਤੱਕ ਮੈਂ ਜਿਹੜਾ ਆ ਉਹ ਤੇਰੀ ਸਬਜ਼ੀ ਵੇਚਣ ਨਾ, ਨਾਲੇ ਮੈਂ ਘੁੰਮ ਆਊਂਗਾ ਅਗਲੇ ਮੁਹੱਲੇ ਤੱਕ। ਉਹ ਕਹਿੰਦਾ ਏਦਾਂ ਨਹੀਂ ਹੋ ਸਕਦਾ। ਕਹਿੰਦਾ ਕਿਉਂ? ਕਹਿੰਦਾ ਜਿਹੜਾ ਸਬਜ਼ੀ ਵਾਲਾ ਉਹ ਤਾਂ ਮੇਰੇ ਘਰ ਬੈਠਾ, ਮੈਂ ਤਾਂ ਪਹਿਲਾਂ ਉਹਦੀ ਰੇਹੜੀ ਲੈ ਕੇ ਘੁੰਮਣ ਨਿਕਲਿਆ ਹੋਇਆ, ਮੈਂ ਤਾਂ ਆਪ ਕਿਸੇ ਦੀ ਰੇਹੜੀ। ਉਹੀ ਨਾ, ਪਰ ਇੱਥੇ ਇਹ ਆ ਨਾ, ਅਸੀਂ ਥੋੜਾ ਜਿਹਾ ਸਬਰ ਕਰ ਲਈਏ, ਕਹਿੰਦੇ ਨਾ ਸਬਰ ਦਾ ਫਲ ਮਿੱਠਾ ਹੁੰਦਾ, ਤੇ ਸਾਡਾ ਆਉਣ ਵਾਲਾ ਸਮਾਂ ਪਰਮਾਤਮਾ ਕਰੇ ਕੋਈ ਸਾਰਿਆਂ ਦੇ ਲਈ ਖੁਸ਼ਹਾਲੀ ਭਰਿਆ ਹੋਵੇ। ਖੁਸ਼ਹਾਲੀ ਭਰਿਆ ਹੋਵੇ, ਬਿਲਕੁਲ। ਤੇ ਸਰ ਸਮਾਂ ਵੀ ਜਿਹੜਾ ਨੱਠਦਾ ਜਾ ਰਿਹਾ, ਅਸੀਂ ਆਪਣੀਆਂ ਗੱਲਾਂ ਦੇ ਵਿੱਚ ਰੁੱਝੇ ਹੋਏ ਆ, ਪਰ ਜਿਹੜਾ ਟਾਈਮ ਆ ਉਹ ਜਿਹੜਾ ਹੋਰ ਇਜਾਜ਼ਤ ਨਹੀਂ ਦਿੰਦਾ। ਉੱਥੇ ਅਸੀਂ ਜਾਂਦੇ ਜਾਂਦੇ ਜਿਹੜੀ ਆਪਣੇ ਪੂਰੇ ਇੰਡੀਆ ਦੀ ਜਾਂ ਵਿਸ਼ਵ ਦੀ ਜਿਹੜੀ ਰਿਪੋਰਟ ਹੈਗੀ ਆ COVID-19 ਨੂੰ ਲੈ ਕੇ, ਉਹ ਆਪਣੇ ਦਰਸ਼ਕਾਂ ਤੱਕ ਸਾਂਝੇ ਕਰਦੇ ਜਾਈਏ। ਤੇ ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਹੁਣ ਤੱਕ 27,892 ਜਿਹੜੇ ਪੀੜਤ ਕਰੋਨਾ ਪੀੜਤ ਤੋਂ ਪਾਏ ਗਏ ਨੇ। 872 ਹੁਣ ਤੱਕ ਮੌਤਾਂ ਹੋ ਚੁੱਕੀਆਂ ਨੇ। 6,184 ਲੋਕ ਜਿਹੜੇ ਠੀਕ ਹੋ ਚੁੱਕੇ ਨੇ। ਤੇ ਜੇਕਰ ਅਸੀਂ ਵਿਸ਼ਵ ਦੀ ਗੱਲ ਕਰੀਏ ਤਾਂ ਵਿਸ਼ਵ ਦੇ ਵਿੱਚ 29,20,660 ਹੁਣ ਤੱਕ ਜਿਹੜੇ ਕਰੋਨਾ ਪੋਜ਼ਿਟਿਵ ਉਹ ਪਾਏ ਗਏ ਨੇ। ਤੇ ਇਹ ਜਿਹੜਾ ਅੰਕੜਾ ਹੋਰ ਵੀ ਵਧਿਆ ਹੋ ਸਕਦਾ, ਕਿਉਂਕਿ ਮੇਰੇ ਕੋਲ ਕੱਲ ਤੱਕ ਦੀ ਜਿਹੜੀ ਰਿਪੋਰਟ ਹੈਗੀ ਹੈ ਤਾਂ 2 ਲੱਖ
3670 ਜਿਹੜੀਆਂ ਮੌਤਾਂ ਹੁਣ ਤੱਕ ਉਹ ਹੋ ਚੁੱਕੀਆਂ ਨੇ। ਬਹੁਤ ਜਿਹੜੀਆਂ ਮੌਤਾਂ ਦੀ ਗਿਣਤੀ ਆ ਉਹ ਤੇਜ਼ੀ ਨਾਲ ਵਧੀ ਆ ਤੇ ਹਰ ਚੌਥਾ ਬੰਦਾ ਕਿਹਾ ਜਾ ਰਿਹਾ ਹੈ ਕਿ ਅਗਰ ਜਿੰਨੀਆਂ ਮੌਤਾਂ ਹੋਈਆਂ ਨੇ ਉਹ ਚ 25% ਜਿਹੜੀਆਂ ਮੌਤਾਂ ਨੇ ਉਹ ਇਕੱਲੇ ਅਮਰੀਕਾ ਦੇ ਵਿੱਚ ਹੋਈਆਂ ਨੇ। ਤੇ ਜੇਕਰ ਜਿਹੜਾ ਇਹ ਮੌਤਾਂ ਦਾ ਅੰਕੜਾ ਵੱਧ ਰਿਹਾ ਉਹਨਾਂ ਦੇ ਵਿੱਚ ਜ਼ਿਆਦਾਤਰ ਹੁਣ ਡਾਕਟਰ, ਪੁਲਿਸ ਪ੍ਰਸ਼ਾਸਨ ਤੇ ਜਿਹੜੇ ਹੋਰ ਗਰਾਊਂਡ ਫਲੋਰ ਤੇ ਜਿਹੜੇ ਕੰਮ ਕਰ ਰਹੇ ਉਹ ਜਿਹੜੇ ਅੱਜ ਦੇਖਣ ਨੂੰ ਮਿਲ ਰਹੇ ਆ। ਚੰਡੀਗੜ੍ਹ ਦੇ ਵਿੱਚ ਵੀ ਜੀ, ਚੰਡੀਗੜ੍ਹ ਵਿੱਚ ਵੀ ਜਿਹੜੇ 3 ਕੇਸ ਨਵੇਂ ਆਏ ਆ ਉਹਨਾਂ ਦੇ ਵਿੱਚ 2 ਡਾਕਟਰ ਤੇ ਇੱਕ ਉਹਨਾਂ ਦੀ ਅਟੈਂਡੈਂਟ ਜਿਹੜੀ ਉਹ ਸ਼ਾਮਲ ਹੈਗੀ ਹੈ ਜੀ। ਸੋ ਅੱਜ ਦੇ ਲਈ ਇੰਨਾ ਹੀ। ਹਾਂਜੀ ਬਿਲਕੁਲ ਜੀ। ਤੁਸੀਂ ਕੋਈ ਗੱਲ ਤਾਂ ਨਹੀਂ ਕਰਨੀ? ਨਹੀਂ ਬਸ ਠੀਕ ਹੈ ਜੀ, ਮੇਰੇ ਹਿਸਾਬ ਨਾਲ ਆਪਾਂ ਸਾਰੀਆਂ ਗੱਲਾਂ ਕਰ ਚੁੱਕੇ ਹਾਂ ਤੇ ਫਿਰ ਆਪਾਂ ਇਹਨਾਂ ਨੂੰ ਮਿਲ ਲੈਂਦੇ ਆ। ਬਿਲਕੁਲ। ਤੇ ਕੱਲ ਜੋ ਤੁਸੀਂ ਕਾਲ ਕਰੋਗੇ, ਜੋ ਤੁਸੀਂ ਸਮੱਸਿਆਵਾਂ ਦੱਸਾਂਗੇ, ਅਸੀਂ ਉਹ ਵੀ ਜਿਹੜਾ ਆ ਉਹ ਪ੍ਰਸ਼ਾਸਨ ਤੱਕ ਉਹ ਪਹੁੰਚਾਵਾਂਗੇ ਜੀ। ਤੇ ਹੁਣ ਤੱਕ ਦੇ ਲਈ ਦਿਓ ਇਜਾਜ਼ਤ। ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ।